ਦੋਸਤੋ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਔਰ ਆਪਣੇ ਕ੍ਰੀਏਟਿਵ ਐਕਸਪੀਰੀਅੰਸ ਦੀ ਇਸ ਲੜੀ ਦੇ ਵਿੱਚ ਅੱਜ ਸਾਡੇ ਨਾਲ ਨੇ ਮੁਹੰਮਦ ਸ਼ੋਹਰਤ ਅਲੀ। हेलो सर। ਇਹ ਜਲੰਧਰ ਤੋਂ ਨੇ ਬੇਸਿਕਲੀ जी जी ਔਰ ਇਹ ਇਸ ਵੇਲੇ ਇੱਕ ਮਲਟੀਨੈਸ਼ਨਲ ਕੰਪਨੀ ਦੇ ਵਿੱਚ ਕੰਮ ਕਰਦੇ ਨੇ ਔਰ ਇਹ ਐਕਟਰ ਨੇ, ਪਰ ਇਹਨਾਂ ਦਾ ਜਿਹੜਾ ਜੌਬ ਫੀਲਡ ਆ ਬਿਲਕੁਲ ਵੱਖਰਾ ਵਾ। ਸੋ ਇਹਨਾਂ ਦੀਆਂ ਜਿਹੜੀਆਂ ਮੈਂ ਅੱਜ ਅਲੀ ਨੂੰ ਸਪੈਸ਼ਲੀ ਕਿਉਂਕਿ ਇਹਨੇ ਪਿਛਲੇ ਸਾਲ ਮੇਰੇ ਕੋਲ ਥੀਏਟਰ ਵਰਕਸ਼ਾਪ ਕੀਤੀ ਸੀ ਤੇ ਬਾਅਦ ਵਿੱਚ ਵੀ ਮੇਰੇ ਨਾਲ ਨਾਟਕ ਵਿੱਚ ਕੰਮ ਕਰਦੇ ਨੇ ਤੇ ਅਲੀ ਨੇ ਕੰਮ ਕਰਦਿਆਂ ਹੋਏ ਮੇਰੇ ਨਾਲ ਕਾਫੀ ਸਾਰੀਆਂ ਡਿਸਕਸ਼ਨਸ ਇਹਦੀਆਂ ਹੁੰਦੀਆਂ ਸੀ ਇਹਦੇ ਕੰਮ ਬਾਰੇ ਔਰ ਇਹਦਾ ਜਿਹੜੀ ਕ੍ਰੀਏਟਿਵ ਇਹਦਾ ਐਕਸਪੀਰੀਅੰਸ ਹੈ ਜਾਂ ਕ੍ਰੀਏਟਿਵ ਇਹ ਰਹਿਣਾ ਚਾਹੁੰਦਾ ਹੈ ਆਰਟ ਦੇ ਫੀਲਡ ਦੇ ਵਿੱਚ, ਉਹਦੇ ਬਾਰੇ ਕਾਫੀ ਕੁਝ ਇਹਦੀ ਆਪਣੀ ਜਿਗਿਆਸਾ, ਇਹਦੇ ਸੁਪਨੇ ਨੇ ਕੁਝ। ਤੇ ਮੈਂ ਉਹਨਾਂ ਬਾਰੇ ਕਿ ਇੱਕ ਯੰਗ ਟੈਲੈਂਟਡ ਲੜਕਾ ਜਿਹੜਾ ਕਿ ਆਰਟ ਦੇ ਫੀਲਡ ਵਿੱਚ ਜਾਣਾ ਚਾਹੁੰਦਾ ਹੈ, ਰਹਿਣਾ ਚਾਹੁੰਦਾ ਹੈ ਫੁੱਲ ਟਾਈਮ, ਪਰ ਉਸ ਨੂੰ ਕਿਉਂਕਿ ਉਹਦੀਆਂ ਇੱਕ ਅਜਿਹੀਆਂ ਮਜਬੂਰੀਆਂ ਕਿ ਇਸ ਵੇਲੇ ਉਹਨੇ ਮਲਟੀਨੈਸ਼ਨਲ ਕੰਪਨੀ ਦੇ ਵਿੱਚ ਕੰਮ ਕਰ ਰਿਹਾ ਹੈ, ਕਿਸੇ ਵੀ ਤਰ੍ਹਾਂ ਦਾ ਜਿਹੜਾ ਕਿ ਉਹ ਕ੍ਰੀਏਟਿਵਨੈਸ ਜਿਹੜੀ ਆ ਉਹ ਨਹੀਂ ਉਸ ਦੇ ਕੰਮ ਦੇ ਵਿੱਚ ਉਹਨੂੰ ਮਿਲ ਰਹੀ। ਤੇ ਆਪਾਂ ਉਹ ਸਾਰੀਆਂ ਗੱਲਾਂ ਵੀ ਉਹਦੇ ਨਾਲ, ਸੋ ਅਲੀ ਵੈਲਕਮ ਤੇ ਆਪਾਂ ਗੱਲਾਂ ਕਰਦੇ ਆ। ਮੈਂ ਉਦਾਂ ਪਹਿਲੇ ਤੇ ਅਲੀ ਮੈਂ ਜਿਵੇਂ ਸਾਰਿਆਂ ਕੋਲੋਂ ਪਹਿਲੇ ਜਾਣਦਾ ਤੁਹਾਡੇ ਕੋਲ ਵੀ ਜਾਣਨਾ ਚਾਹਾਂਗਾ ਕਿ ਤੁਸੀਂ ਇਸ ਫੀਲਡ ਦਾ, ਤੁਹਾਡੀ ਹਾਲੇ ਛੋਟੀ ਉਮਰ ਹੈ ਪਰ ਤੁਸੀਂ ਇਸ ਫੀਲਡ ਦੇ ਵਿੱਚ ਥੀਏਟਰ ਵਾਲਾ ਫੀਲਡ, ਐਕਟਿੰਗ ਵਾਲਾ ਫੀਲਡ, ਤੁਸੀਂ ਕਿੱਦਾਂ ਇਸ ਫੀਲਡ ਦੇ ਵਿੱਚ ਕਿੰਨੇ ਕੁ ਸਾਲਾਂ ਤੋਂ ਪਹਿਲਾਂ ਸੀਗੇ ਪੜ੍ਹਾਈ ਲਿਖਾਈ ਜਾਂ ਜੌਬ ਕਰਨ ਤੋਂ ਪਹਿਲੇ? ਸਭ ਤੋਂ ਪਹਿਲਾਂ ਤਾਂ ਸਰ ਮੈਨੂੰ ਇਸ ਕਾਬਲ ਸਮਝਣ ਲਈ ਬਹੁਤ-ਬਹੁਤ ਥੈਂਕ ਯੂ ਕਿ ਮੈਂ ਕੁਝ ਆਪਣੇ ਵਿਊ ਸ਼ੇਅਰ ਕਰ ਸਕਾਂ। ਜਿੱਦਾਂ ਕਿ ਤੁਸੀਂ ਕਿਹਾ ਕਿ ਕਾਫੀ ਛੋਟੀ ਉਮਰ ਹੈ, ਆਈ ਸਟਿਲ ਫੀਲ ਵੈਰੀ ਯੰਗ, ਬਟ ਬੇਸਿਕਲੀ ਜੇ ਇਫ ਆਈ ਗੋ 4 to 5 years ਬੈਕ, ਆਈ ਵਾਜ਼ ਇਨ +1 ਔਰ +2 ਜਦੋਂ ਮੈਂ 10th ਲਿੱਤੀ ਤੇ ਉਸ ਤੋਂ ਬਾਅਦ ਬੇਸਿਕਲੀ ਜਿੱਦਾਂ ਕਿ ਇੰਡੀਆ ਔਰ ਜੋ ਹੁੰਦਾ ਹੈ ਆਪਣਾ ਲੋਕ ਮਾਈਂਡ ਸੈਟ ਕ੍ਰੀਏਟ ਕਰਦੇ ਆ ਕਿ ਆਫਟਰ 10th ਕੀ ਕਰਨਾ ਚਾਹੀਦਾ ਹੈ। ਸੋ as being from a conservative family, and I was also interested in मतलब ये नहीं कि मेरे कुछ थोपया गया। I feel lucky कि मैं अपनी family वालों में हमेशा एक what you can say कि liberal रहा, independent रहा कि तू what you can join whatever you want, family support कर दी सी। ਤੇ ਉਸ ਤੋਂ ਬਾਅਦ ਮੈਂ ਸਾਇੰਸ ਆਪ ਕੀਤੀ, +1 +2 ਦੇ ਐਂਡ ਤੱਕ ਆਂਦੇ ਆਂਦੇ ਆਈ ਜਿੱਦਾਂ ਜਿੱਦਾਂ ਮੈਂ ਲੋਕਾਂ ਨੂੰ ਜਾਣਨਾ ਸ਼ੁਰੂ ਕੀਤਾ ਤੇ ਜਿੱਦਾਂ ਜਿੱਦਾਂ ਮੇਰਾ ਇੰਟਰਨੈਟ ਦਾ ਇੱਕ ਮੈਂ ਕਹਿ ਸਕਦਾ ਹਾਂ ਕਿ ਸਾਥ ਰਿਹਾ, ਕਿਉਂਕਿ मैं अमृतसर भी थिएटर करके देख चुका है, जलंधर भी मैं रहा हुआ है। देन आई बिलीव कि अमृतसर ਵਿੱਚ एक्सपोजर बहुत ਜ਼ਿਆਦਾ ਹੈ। ਈਵਨ ਕੁਝ ਲੋਕ ਨੇ ਜੋ ਕੋਈ ਹੋਰ ਕੰਮ ਕਰ ਰਹੇ ਨੇ ਪਰ ਉਹਨਾਂ ਤੋਂ ਪੁੱਛੋਗੇ ਦੇ ਵਿਲ ਸੇ ਕਿ ਹਾਂ ਮੈਂ 2-3 ਸਾਲ ਮੈਂ ਵੀ ਥੀਏਟਰ ਕੀਤਾ ਹੋਇਆ। ਸੋ ਵੀ ਕੈਨ ਸੇ ਕਿ ਅੰਮ੍ਰਿਤਸਰ ਚ ਗੜ ਆਪਾਂ ਕਹਿ ਸਕਦੇ ਅੰਮ੍ਰਿਤਸਰ ਪਟਿਆਲਾ ਜੋ ਕੁਝ ਇੱਕ ਸ਼ਹਿਰ ਨੇ ਉਹਨਾਂ ਦੇ ਗੜ ਹੈ ਥੀਏਟਰ ਦੇ। ਜਲੰਧਰ ਚ ਮੈਨੂੰ ਐਕਸਪੋਜ਼ਰ ਨਹੀਂ ਮਿਲਿਆ, ਮਾਈਟ ਵੀ ਮੇਰਾ এনवायरमेंट ਉਦਾਂ ਦਾ ਨਹੀਂ ਰਿਹਾ। ਤੇ ਇਦਾਂ ਹੈ ਕਿ +1 +2 ਤੋਂ ਬਾਅਦ ਜਦੋਂ ਮੈਂ ਐਕਸਪਲੋਰ ਕਰਨਾ ਸ਼ੁਰੂ ਕੀਤਾ ਕਰੀਅਰ ਕੀ ਕਹਿੰਦੇ ਕਰੀਅਰ ਓਪਰਚੁਨਿਟੀਜ਼ ਮੈਂ ਐਕਸਪਲੋਰ ਕਰਨ ਦੀ ਕੋਸ਼ਿਸ਼ ਕੀਤੀ ਤੇ ਕੁਝ ਇੱਕ ਐਕਟਸ ਇਦਾਂ ਦੇ ਹੋਏ, ਕੁਝ ਇੱਕ ਲੋਕਾਂ ਨੂੰ ਮੈਂ ਦੇਖਿਆ ਜਿੱਦਾਂ ਮੈਂ ਕਿਤੇ ਫਸਟ ਟਾਈਮ ਥੀਏਟਰ ਦੇਖਿਆ, ਫਸਟ ਟਾਈਮ ਸਟੇਜ ਦੇਖਿਆ, ਦੈਨ ਆਈ ਰਿਅਲਾਈਜ਼ ਕਿ ਇਹ ਬਹੁਤ ਹੀ ਆਈ ਡੋਂਟ ਨੋ ਮੈਂ ਵਧੀਆ ਹੈ ਕਿ ਖਰਾਬ ਹੈ ਮੈਂ ਨਹੀਂ ਕਹਿ ਸਕਦਾ, ਬਟ ਉਸ ਚੀਜ਼ ਨੇ ਬਹੁਤ ਅਟਰੈਕਟ ਕੀਤਾ ਮੈਨੂੰ ਐਂਡ ਉਹ ਚੀਜ਼ ਦਿਮਾਗ 'ਚ ਰਹਿ ਗਈ ਕਿਤੇ ਨਾ ਕਿਤੇ। ਦੈਨ ਆਫਟਰ +2 ਆਈ ਆਪਟਡ ਫॉर ਇੰਜੀਨੀਅਰਿੰਗ, ਮੈਂ ਇੰਜੀਨੀਅਰਿੰਗ ਕਰਨ ਗਿਆ ਕਾਲਜ ਤੇ ਮੈਂ ਕਾਲਜ ਵੇਖਿਆ ਨੁੱਕੜ ਨਾਟਕ ਹੁੰਦੇ ਹੋਏ ਤੇ ਆਪਾਂ ਨੁੱਕੜ ਨਾਟਕ ਨੂੰ ਕਿਹੜੇ ਕਾਲਜ ਪੜਿਆ ਅਲੀ, ਕਿਹੜੇ ਕਾਲਜ ਪੜਿਆ ਤੂੰ? ਮੈਂ ਐਕਚੁਅਲੀ ਡੀਏਵੀ ਯੂਨੀਵਰਸਿਟੀ ਪੜਿਆ ਜਲੰਧਰ। ਓਕੇ ਜੀ ਜੀ ਜੀ। ਤੇ ਯੂਨੀਵਰਸਿਟੀ ਵਿੱਚ ਆਈ ਬਿਲੀਵ ਕਿ ਫਸਟ ਟਾਈਮ ਫੈਸਟ ਹੁੰਦੇ ਨੇ, ਜਿੱਦਾਂ ਐਨੂਅਲ ਫੈਸਟ ਜਿਹੜੇ ਹੁੰਦੇ ਨੇ ਜਾਂ ਕੋਈ ਨੈਸ਼ਨਲ ਸੈਂਪਲ ਸਰਵੇ ਵੱਲੋਂ ਹੋ ਗਿਆ ਜਾਂ ਹੋਰ ਚੀਜ਼ਾਂ ਵੱਲੋਂ ਹੋ ਗਿਆ। ਤੇ ਐਟ ਦੈਟ ਟਾਈਮ ਆਈ ਬਿਲੀਵ ਕਿ ਉਸ ਟਾਈਮ ਮੈਂ ਚੀਜ਼ ਦੇਖੀ ਜਿਹੜੀ ਲੋਕਾਂ ਨੂੰ ਕਰਦੇ ਹੋਏ। ਤੇ ਨੁੱਕੜ ਨਾਟਕ ਨੂੰ ਬੇਸਿਕਲੀ ਆਪਾਂ ਇੱਕ ਕਿਸਮ ਨਾਲ ਆਮ ਬੰਦੇ ਜਿਹੜੇ ਆਮ ਬੰਦੇ ਹੋਣਗੇ ਉਹ ਕਿਸੇ ਨੂੰ ਮਦਾਰੀ ਨਾਲ ਰਿਲੇਟ ਕਰਕੇ ਕਰਨਗੇ ਕਿ ਹਾਂ ਜੇ ਕੋਈ 4 ਬੰਦੇ ਆਏ ਨੇ ਬਾਹਰ ਖੜੇ ਨੇ ਕੁਛ ਇਹ ਕਰ ਰਹੇ ਨੇ ਉਹ ਕਰ ਰਹੇ ਨੇ। ਬਟ ਆਈ ਫੈਲ ਕਿ ਜੋ ਨੁੱਕੜ ਨਾਟਕ ਹੈ, ਮੈਂ ਸਿਰਫ ਸਭ ਤੋਂ ਪਹਿਲਾਂ ਐਕਸਪਲੋਰ ਨੁੱਕੜ ਨਾਟਕ ਦੀ ਗੱਲ ਕਰ ਰਿਹਾ। ਆਈ ਫੈਲ ਕਿ ਜੋ ਨੁੱਕੜ ਨਾਟਕ ਹੈ ਇਟਸ ਅ ਬਿਟ ਆਫ ਜ਼ਿਆਦਾ ਚੈਲੰਜਿੰਗ ਤੇ ਸਪੋਂਟੇਨੀਅਸ ਹੈ। ਕਿਉਂ ਹੈ? ਕਿਉਂਕਿ ਇਫ ਯੂ ਕੈਨ ਸੀ ਕਿ ਤੁਹਾਡੇ ਕੋਲ ਟਾਈਮ ਨਹੀਂ ਹੁੰਦਾ, ਠੀਕ ਹੈ, ਮਿਨੀਮਲ ਟਾਈਮ 'ਚ ਜ਼ਿਆਦਾ ਕੁਝ ਬੋਲਣਾ ਹੁੰਦਾ, ਐਫਰਟ ਜ਼ਿਆਦਾ ਦਿਖਾਣੇ ਹੁੰਦੇ ਆ, ਤੁਸੀਂ ਸਿੰਪਲ ਬੋਲ ਨਹੀਂ ਸਕਦੇ। ਬੋਡੀ ਫਾਰਮੇਸ਼ਨਸ, ਤੁਹਾਡੇ ਕੋਲ ਮਾਈਕ ਨਹੀਂ ਹੈ, ਤੁਹਾਨੂੰ ਆਪਣੀ ਗੱਲ ਪੂਰੀ ਦੁਨੀਆ ਕੋ ਦੱਸਣੀ ਹੈ। ਤੇ ਉਸ ਚੀਜ਼ ਨੇ
मतलब कि ਉਸ ਤੋਂ ਬਾਅਦ ਜੋ ਆਡੀਅנס ਦੀ ਅਪਲੌਜ਼ ਜਾਂ ਇੱਕ ਕਹਿ ਸਕਦੇ ਕਿ ਰਿਐਕਸ਼ਨ ਤੁਹਾਡੇ ਉੱਪਰ ਪਿਆ, ਮੈਨੂੰ ਲੋਕ ਬੜੇ ਕੂਲ ਦਿਸੇ, ਸੀਰੀਅਸਲੀ ਮੈਨੂੰ ਐਕਟਰ ਉਸ ਟਾਈਮ ਬੜੇ ਕੂਲ ਦਿਸੇ। ਤੇ ਮੈਂ ਇੱਕ ਸਾਡੇ ਪਾਂਡਵ ਸਰ ਨੇ, ਉਹ ਥੀਏਟਰ ਕਲੱਬ ਦੇ ਕੋਆਰਡੀਨੇਟਰ ਸੀਗੇ ਉਸ ਟਾਈਮ, ਆਪਣੇ ਉਹ ਪੜ੍ਹਦੇ ਸੀਗੇ, ਉਹ ਮਾਸਟਰ ਇਨ ਫਿਜ਼ੀਕਲ ਐਜੂਕੇਸ਼ਨ ਕਰਦੇ ਹੀ, ਤੇ ਤੁਹਾਡਾ ਜ਼ਿਕਰ ਵੀ ਚੱਲਦਾ ਰਿਹਾ, ਉਹ ਕਾਫੀ ਤੁਹਾਨੂੰ ਆਈਡਲਾਈਜ਼ ਕਰਦੇ ਆ ਉਹ, ਆਈ ਡੋਂਟ ਨੋ ਤੁਹਾਨੂੰ ਮਿਲੇ ਹੋਣਗੇ ਕਿ ਨਹੀਂ। ਤੇ ਉਹਨਾਂ ਨਾਲ ਮੈਂ ਗੱਲ ਕੀਤੀ ਕਿ ਸਰ ਮੈਂ ਇੱਦਾਂ ਕਰਨਾ ਚਾਹੁੰਦਾ ਐਂਡ ਆਲ। ਨਕੁਲ ਕੁੰਦਰਾ ਸਰ ਸਾਡੇ ਪ੍ਰੋਫੈਸਰ ਸੀਗੇ, ਤੇ ਦੇ ਪ੍ਰੋਵਾਈਡਡ ਮੀ ਚਾਂਸਸ, ਐਂਡ ਉਹਨਾਂ ਨੇ ਕਿਹਾ ਕਿ ਚਲੋ ਠੀਕ ਹੈ ਤੁਸੀਂ, ਕਿਉਂਕਿ ਉਸ ਟਾਈਮ ਕਮੀ ਵੀ ਸੀਗੀ, ਉਸ ਕਮੀ ਦੇ ਹਿੱਸੇ ਮੈਨੂੰ ਚਾਂਸ ਮਿਲਿਆ ਤੇ ਮੈਂ 2-3 ਨੁੱਕੜ ਨਾਟਕ ਉੱਥੇ ਕੀਤੇ। ਫਸਟ ਟਾਈਮ ਤੁਸੀਂ ਐਕਟ ਕਰਦੇ ਹੋ ਭੀੜ ਦੇ ਵਿੱਚ, ਉਹੀ ਤੁਸੀਂ ਡਫਲੀ ਜਾਂ ਕੁਝ ਵਜਾ ਕੇ ਆ ਰਹੇ ਹੋ, ਬੋਡੀ ਫਾਰਮੇਸ਼ਨਸ ਕਰ ਰਹੇ ਹੋ, ਕੁਝ ਗੱਲਾਂ ਦੱਸ ਰਹੇ ਹੋ, ਤੇ ਉਸ ਚੀਜ਼ ਨੇ ਟ੍ਰਿਗਰ ਕੀਤਾ ਕਾਫੀ, ਲਾਈਕ ਕੁਝ ਜਿਹੜੇ ਆਪਾਂ ਕਹਿੰਦੇ ਹਾਰਮੋਨਸ ਟ੍ਰਿਗਰ ਹੁੰਦੇ ਆ ਬ੍ਰੇਨ 'ਚ, ਹਨਾ, ਰਿਵਾਰਡ ਪੁਆਇੰਟਸ ਜਿਹੜੇ ਟ੍ਰਿਗਰ ਹੁੰਦੇ ਆ, ਉਸ ਚੀਜ਼ ਨਾਲ ਮੈਨੂੰ ਕਾਫੀ ਵਧੀਆ ਲੱਗਾ। ਉਸ ਤੋਂ ਬਾਅਦ ਸਭ ਤੋਂ ਵੱਡਾ ਇੱਕ ਐਕਸਪੋਜ਼ਰ ਸੀ ਜਦੋਂ ਮੈਂ ਪੀਯੂ ਕੈਂਪਸ ਗਿਆ ਸੀਗਾ, ਜ਼ੋਨਲ ਕੈਂਪਸ ਹੁਸ਼ਿਆਰਪੁਰ, ਤੇ ਉੱਥੇ ਇੰਟਰ ਯੂਨੀਵਰਸਿਟੀ ਕੰਪੀਟੀਸ਼ਨ ਚੱਲ ਰਹੀ, ਤੇ ਉਸ ਟਾਈਮ ਜਦੋਂ ਉਹਨਾਂ ਦੇ ਨੁੱਕੜ ਨਾਟਕ ਦੇਖੇ, then I believe ਕਿ ਸਾਡਾ ਤਾਂ 10ਵਾਂ ਹਿੱਸਾ ਵੀ ਨਹੀਂ ਹੈ ਉਹਦਾ, ਕਿ ਉਹਨਾਂ ਦੀ ਫਾਰਮੇਸ਼ਨਸ ਨੇ, ਜੋ ਸ਼ਿਵ ਤਾਂਡਵ ਦਿਖਾ ਰਹੇ ਆ, ਸ਼ਿਵ ਜੀ ਦੇ ਹੱਥ ਨੂੰ ਤੁਰਦਾ ਹੋਇਆ ਦਿਖਾ ਰਹੇ ਆ, ਹਾਥੀ ਦੀ ਫਾਰਮੇਸ਼ਨ ਦਿਖਾ ਰਹੇ ਆ, ਤਾਂ I believe ਕਿ ਯੈਸ, ਜੋ ਇਹ ਚੀਜ਼ ਹੈ, ਇਸ ਚੀਜ਼ ਨੂੰ ਜੇ ਫ੍ਰੀ 'ਚ ਵੀ ਕਰਨਾ ਪਵੇ ਤਾਂ ਮੈਂ ਕਰ ਸਕਦਾ। ਤੇ ਇਸ ਚੀਜ਼ ਨਾਲ ਸ਼ੁਰੂਆਤ ਹੋਈ। ਉਸ ਤੋਂ ਬਾਅਦ ਆਫਟਰ ਕਾਲਜ ਤੁਹਾਡੇ ਬਾਰੇ ਪਤਾ ਲੱਗਾ, ਮੈਂ ਜੁਆਇਨ ਕੀਤਾ, ਦੈਨ ਇਟਸ ਔਨ। ਮੈਂ ਕਾਫੀ, ਮੈਨੂੰ ਆਈ ਫੈਲਟ ਲੱਕੀ ਕਿ ਮੈਨੂੰ ਪਹਿਲਾ ਸਟੇਜ ਵੀ ਤੁਹਾਡੇ ਆਪਣੇ ਵਿਰਸਾ ਵਿਹਾਰੀ ਮਿਲਿਆ ਸੀ ਜਦੋਂ ਆਪਾਂ ਟੈਂਪੇਸਟ ਕੀਤਾ ਸੀ, ਤੇ ਫਸਟ ਟਾਈਮ ਮੇਰਾ ਫਸਟ ਐਕਸਪੋਜ਼ਰ ਸੀ, ਤੋਂ ਪਹਿਲਾਂ ਮੇਰਾ ਨਹੀਂ ਸੀ, ਤੇ ਕਾਫੀ ਵਧੀਆ ਜੋ ਸਾਡੇ ਸਾਥੀ ਸੀਗੇ, ਜਾਂ ਸਾਨੂੰ ਪਾਰਥ ਚੈਟਰਜੀ ਸਰ ਜਾਂ ਪ੍ਰੀਤਪਾਲ ਲੁਬਾਣਾ ਸਰ ਨੇ ਪ੍ਰੋਡਕਸ਼ਨ 'ਚ ਸਮਝਾਇਆ, ਮੇਰੇ ਵਾਸਤੇ ਤਾਂ ਫਸਟ ਟਾਈਮ ਐਕਸਪੋਜ਼ਰ ਹੀ ਸੀਗਾ। ਐਕਸਪੋਜ਼ਰ ਕਹਿ ਸਕਦੇ ਹੋ, ਮੈਂ ਤਾਂ ਜਾਣਦਾ ਵੀ ਨਹੀਂ ਸੀ ਕਿ ਵਾਟ ਆਰ ਦੀ ਸਾਇੰਸ ਬਿਹਾਈਂਡ ਦੈਟ, ਕਿੱਦਾਂ ਬੋਲਣਾ ਹੈ, ਕਿੱਦਾਂ ਕੀ ਕਰਨਾ ਹੈ, ਐਂਡ ਆਈ ਸਟਿਲ ਫੀਲ ਕਿ ਹੋਰ ਵਧੀਆ ਹੋ ਸਕਦਾ ਸੀ, ਤੇ ਸੌਰਟ ਆਫ ਥਿੰਗਸ ਚੱਲੀ ਜਾ ਰਹੀਆਂ ਲਾਈਫ 'ਚ, ਤੇ ਬਸ ਆਹੀ ਐਕਸਪੋਜ਼ਰ ਸੀ ਮੇਰੀ ਛੋਟੀ ਜਰਨੀ ਜੋ ਅਲੀ, ਤੁਸੀਂ ਪਹਿਲੇ ਕਦੀ ਸਕੂਲ ਵਿੱਚ ਵੀ ਕੁਝ ਕਰਦੇ ਰਹੇ, ਛੋਟੀ ਮੋਟੀ ਐਕਟੀਵਿਟੀ? ਹਾਂ ਬਿਲਕੁਲ, ਸਕੂਲ 'ਚ ਇੱਦਾਂ ਮੋਸਟਲੀ ਜੇ ਸਕੂਲ 'ਚ ਦੇਖੋਗੇ ਨਾ ਇੰਡੀਆ 'ਚ, ਨਾਰਮਲੀ ਟੀਚਰ ਉਹਨਾਂ ਬੱਚਿਆਂ ਨੂੰ ਗ੍ਰੈਬ ਕਰਦੇ ਨੇ ਜਿਹੜੇ ਕਾਫੀ ਐਕਟਿਵ ਹੁੰਦੇ ਨੇ ਕਲਾਸ 'ਚ, ਰਾਈਟ, ਕੁਛ ਜਿਹੜੇ ਐਕਟਿਵ ਹੋਣ ਜਾਂ ਚੰਚਲ ਹੋਣ, ਮੇਸਲੀ ਜਿਹੜੇ ਸ਼ਰਾਰਤੀ ਹੋਣ, ਮੈਂ ਤੁਹਾਨੂੰ ਇਹ ਨਾ ਕਹਾਂਗਾ। ਆਈ ਵਾਜ਼ ਵਨ ਆਫ ਦੈਟ ਕਾਈਂਡ ਆਫ ਸਟੂਡੈਂਟ। ਤੇ ਐਕਚੁਅਲੀ ਇੱਦਾਂ ਸੀ ਕਿ ਮੇਰਾ ਫਸਟ ਜੋ ਸਟੇਜ ਤੇ ਸੀ, ਉਦੋਂ ਮੈਂ ਆਈ ਗੈਸ 4th 'ਚ ਹੁੰਦਾ ਸੀ, 4th ਜਾਂ 5th 'ਚ ਹੁੰਦਾ ਸੀ, ਉਦੋਂ ਮੂਵੀ ਆਈ ਸੀ ਮੁੰਨਾ ਭਾਈ MBBS ਆਈ ਗੈਸ। ਹਾਂ, ਤੇ ਉਸ ਮੂਵੀ 'ਚ ਮੈਨੂੰ ਇੱਕ ਮੋਨੋਲੋਗ ਹੀ ਸੀ, ਜਦੋਂ ਮੁੰਨਾ ਭਾਈ ਬਣਿਆ ਸੀ, ਡਾਕਟਰ ਬਣਿਆ ਸੀ, ਮਤਲਬ ਕਰਦੇ ਤਾਂ ਉਹਦੇ ਖੁਸ਼ ਹੋ ਜਾਂਦੇ ਕਿ ਡਾਕਟਰ ਬਣੂ ਕੇ ਤਿਆਰ ਸ਼ਿਆਰ ਕਰਕੇ ਭੇਜਤਾ। ਤੇ ਆਈ ਰਿਮੈਂਬਰ ਕਿ ਮੈਂ ਗਿਆ, ਤੇ ਬਸ ਮੈਂ ਗਿਆ, ਇੰਨਾ ਫਸਟ ਟਾਈਮ ਸਟੇਜ ਤੇ ਬਹੁਤ ਡਰ ਲੱਗਦਾ ਹੈ, ਹੱਥ ਪੈਰ ਕੰਬਦੇ ਸੀ, ਤੇ ਮੈਂ ਮਾਈਕ ਦੇ ਅੱਗੇ ਜਾ ਕੇ ਨਾ ਇੱਕਦਮ ਮੂੰਹ ਨਾਲ ਬੋਲ ਆਇਆ, ਕਿਸੇ ਨੂੰ ਡਾਇਲੋਗ ਸਮਝ ਨਹੀਂ ਆਇਆ, ਬਸ ਆਈ ਡੋਂਟ ਨੋ ਕੁਝ ਹੋ ਗਿਆ, ਉਹ ਬਸ 20 ਸੈਕਿੰਡ ਦਾ ਰੂਲ ਸੀ, ਖਤਮ ਹੋ ਗਿਆ। ਉਸ ਤੋਂ ਬਾਅਦ ਮੈਨੂੰ 8th 'ਚ ਆਈ ਗੈਸ ਮੈਂ ਸਟੇਜ ਤੇ ਗਿਆ ਸੀਗਾ, ਇੱਕ ਹੁੰਦੀ ਸੀ ਆਪਣੇ ਬਚਪਨ 'ਚ ਸਟੋਰੀ ਹੁੰਦੀ ਸੀ, ਅੰਧੇਰ ਨਗਰੀ ਵਾਲੀ, ਅੰਧੇਰ ਨਗਰੀ ਚੌਪਟ ਰਾਜਾ ਕੁਛ ਏਦਾਂ, ਜੀ। ਤੇ ਮੈਂ ਉਹ ਵਾਲਾ ਇੱਕ ਲੰਬੋਦਰ ਟਾਈਪ ਜੋ ਇੱਕ ਉਹ ਸੀ, ਕੀ ਨਾਮ ਇਹਦਾ, ਐਕਟ ਸੀ, ਜਿਸ ਨੂੰ ਬਚਾਉਣ ਜਾਂਦੇ ਆ ਗੁਰੂ ਜੀ, ਜੋ ਲਾਲਚ ਦੇ ਚੱਕਰਾਂ 'ਚ ਰਹਿ ਜਾਂਦਾ ਅੰਧੇਰ ਨਗਰੀ, ਜਿਹਦੇ ਨੂੰ ਫਾਂਸੀ ਲੱਗਣ ਲੱਗ ਪੈਂਦੀ ਹੈ। ਤੇ ਉਹੀ ਬਚਪਨ ਦੇ ਦੋਸਤ, ਉਹ ਪਤਾ ਨਹੀਂ ਲੱਗਦੇ ਉਸ ਟਾਈਮ ਮੈਨੂੰ ਐਕਟਿੰਗ ਕਹਿੰਦੇ ਕੀ ਕਹਿੰਦੇ, ਸਟੇਜ ਤੇ ਗਏ, ਤੇ ਐਕਚੁਅਲੀ ਜੋ ਤਾਲੀਆਂ ਵੱਜਦੀਆਂ ਨਾ, ਵਟ ਐਵਰ ਯੂ ਹੈਵ ਡਨ, ਆਈਦਰ ਯੂ ਹੈਵ ਕੁਝ ਥਾਟ ਬੋਲ ਕੇ ਆਏ ਜਾਂ ਕੁਝ ਵੀ ਕਰਕੇ ਆਏ, ਉਸ ਚੀਜ਼ ਮੈਨੂੰ ਬਹੁਤ ਟ੍ਰਿਗਰ ਕਰਦੀ ਹੈ। ਬਸ ਇਹ ਸੀ, ਤੇ ਏਦਾਂ ਹੀ ਚੱਲਦਾ ਰਿਹਾ। 8th 9th 'ਚ ਕੁਝ ਨਾ ਕੁਝ ਕਰਦੇ ਰਹੇ। ਫਿਰ ਵਾਟ ਯੂ ਸੇ, ਮਿਮਿਕਰੀ ਵਿੱਚ ਵੀ ਭੇਜਤਾ। ਮਿਮਿਕਰੀ ਤਾਂ ਨਹੀਂ ਹੁੰਦੀ ਹੈ, ਆਪਾਂ ਨੂੰ ਪਤਾ ਨਹੀਂ ਰੂਲ ਹੁੰਦਾ ਕਿ ਆਪਾਂ ਕੁਝ ਵੀ ਬੋਲ ਕੇ ਉਹਨੂੰ ਭੇਜ ਦਿੰਦੇ ਹੁੰਦੇ, ਮਾਈਮ ਕਹਿ ਕੇ ਭੇਜ ਦਿੰਦੇ ਆ, ਬਟ ਠੀਕ ਹੈ, ਵਟ ਐਵਰ ਇਟ ਇਜ਼, ਕਿਤੇ ਨਾ ਕਿਤੇ ਉਸਨੇ ਲਾਈਫ 'ਚ ਹੈਲਪ ਕੀਤਾ, ਤੇ ਇੱਕ ਕੌਨਫੀਡੈਂਟ ਬੰਦਾ ਬਣਨ ਵਿੱਚ ਕੀਤਾ। ਕੌਨਫੀਡੈਂਟ ਕੋਈ ਨਹੀਂ ਹੁੰਦਾ, ਆਈ ਬਿਲੀਵ ਕਿ ਮੈਂ ਨਹੀਂ ਫੀਲ ਕਰਦਾ ਕਿ ਮੈਂ ਕੌਨਫੀਡੈਂਟ ਹੈ, ਬਟ ਯੈਸ, ਮੈਂ ਜਿਹੜੀ ਬੋਡੀ ਜੋ ਨਰਵਸਨੈਸ ਹੈ ਉਸਨੂੰ ਮੈਂ ਕੋਪ ਅਪ ਕਰ ਲੈਂਦਾ ਹੈ। ਦੈਟ ਸਭ ਡਰਦੇ ਆ, ਬਟ ਉਹੀ ਹੁੰਦਾ ਕਿ ਜਦੋਂ ਤੁਸੀਂ ਇੱਕ ਵਾਰ ਸ਼ੁਰੂ ਹੋ ਜਾਂਦੇ ਹੋ, ਫਿਰ ਇੱਕ ਵਾਰ ਜੇ ਤੁਹਾਡਾ ਨਿਕਲ ਜਾਵੇ, ਫਿਰ ਤੁਸੀਂ ਓਵਰ ਹੀ ਕਰਨ ਲੱਗ ਪੈਂਦੇ ਹੋ। ਕਈ ਲੋਕ ਮੈਂ ਦੇਖੇ, ਇਨਕਲੂਡਿੰਗ ਮੀ, ਕਿ ਸਟੇਜ ਤੇ ਚਲੇ ਜਾਓ, ਕੌਨਫੀਡੈਂਸ ਆ ਗਿਆ, ਓਵਰ ਕਰੀ ਜਾਓ, ਯੂ ਡੋਂਟ ਮਤਲਬ ਕੇਅਰ ਕਿ what the next person is thinking about you or whatever it is. But yes, this is the one of the best way to realize that what exactly you are and what exactly you are capable of in front of lots of people. ਬਿਲਕੁਲ ਬਿਲਕੁਲ। ਮੈਂ ਇਸ ਲਈ ਜਾਣਨਾ ਚਾਹ ਰਿਹਾ ਸੀ ਕਿ ਸ਼ੁਰੂਆਤ ਤੋਂ ਤੁਹਾਡੀ ਜਿਹੜੀ ਹੈ ਕਿੱਦਾਂ ਬੈਕਗ੍ਰਾਉਂਡ ਰਹੀ, ਥੋੜਾ ਵੀ ਜ਼ਰੂਰ ਮਨ ਦੇ ਵਿੱਚ ਹੋਏਗਾ, ਸਕੂਲ ਟਾਈਮ ਚਲੀ ਕੁਝ ਕਰਦਾ ਰਿਹਾ ਹੋਏਗਾ, ਤੇ ਫਿਰ ਉਸ ਤੋਂ ਬਾਅਦ ਉਹਨੂੰ ਕਾਲਜ ਦੇ ਵਿੱਚ ਜਾ ਕੇ ਲੱਗਾ,
ਕਿ ਹਾਂ ਮੈਂ ਕੁਝ ਹੋਰ ਕਰਾਂ। ਇਸ ਦੌਰਾਨ ਕਦੇ ਅਲੀ ਇਹ ਨਹੀਂ ਸੋਚਿਆ ਕਿ ਜਲੰਧਰ ਦੇ ਵਿੱਚ ਕੁਝ ਥੀਏਟਰ ਗਰੁੱਪ ਹੈਗੇ ਨੇ, ਬਹੁਤ ਜ਼ਿਆਦਾ ਤਾਂ ਨਹੀਂ ਪਰ ਫਿਰ ਵੀ ਕੁਝ ਇੱਕ ਹੈਗੇ ਨੇ ਜਿਹੜੇ ਥੀਏਟਰ ਕਰਦੇ ਆ, ਜਾਂ ਜਲੰਧਰ ਦੇ ਵਿੱਚ ਦੂਰਦਰਸ਼ਨ ਹੈ, ਜਲੰਧਰ ਦੇ ਵਿੱਚ ਗਦਰੀ ਬਾਬਿਆਂ ਦਾ ਮੇਲਾ ਹੁੰਦਾ ਹੈ, ਉੱਥੇ ਨਾਟਕ ਹੁੰਦੇ ਆ, ਰਿਹਰਸਲਾਂ ਹੁੰਦੀਆਂ, ਹੋਰ ਆਡੀਟੋਰੀਅਮ ਦੇ ਵਿੱਚ ਕੁਝ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਕੰਟੈਕਟ ਕਦੀ ਰਿਹਾ? am I audible? Hello? हाँ हाँ, आवाज आ रही है जी सर, जी एक्चुअली इतना सी ना सर कि बीइंग फ्रॉम ए कंजर्वेटिव फैमिली ਤੁਸੀਂ ਇਹ ਚੀਜ਼ਾਂ ਨੂੰ ਐਕਸਪਲੋਰ ਨਹੀਂ ਕਰਦੇ। ਮਤਲਬ ਕਿ ਆਈ ਡੋਂਟ ਨੋ ਕਿ ਮੇਰੇ ਜਲੰਧਰ ਵਿੱਚ ਡਾਂਸ ਸਕੂਲਸ ਵੀ ਹੋਣਗੇ, ਹਨਾ, ਐਕਟਿੰਗ ਸਕੂਲਸ ਵੀ ਹੋਣਗੇ, ਆਈ ਬਿਲੀਵ ਕਿ ਹੋਣਗੇ, ਬਟ ਤੁਸੀਂ ਕੀ ਸੋਚਦੇ ਹੋ ਕਿ ਫੈਮਲੀਜ਼ ਇਨਵੈਸਟ ਔਨ ਯੋਰ ਐਜੂਕੇਸ਼ਨ ਮੋਸਟ ਪ੍ਰੋਬਬਲੀ। ਮੈਂ ਬਹੁਤ ਸਿੰਪਲ ਫੈਮਿਲੀ ਤੋਂ ਬਿਲੋਂਗ ਕਰਦਾ ਐਂਡ ਆਲ, ਤੇ ਜੇ ਮੈਂ ਆਪਣੇ ਫਾਦਰ ਨੂੰ ਕਹਾਂ ਕਿ ਮੈਨੂੰ 1 ਲੱਖ ਰੁਪਏ ਇਸ ਟਾਈਮ ਚਾਹੀਦਾ ਹੈ ਫॉर ਮੈਂ ਪਲੇ ਸਟੇਸ਼ਨ ਖਰੀਦਣਾ ਹੈ, ਗੇਮ ਖਰੀਦਣੀ ਹੈ, ਜਾਂ ਮੈਂ ਬਾਈਕ ਲੈਣੀ ਹੈ, ਤੇ ਉਹ ਸੋਚਣਗੇ, ਬਟ ਨਹੀਂ ਸ਼ਾਇਦ ਨਾ ਕਰ ਦੇਣ। ਬਟ ਜੇ ਉਹਨਾਂ ਨੂੰ ਕਿਹਾ ਜਾਵੇ ਕਿ ਬਈ ਇਹ ਤੁਹਾਡੇ ਮੁੰਡੇ ਦੀ ਕਾਲਜ ਫੀਸ ਹੈ, ਯੈਸ ਰਾਈਟ, ਇਹਨਾਂ ਨੂੰ ਪ੍ਰੋਸੀਡ ਕਰਨਾ ਹੈ, ਇਸ ਡਿਗਰੀ ਦੀ ਫੀਸ ਹੈ ਜਾਂ ਕੋਈ ਕੋਰਸ ਕਰ ਰਿਹਾ ਉਹਦੀ ਫੀਸ ਹੈ, ਦੈਨ ਉਹ ਆਈ ਡੋਂਟ ਨੋ ਕਿ ਪੈਸੇ ਕਿੱਥੋਂ ਆ ਜਾਣਗੇ, ਸ਼ਾਇਦ ਉਹ ਬਹੁਤ ਹੈਡ ਕਰਕੇ ਪੈਸੇ ਦੇ ਦੇਣਗੇ। ਡਿਪੈਂਡਸ ਔਨ ਪ੍ਰਾਇੋਰਟੀ, ਰਾਈਟ। ਮੈਨੂੰ ਇਹ ਮਿਲਿਆ ਹੀ ਨਹੀਂ ਕਦੇ ਜ਼ਿੰਦਗੀ 'ਚ। ਹਾਂ, ਮੈਂ +1 +2 'ਚ ਸੀਗਾ, ਤੇ ਮੇਰਾ ਇੱਕ ਫਰੈਂਡ ਸੀ ਰਾਘਵ, ਆਈ ਥੋਟ ਮੈਂ ਤਾਂ ਨਾਲ ਗੱਲ ਕੀਤੀ ਉਹਦੇ ਬਾਰੇ, ਤਾਂ ਹੀ ਵਾਸ ਸੇਇੰਗ ਕਿ KL ਸਹਿਗਲ ਆਡੀਟੋਰੀਅਮ ਹੈ ਕੁਛ ਇੱਦਾਂ ਕਰਕੇ ਆਪਣਾ, ਹਨਾ, ਦੂਰਦਰਸ਼ਨ ਕੇਂਦਰ ਲੱਗ ਗਿਆ, ਆਈ ਗੈਸ ਤੁਸੀਂ ਤਾਂ ਉੱਥੇ ਵੀ ਗਏ ਹੋਏ ਜੀ। ਤੇ ਉੱਥੇ ਜਾ ਕੇ ਆਈ ਫੈਲਟ ਕਿ ਹਾਂ ਮੈਂ ਉਸ ਟਾਈਮ ਕੁਝ ਹੋਰ ਕਰਨ ਗਿਆ ਹੈਗਾ, ਮੈਂ ਉੱਥੇ ਥੀਏਟਰ ਦੇਖਿਆ ਹੀ, ਬਟ ਤੁਸੀਂ ਸਾਇੰਸ ਸਟੂਡੈਂਟ ਹੋ, ਤੁਹਾਡੀ ਲਿਮਿਟੇਸ਼ਨਸ ਹੁੰਦੀਆਂ। ਸਾਇੰਸ ਸਟੂਡੈਂਟ ਦਾ ਤੁਸੀਂ ਪੜ੍ਹ ਰਹੇ ਹੋ, ਨਹੀਂ ਪੜ੍ਹ ਰਹੇ ਹੋ, ਕੁਝ ਨਹੀਂ, ਪਰ ਤੁਹਾਡੇ ਮਾਈਂਡ 'ਚ ਗੱਲ ਆਏਗੀ। ਫੋਰ ਐਗਜ਼ਾਮਪਲ ਜੇ ਤੁਸੀਂ ਡਾਕਟਰੀ ਦੀ ਪੜ੍ਹਾਈ ਕਰ ਰਹੇ ਹੋ, ਜੇ ਤੁਹਾਨੂੰ ਮੈਂ ਕਹਾਂ ਕਿ 1 ਸਾਲ ਚੱਲ ਥੀਏਟਰ ਕਰ ਲਾ ਜਾਂ ਕੁਝ ਕਰ ਲਾ, ਤੁਸੀਂ ਇੱਕ ਟਾਈਮ ਵਾਸਤੇ ਇਹ ਜ਼ਰੂਰ ਕਹੋਗੇ ਕਿ ਯਾਰ ਮੈਂ ਡਾਕਟਰੀ ਕਰ ਰਿਹਾ, ਸ਼ਾਇਦ ਮੇਰੀ ਪੜ੍ਹਾਈ ਨਾ ਚਲੀ ਜਾਵੇ। ਆਈਦਰ 1 ਸਾਲ ਤੁਸੀਂ ਕੁਝ ਨਹੀਂ ਕਰ ਰਹੇ, ਕਾਲਜ ਜਾ ਰਹੇ ਹੋ, ਆ ਰਹੇ ਹੋ, ਉਹ ਮਾਈਂਡ ਸੈਟ ਸੀਗਾ, ਤੇ ਮੈਂ ਨਹੀਂ ਗਿਆ, ਬਾਈ ਚੋਇਸ ਨਹੀਂ ਗਿਆ। ਕਿ ਮੇਰੀ ਪ੍ਰੋਬਲਮ ਹੈ, ਆਈ ਹੈਵ ਦੀ ਬਿਗੇਸਟ ਫਲॉ ਇਨ ਮਾਈ ਮਾਈਂਡ, ਆਪਣੀ ਸਭ ਤੋਂ ਵੱਡੀ ਕਮੀ ਹੈ ਕਿ ਮੈਂ ਚੀਜ਼ਾਂ ਬਹੁਤ ਜ਼ਿਆਦਾ ਟਾਲਦਾ। ਲਾਈਕ ਹਾਲੇ 12ਵੀਂ ਹੈ ਯਾਰ, ਡਿਗਰੀ ਚੱਲ ਜਾਂਦੇ ਆ, ਡਿਗਰੀ ਹੋ ਲੈ, ਡਿਗਰੀ ਹੈ ਯਾਰ, ਇੰਜੀਨੀਅਰਿੰਗ ਡਿਗਰੀ ਹੋ ਲੈਂਦੇ ਫਿਰ ਕਰ ਲਾਂਗੇ, ਜੌਬ ਹੈ ਯਾਰ, ਜੌਬ ਕਰ ਲੈ ਫਿਰ ਕਰ ਲਾਂਗੇ। ਇਹ ਫਿਰ ਜਿਹੜਾ ਨਾ ਉਹ ਆਈ ਬਿਲੀਵ ਕਦੀ ਨਹੀਂ ਆਉਂਦਾ, ਇਹ ਇਸ ਟਾਈਮ ਹੀ ਆਉਂਦਾ ਹੈ। ਉਸ ਮੈਂ ਜੋ ਤੁਹਾਡੇ ਕੋਲ ਆਇਆ ਉਹ ਬਾਈ ਲੱਕ, ਜਿਨ੍ਹਾਂ ਨੇ ਮੈਨੂੰ ਕ੍ਰਿਟਿਸਾਈਜ਼ ਕਰਕੇ, ਗਾਲਾਂ ਕੱਢ ਕੇ, ਧੱਕੇ ਮਾਰ ਕੇ, ਤੂੰ ਜਾਣਾ ਚਾਹੀਦਾ ਹੈ, ਜੋ ਕੁਝ ਵੀ ਚੱਲ, ਜਦੋਂ ਜੌਬ ਦੀ ਤੇਰੀ ਪੋਸਟਿੰਗ ਆ ਜਾਏਗੀ ਤੂੰ ਫਿਰ ਚਲੇ ਜਾਈਂ। ਆਈ ਬਿਲੀਵ ਕਿ ਜਦੋਂ ਮੈਂ ਤੁਹਾਡੇ ਕੋਲ ਥੀਏਟਰ ਕਰ ਰਿਹਾ, ਉਸੇ ਟਾਈਮ ਮੇਰੀ ਜੌਬ ਦੀ ਵੀ ਆਈ ਸੀ, ਮੈਂ ਗੱਲ ਕੀਤਾ ਸੀ ਤੁਹਾਡੇ ਨਾਲ ਕਿ ਸਰ ਮੈਂ ਇਸ ਟਾਈਮ ਜਾਣਾ ਵੀ ਹੈ। ਦੈਨ ਇਹੀ ਇੱਕ ਰੀਜ਼ਨ ਰਿਹਾ ਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਨਹੀਂ ਜਾ ਪਾਇਆ ਥੀਏਟਰ ਵੱਲ, ਕਿਉਂਕਿ ਇੱਕ ਆਮ ਕੰਜ਼ਰਵੇਟਿਵ ਫੈਮਿਲੀ ਜੇ ਤੁਸੀਂ ਕਹੋ ਕਿ ਇਹ ਮੁੰਡਾ ਥੀਏਟਰ ਕਰਦਾ ਹੈ, ਇੰਨਾ ਜੇ ਮੈਂ ਤੁਹਾਨੂੰ ਕੱਲ ਕਹਿ ਦਵਾਂ ਆਪਣੇ ਪੇਰੈਂਟਸ ਨੂੰ ਕਹਿ ਦਵਾਂ ਕਿ ਜੀ ਮੈਂ ਐਕਟਰ ਬਣਨਾ ਚਾਹੁੰਦਾ, ਹੁਣ ਤਾਂ ਚਲੋ ਇਹਦਾ ਮਾਈਂਡ ਬਹੁਤ ਬਰੋਡ ਹੈ, ਬਟ ਕਿਸੇ ਇੱਕ ਬਹੁਤ ਹੀ ਕੀ ਕਹਿੰਦੇ ਦਕੀਆਂ ਨੂੰ ਸੀ ਫੈਮਿਲੀ ਜਾ ਕੇ ਲੋਕਾਂ ਨੂੰ ਬੋਲੋ ਦੇ ਵਰ ਲਾਈਕ ਕਿ ਤੂੰ ਹੀਰੋ ਬਣੇਗਾ। ਦੀ ਓਨਲੀ ਥਿੰਕ ਕਿ ਐਕਟਰ ਦਾ ਮਤਲਬ ਇੱਕ ਹੀਰੋ ਬਣਨ ਦੀ ਕੋਸ਼ਿਸ਼ ਕਰਨ ਵਾਲਾ ਬੰਦਾ ਜੋ ਕੈਮਰੇ ਅੱਗੇ ਆਉਂਦਾ ਹੈ, ਬਟ ਇਹ ਬਹੁਤ ਵਾਸਟ ਓਸ਼ਨ ਹੈ ਜਿਹਦੇ ਵਿੱਚ ਬਹੁਤ ਮਛਲੀਆਂ ਨੇ, ਬਹੁਤ ਸ਼ਿਪਸ ਨੇ, ਬਹੁਤ ਆਈਲੈਂਡਸ ਨੇ, ਦੈਟ ਆਈ ਬਿਲੀਵ। ਅਲੀ ਜਿਵੇਂ ਐਕਚੁਅਲੀ ਅੱਜ ਤੇਰੇ ਨਾਲ ਜਿਹੜੀ ਗੱਲਬਾਤ ਹੋ ਰਹੀ ਹੈ ਇਹ ਟੋਟਲੀ ਡਿਫਰੈਂਟ ਹੈ। ਇਹ ਯਾਨੀ ਕਿ ਇੱਕ ਐਕਟਰ ਹੈ, ਉਹਦੇ ਖਾਬ ਨੇ, ਉਹ ਬਣਨਾ ਚਾਹੁੰਦਾ ਹੈ, ਪਰ ਕੁਝ ਫੈਮਿਲੀ, ਕੁਝ ਉਹਦੇ ਜੌਬ, ਕੁਝ ਉਹ ਸਾਰੇ ਜਿਹੜੇ ਸੁਪਨੇ ਆ ਉਹਦੇ ਸੁਪਨੇ ਆ, ਪਰ ਅਜੇ ਉਹ ਸੁਪਨਿਆਂ ਨੂੰ ਖੰਭ ਨਹੀਂ ਮਿਲੇ, ਹੈ ਨਾ, ਕਹਿ ਲਓ ਵੀ ਉਹ ਅਜੇ ਉਹ ਉੱਡ ਨਹੀਂ ਸਕਦਾ ਪਿਆ ਜਿਹੜਾ। ਤੇ ਮੈਂ ਤਾਂ ਕਰਕੇ ਤੇਰੇ ਨਾਲ, ਕਿਉਂਕਿ ਤੇਰੇ ਵਰਗੇ ਬਹੁਤ ਸਾਰੇ ਹੋਰ ਯੰਗ ਐਕਟਰ ਹੋਣਗੇ, ਯੰਗ ਕ੍ਰੀਏਟਿਵ ਲੋਕ ਹੋਣਗੇ ਜਿਨ੍ਹਾਂ ਦੇ ਜਿਹੜੇ ਸੁਪਨਿਆਂ ਨੂੰ ਖੰਭ ਨਹੀਂ ਮਿਲਦੇ, ਉਹ ਕੁਝ ਕਰ ਨਹੀਂ ਪਾਉਂਦੇ, ਉਹ ਚਾਹੁੰਦੇ ਆ, ਉਹ ਹੁੰਦਾ, ਉਹਨਾਂ ਕੋਲ ਟੈਲੈਂਟ ਵੀ ਹੈ। ਔਰ ਮੈਂ ਤੈਨੂੰ ਤੇਰਾ ਟੈਲੈਂਟ ਦੇਖਿਆ ਵਾ, ਮੈਂ ਇਸ ਕਰਕੇ ਤੇਰੇ ਨਾਲ ਅੱਜ ਸਪੈਸ਼ਲੀ ਅਲੱਗ ਗੱਲ ਕਰ ਰਿਹਾ, ਕਿਉਂਕਿ ਮੈਂ ਪਿਛਲੇ ਦਿਨਾਂ 'ਚ ਕੋਈ 70 ਜਾਂ 72 ਲੋਕਾਂ ਨਾਲ ਗੱਲ ਕਰ ਚੁੱਕਾ ਵਾਂ, ਔਰ ਅੱਜ ਮੈਨੂੰ ਫਿਰ ਇੱਕ ਲੱਗਾ ਕਿ ਮੈਂ ਕਿਹਾ ਓਕੇ, ਅਲੀ ਇੱਕ ਬਿਲਕੁਲ ਡਿਫਰੈਂਟ ਇਹਦੀ ਜਰਨੀ ਹੈ ਜਿਹੜੀ ਕਿ ਇਸ ਫੀਲਡ ਦੇ ਵਿੱਚ, ਕਿ ਬਹੁਤ ਲੰਬੀ ਜਰਨੀ ਵੀ ਨਹੀਂ ਹੈ ਪਰ ਜਰਨੀ ਹੈ, ਪਰ ਉਹਦੇ ਵਿੱਚ ਕਾਫੀ ਕੁਝ ਡਿਫਰੈਂਟ ਹੈ ਸਾਰਾ ਕੁਝ। ਖਾਸ ਤੌਰ ਤੇ ਜਿਹੜਾ ਇਹ ਮਲਟੀਨੈਸ਼ਨਲ ਕੰਪਨੀਆਂ ਦਾ ਜਿਹੜਾ ਚੱਕਰ ਹੈ, ਉਹਦੇ ਵਿੱਚ ਕੋਈ ਬੰਦਾ, ਕੋਈ ਅਦਾਕਾਰ, ਕੋਈ ਐਕਟਰ ਜਿਹੜਾ ਉਹ ਕਿਸ ਤਰ੍ਹਾਂ ਫੀਲ ਕਰਦਾ, ਮੈਂ ਉਸ ਗੱਲ ਦੇ ਉੱਤੇ ਬਾਅਦ ਵਿੱਚ ਆਉਣਾ। ਅਲੀ ਮੈਂ ਬਸ ਇੱਕ ਜਾਣਨਾ ਚਾਹੁੰਦਾ ਕਿ ਤੁਸੀਂ ਜਦੋਂ ਯੂਨੀਵਰਸਿਟੀ ਪੜ੍ਹਦਿਆਂ ਹੋਇਆਂ, ਆਪਣੀ ਡਿਗਰੀ ਕਰਦਿਆਂ ਹੋਇਆਂ, ਤੇ ਉਸ ਵੇਲੇ ਤੁਸੀਂ ਨੁੱਕੜ ਨਾਟਕ ਵਗੈਰਾ ਕਰਦੇ ਰਹੇ ਉੱਥੇ, ਹੈ ਨਾ, ਤੇ
ਫਿਰ ਤੁਹਾਨੂੰ ਪਤਾ ਲੱਗਾ ਕਿ ਅੱਛਾ ਅੰਮ੍ਰਿਤਸਰ ਚ ਵਰਕਸ਼ਾਪ ਹੁੰਦੀ, ਤੁਸੀਂ ਉੱਥੇ ਆ ਗਏ ਮੇਰੇ ਕੋਲ। ਮੈਂ ਜਾਣਨਾ ਚਾਹੁੰਦਾ ਜਿਹੜੇ ਅੰਮ੍ਰਿਤਸਰ ਵਾਲੀ ਵਰਕਸ਼ਾਪ ਸੀਗੀ ਉਹਦੇ ਵਿੱਚ ਕੰਮ ਕਰਦਿਆਂ ਹੋਇਆ ਤੁਹਾਡੇ ਕੋਲ ਪਾਰਥੋ ਬੈਨਰਜੀ, ਪ੍ਰੀਤਪਾਲ ਰੁਪਾਣਾ, ਮੈਂ ਸੀ, ਔਰ ਤੁਸੀਂ 4-5 ਪਲੇ ਜਿਹੜੇ ਉਹਦੇ ਵਿੱਚ ਕੀਤੇ ਹੈ ਨਾ। ਇਹ ਐਕਸਪੀਰੀਅੰਸ ਨੇ ਤੁਹਾਡੀ ਇਹ ਸਾਰੀ ਕ੍ਰੀਏਟੀਵਿਟੀ ਦੇ ਵਿੱਚ ਜਾਂ ਤੁਹਾਡੀ ਜਿਗਿਆਸਾ ਦੇ ਵਿੱਚ, ਤੁਹਾਡੇ ਸੁਪਨਿਆਂ ਦੇ ਵਿੱਚ ਕੀ ਰੋਲ ਅਦਾ ਕੀਤਾ ਇਹ ਸਾਰੇ? ਕਿਉਂਕਿ ਨਾਲ ਨਾਲ ਤੁਹਾਡਾ ਇਹ ਵੀ ਸੀ ਕਿ ਤੁਹਾਨੂੰ ਲੈਟਰ ਆ ਗਈ ਸੀ ਕਿ ਤੁਸੀਂ ਆਪਣੀ ਜੌਬ ਜੁਆਇਨ ਕਰੋ। ਉਸ ਵੇਲੇ ਜਿਹੜੀ ਮਨੋਸਥਿਤੀ ਸੀ ਜਾਂ ਜੋ ਕੋਈ ਤੁਸੀਂ ਸਿੱਖਿਆ ਸੀ ਤੇ ਉਸ ਤੋਂ ਬਾਅਦ ਜਿਹੜੀ ਮਨੋਸਥਿਤੀ ਸੀ, ਮੈਂ ਉਹਦੇ ਬਾਰੇ ਜਾਣਨਾ ਚਾਹੁੰਦਾ। ਸਰ ਐਕਚੁਅਲੀ ਇਦਾਂ ਸੀ ਕਿ ਅਰਾਊਂਡ ਜਦੋਂ ਮੈਂ ਤੁਹਾਡੇ ਕੋਲ ਆਇਆ ਸੀ ਕੋਈ ਪਲਾਨ ਨਹੀਂ ਸੀ। ਆਈ ਮੀਨ ਟੂ ਵਿਦ ਆਲ ਯੂ ਰਿਸਪੈਕਟ, ਮੈਨੂੰ ਰੀਅਲੀ ਨਹੀਂ ਪਤਾ ਸੀਗਾ ਕਿ ਅੰਮ੍ਰਿਤਸਰ 'ਚ ਕੋਈ ਵਿਰਸਾ ਵਿਹਾਰ ਕੀ ਹੈ, ਕੇਵਲ ਧਾਲੀਵਾਲ ਸਰ ਕੌਣ ਨੇ, ਲਿਟਰਲੀ ਮੈਨੂੰ ਨਹੀਂ ਪਤਾ ਸੀ। ਮੈਂ ਅੱਜ ਵੀ ਮੈਂ ਕੋਈ ਗੱਲ ਕਰ ਲੈਂਦਾ ਕਿ ਹੀ ਬਹੁਤ ਵੱਡਾ ਬੰਦਾ, ਯਾਰ ਕਮਾਲ ਦੀ ਗੱਲ ਹੈ। ਈਵਨ ਮੈਂ ਇੱਕ ਛੋਟੀ ਜਿਹੀ ਗੱਲ ਤੁਹਾਨੂੰ ਦੱਸਦਾ ਹਾਂ ਕਿ ਆਪਾਂ ਚੰਡੀਗੜ੍ਹ ਗਏ ਸੀਗੇ ਭਾਈ ਗੁਰਸ਼ਰਨ ਉਹਨਾਂ ਦੇ, ਆਈ ਗੈਸ ਉਹਨਾਂ ਕੋਈ ਦਿਹਾੜਾ ਸੀ ਤੇ ਆਪਾਂ ਉੱਥੇ ਗਏ ਸੀ ਥੀਏਟਰ ਕਰਨ, ਚੰਡੀਗੜ੍ਹ ਗਏ ਸੀਗੇ। ਤੇ ਇੱਕ ਸਰਦਾਰ ਜੀ ਆਏ ਤੇ ਹੀ ਵਾਸ ਸਪੀਕਿੰਗ ਔਨ ਡਾਈਸ, ਮੈਂ ਸਟੇਜ ਤੇ ਕੁਝ ਬੋਲ ਰਹੇ ਸੀ ਜਾ ਕੇ, ਤੇ ਸਮਨ ਵਾਸ ਲਾਈਕ ਕਿ ਓਏ ਸੁਰਜੀਤ ਪਾਤਰ ਜੀ ਆਏ ਨੇ, ਸੁਰਜੀਤ ਪਾਤਰ ਜੀ ਆਏ ਨੇ, ਮੈਨੂੰ ਅੱਜ ਵੀ ਨਾਮ ਯਾਦ ਹੈ। ਤੇ ਮੈਂ ਆਈ ਵਾਸ ਲਾਈਕ ਕਿ ਸੁਰਜੀਤ ਪਾਤਰ ਕੌਣ? ਤੇ 2-3 ਬੰਦਿਆਂ ਨੇ ਘੂਰ ਕੇ ਮੇਰੇ ਵੱਲ ਦੇਖਿਆ ਤੇ ਦੇ ਵਰ ਲਾਈਕ ਕਿ ਮੈਂ ਤਾਂ ਇਹਨਾਂ ਦੀ ਕਦੋਂ ਤੋਂ ਆਈ ਗੈਸ ਕਵਿਤਾ, ਸ਼ਾਇਦ ਹੀ ਇਜ਼ ਅ ਰਾਈਟਰ ਔਰ ਸਮਥਿੰਗ ਲਿਖ ਰਹੇ ਨੇ ਐਂਡ ਆਲ। ਤੇ ਮੈਨੂੰ ਫੀਲ ਹੋਇਆ ਕਿ ਯਾਰ ਜਿੱਦਾਂ ਤੁਹਾਨੂੰ ਨਹੀਂ ਪਤਾ ਹੈ, ਤੁਹਾਨੂੰ ਇਸ ਚੀਜ਼ ਦਾ ਬਿਲਕੁਲ ਰੀਅਲਾਈਜੇਸ਼ਨ ਹੀ ਨਹੀਂ ਹੈ। ਮੈਂ ਤੁਹਾਡੇ ਕੋਲ ਕਿੱਦਾਂ ਆਇਆ, ਐਕਚੁਅਲੀ ਇਦਾਂ ਸੀ ਕਿ ਮੈਂ ਨਕੁਲ ਕੁੰਦਰਾ ਸਰ ਨੇ ਮੇਰੇ ਪ੍ਰੋਫੈਸਰ, ਤੇ ਆਈ ਡੋਂਟ ਨੋ ਮੇਰੀ ਇੰਗਲਿਸ਼ ਦੇ ਟੀਚਰਸ ਨਾਲ ਮੇਰੀ ਬਹੁਤ ਵਧੀਆ ਬਣਦੀ ਹੈ, ਮਾਈਟ ਬੀ ਦਾ ਇੰਟੈਲੈਕਟ ਔਰ ਸਮਥਿੰਗ। ਮੈਂ ਉਹਨਾਂ ਕੋਲ ਜਾ ਕੇ ਕਾਫੀ ਟਾਈਮ ਸਪੈਂਡ ਕਰਦਾ। ਕਾਲਜ ਖਤਮ ਹੋਇਆ ਤੇ ਮੈਂ ਫ੍ਰੀ ਸੀ ਉਦੋਂ ਤੱਕ, ਕਿਉਂਕਿ ਉਸ ਟਾਈਮ ਜੌਬਸ ਸੀਗੀਆਂ, ਬਟ ਯੂ ਨੋ ਇੱਕ ਤੁਹਾਨੂੰ ਪਤਾ ਹੈ ਕਿ ਯਾਰ ਇਹ ਜੌਬ ਕੁਝ ਸਕੋਪ ਨਹੀਂ ਹੈ, ਦੇ ਆਰ ਜਸਟ ਐਕਸਪਲੋਇਟਿੰਗ ਯੂ অর ਸਮਥਿੰਗ, ਬਟ ਸਟਿਲ ਡਿਗਰੀ ਹੋਗੀ, ਐਵਰੀ ਪਰਸਨ ਐਕਸਪੈਕਟ ਕਿ ਤੁਹਾਡੇ ਕੋਲ ਜੌਬ ਹੋਣੀ ਚਾਹੀਦੀ ਹੈ। ਉਹ ਮੈਂ ਥੋੜੀ ਫਰਸਟ੍ਰੇਸ਼ਨ ਸਰ ਕੋ ਗਿਆ ਤੇ ਆਈ ਵਾਸ ਲਾਈਕ ਕਿ ਮੈਂ ਉਹਨਾਂ ਨੇ ਨਹੀਂ ਗੱਲ ਕਹੀ ਕਿ ਸਰ ਮੈਂ ਥੀਏਟਰ ਕਰਨਾ ਚਾਹੁੰਦਾ ਹੈ, ਆਈ ਰੀਅਲੀ ਲਾਈਕ ਐਕਟਿੰਗ ਵਿੱਚ ਮੈਂ ਕੁਝ ਲਾਈਫ 'ਚ ਕਰਨਾ ਚਾਹੁੰਦਾ ਹੈ। ਮੇਰੇ ਲੌਜੀਕਲੀ ਆਈ ਐਮ ਨਾਟ ਲਾਈਕ ਕਿ ਕੁਝ ਲੋਕ ਨੇ ਜੋ ਕਹਿਣਗੇ ਕਿ ਯਾਰ ਮੈਂ ਰੰਗਮੰਚ ਦਾ ਪੁਜਾਰੀ ਹਾਂ ਤੇ ਮੈਂ ਸਟੇਜ ਤੇ ਸਾਰੀ ਉਮਰ ਗੁਜ਼ਾਰ ਸਕਦਾ, ਲਾਈਕ ਦੈਟ। ਮੈਂ ਉਸ ਕਿਸਮ ਦੇ ਵਿੱਚੋਂ ਨਹੀਂ ਹੈ ਬੇਸਿਕਲੀ ਸਪੀਕਿੰਗ। ਮੈਨੂੰ ਪਸੰਦ ਹੈ ਬਟ ਆਈ ਲਾਈਕ, ਮਤਲਬ ਹਰ ਇੱਕ ਦੀ, ਸ਼ਾਇਦ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਕੀਤੀ ਸੀ, ਆਈ ਲਾਈਕ ਦੀ ਰਿਵਾਰਡ ਪੁਆਇੰਟ। ਹਰ ਇੱਕ ਦੀ ਇੱਕ ਮੋਟੀਵੇਸ਼ਨ, ਤੁਸੀਂ ਸ਼ਾਇਦ ਮੈਨੂੰ ਸਮਝਾਇਆ ਸੀ ਕਿ ਹਰ ਇੱਕ ਦਾ ਇੱਕ ਮੋਟੀਵੇਸ਼ਨਲ ਪੁਆਇੰਟ ਹੁੰਦਾ ਹੈ। ਕੋਈ ਸਟੇਜ ਤੇ ਜਾਂਦਾ ਉਹਨੂੰ ਤਾਲੀਆਂ ਪਸੰਦ ਹੈ, ਕੋਈ ਸਟੇਜ ਤੇ ਜਾਂਦਾ ਲਾਈਟਨਿੰਗ ਪਸੰਦ ਹੈ, ਕੋਈ ਸਟੇਜ ਤੇ ਜਾਂਦਾ ਉਹਦੇ ਬਾਅਦ ਦੇ ਰਿਵਾਰਡ ਪਸੰਦ ਹੈ। ਮੈਨੂੰ ਇਸ ਫੀਲਡ 'ਚ ਮੈਨੂੰ ਆਈ ਬਿਲੀਵ ਕਿ ਮਿਹਨਤ ਆਪਾਂ ਹਰ ਜਗ੍ਹਾ ਕਰਦੇ ਹਾਂ, ਰਾਈਟ। ਮੈਂ ਜੌਬ ਕਰ ਰਿਹਾ 10 ਘੰਟੇ, ਮੈਂ ਵੀ ਨੌਨ ਸਟਾਪ ਇੱਕ ਲੈਪਟਾਪ ਦੇ ਅੱਗੇ ਬੈਠਾ ਹੁੰਦਾ, ਆਈ ਡੋਂਟ ਨੋ ਕਿ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਤੇ ਟਾਈਮ ਬਹੁਤ ਜਲਦੀ ਬੀਤ ਜਾਂਦਾ। ਤੁਸੀਂ ਵੀ ਉਹ, ਹਰ ਕੋਈ ਹੈ, ਬਟ ਆਈ ਬਿਲੀਵ ਕਿ ਇਹੀ ਮਿਹਨਤ ਠੀਕ ਹੈ। ਜੇ ਮੈਂ ਇੱਕ ਲਾਈਫ ਦੇ ਇੱਕ ਸੈਕੰਡ ਜਾਂ ਥਰਡ ਸਟੇਜ ਦੇ ਵਿੱਚ ਚਲੇ ਜਾਵਾਂ ਇਸ ਐਕਟਿੰਗ ਫੀਲਡ 'ਚ, ਇੰਨਾ ਮੈਨੂੰ ਆਈ ਬਿਲੀਵ ਕਿ ਮੈਂ ਇੱਜ਼ਤ ਜਾਂ ਇੱਕ ਰਿਕੋਗਨੀਸ਼ਨ ਜਾਂ ਤੁਸੀਂ ਵੈਲਥ ਜਾਂ ਮਨੀ ਦੇ ਇਨਕਮ ਦੇ ਸਪੋਰਟ ਤੋਂ ਵੀ ਕਹਿ ਲਓ, ਉਹ ਮੈਂ ਕਰ ਸਕਦਾ। ਦੈਟ ਵਾਈ ਇਹ ਵੀ ਇੱਕ ਰੀਜ਼ਨ ਸੀ ਐਕਟਿੰਗ ਚੁਣਨ ਦਾ ਕਿ ਮੈਨੂੰ ਲਾਈਫ 'ਚ ਇੱਕ ਫੇਸ ਜਿਹਨੂੰ ਆਪਾਂ ਕਹਿ ਸਕਦੇ ਹਾਂ ਜਾਂ ਇੱਕ ਰਿਕਗਨੀਸ਼ਨ ਆਪਾਂ ਕਹਿ ਸਕਦੇ ਹਾਂ, ਉਹ ਪਸੰਦ ਸੀ, ਰਾਈਟ। ਤੇ ਮੈਂ ਨਕੁਲ ਸਰ ਕੋਲ ਜਾ ਕੇ ਮੈਂ ਗੱਲ ਦੱਸੀ ਤੇ ਉਹਨਾਂ ਨੇ ਕਿਸੇ ਲੜਕੇ ਨੂੰ ਨੰਬਰ ਮਿਲਾਇਆ, ਉਹਨਾਂ ਦਾ ਕੋਈ ਸਟੂਡੈਂਟ ਰਹਿ ਚੁੱਕਾ ਹੋਣਾ ਹੈ, ਤੇ ਉਹਨਾਂ ਨੇ ਕਿਹਾ ਕਿ ਕੇਵਲ ਧਾਲੀਵਾਲ ਸਰ ਦਾ 23 ਤਰੀਕ ਆਈ ਗੈਸ ਬੋਲਿਆ ਹੈ ਕਿ 23 ਤਰੀਕ ਤੋਂ ਉਹਨਾਂ ਦਾ ਸ਼ੁਰੂ ਹੈ ਕੁਛ। ਤੇ ਉਹ ਬਹੁਤ ਖੁਸ਼ ਹੋਏ, ਉਹਨਾਂ ਨੇ ਮੈਨੂੰ ਸਮਝਾਇਆ ਤੇ ਮੈਨੂੰ ਕਹਿੰਦੇ ਕਿ ਕੇਵਲ ਧਾਲੀਵਾਲ ਸਰ ਬਹੁਤ ਚੱਲ ਰਿਹਾ ਹੈ, ਵਰਕਸ਼ਾਪ ਚੱਲ ਰਿਹਾ ਹੈ ਅੰਮ੍ਰਿਤਸਰ 'ਚ। ਤੇ ਆਈ ਵਾਸ ਲਾਈਕ ਕੇਵਲ ਧਾਲੀਵਾਲ ਸਰ ਕੌਣ ਨੇ? ਤੇ ਉਹਨਾਂ ਨੇ ਮੈਨੂੰ ਗਾਲਾਂ ਵਾਲਾ ਕੱਢੀਆਂ ਕਿ ਤੈਨੂੰ ਕੇਵਲ ਧਾਲੀਵਾਲ ਸਰ ਦਾ ਨਹੀਂ ਪਤਾ, ਬਹੁਤ ਥੀਏਟਰ ਕਰਦੇ ਰਹਿੰਦੇ, ਨੈਸ਼ਨਲ ਸਕੂਲ ਆਫ ਡਰਾਮਾ ਐਂਡ ਆਲ, ਪ੍ਰੈਜ਼ੀਡੈਂਟ ਅਵਾਰਡੀ ਐਂਡ ਆਲ। ਤੇ ਮੈਂ ਕਿਹਾ ਕਿ ਉਹ ਮੈਨੂੰ ਕਿਉਂ ਸਿਲੈਕਟ ਕਰਨਗੇ ਜੇ ਮੈਂ ਕੋਈ ਇੰਨਾ ਐਕਸਪੋਜ਼ਰ ਨਹੀਂ ਹੈ, ਮਤਲਬ ਥੋੜਾ ਬਹੁਤ ਐਕਸਪੋਜ਼ਰ ਨੂੰ ਕਿਉਂ ਕਰਨਗੇ? ਇਹ ਸੈਡ ਕਿ ਨਹੀਂ ਤੂੰ ਜਾ ਐਟਲੀਸਟ ਤੇ ਗੱਲ ਕਰ। ਤਾਂ ਉਹਨਾਂ ਨੇ ਮੈਨੂੰ ਸ਼ਾਇਦ ਗੋਬਿੰਦ ਨਾਲ ਗੱਲ ਹੋਈ ਸੀ ਉਹਨਾਂ ਦੀ, ਤੇ ਉਹਨਾਂ ਨੇ ਕਿਹਾ ਕਿ ਤੁਸੀਂ ਕੱਲ ਆ ਜਾਓ ਤੇ ਆਪਾਂ ਦੇਖ ਲੈਂਦੇ ਹਾਂ। ਤੇ ਲਿਟਰਲੀ ਮੈਂ ਨੈਕਸਟ ਡੇ ਆਈ, ਮੈਨੂੰ ਪਤਾ ਨਹੀਂ ਸੀ ਕਰਨਾ ਕੀ ਹੈ, ਬੈਗ ਚੱਕਿਆ, ਮਤਲਬ ਜੋ ਥੋੜਾ ਬਹੁਤਾ ਪੈਕ ਕੀਤਾ ਤੇ ਮੈਂ ਆ ਗਿਆ। 1 ਘੰਟਾ ਲੇਟ ਹੀ ਸੀਗਾ ਮੈਂ, ਤੁਹਾਡੇ ਨਾਲ ਫਸਟ ਟਾਈਮ ਮਿਲਿਆ ਤੇ ਆਈ ਰਿਮੈਂਬਰ ਕਿ ਤੁਸੀਂ ਵਾਈਟ ਕਲਰ ਦਾ ਪਾਇਆ ਹੋਇਆ ਸੀ ਕੁਰਤਾ ਪਜਾਮਾ, ਤੇ ਤੁਸੀਂ ਪੁੱਛ ਰਹੇ ਸੀਗੇ ਤੇ ਮੈਨੂੰ ਉਦੋਂ ਵੀ ਨਹੀਂ ਪਤਾ ਸੀ ਕਿ ਕੇਵਲ ਸਰ ਆਹੀ ਨੇ। ਬਟ ਤੁਹਾਡੇ ਨਾਲ ਰਹਿ ਕੇ ਜਦੋਂ ਮੈਂ ਦੇਖਿਆ ਲੋਕਾਂ ਦੀ ਰਿਸਪੈਕਟ ਐਂਡ ਆਲ, ਇਸ ਚੀਜ਼ ਨੇ ਵੀ ਇੱਕ ਟ੍ਰਿਗਰ ਕੀਤਾ ਕਿ ਯੈਸ, ਇੱਕ ਬੰਦਾ ਜੋ ਥੀਏਟਰ ਵਿੱਚ ਵੀ ਮਿਹਨਤ ਕਰ ਰਿਹਾ ਹੈ। ਥੀਏਟਰ ਨਹੀਂ, ਆਈ ਬਿਲੀਵ ਕਿ ਤੁਸੀਂ ਜ਼ਿੰਦਗੀ 'ਚ ਕਿਸੇ ਵੀ ਇੱਕ ਸਟਰੀਮ 'ਚ ਜ਼ਿੰਦਗੀ ਦੇ 10 ਜਾਂ 15 ਸਾਲ ਦੇ ਰਹੇ ਹੋ, ਦੈਟ ਮੀਨਸ ਉਹ ਚੀਜ਼ ਤੁਹਾਨੂੰ ਐਟਲੀਸਟ ਇੱਕ ਐਕਸਪੀਰੀਅੰਸ, ਇੱਕ ਰਿਕਗਨੀਸ਼ਨ ਤੇ ਇੱਕ ਐਕਸਪਰਟਾਈਜ਼ ਦੇਗੀ।
ਕੋਈ ਵੀ ਬੰਦਾ ਜੇ ਸੁਣ ਰਿਹਾ ਮੈਨੂੰ ਇਹੀ ਗੱਲ ਕਹਾਂਗਾ ਕਿ ਇਟ ਡਿਪੈਂਡਸ ਔਨ ਪ੍ਰਾਇਰਟੀਜ਼। ਤੁਸੀਂ ਕਿਸੇ ਚੀਜ਼ ਨੂੰ ਪ੍ਰਾਇਰਟਾਈਜ਼ ਕਰ ਰਹੇ ਹੋ ਜਾਂ ਨਹੀਂ। ਲਾਈਕ ਕਾਰਪੋਰੇਟ ਦੀ ਗੱਲ ਹੋਈ ਆਪਣੇ ਕੋ, ਚਲੋ ਬਾਅਦ ਦੀ ਗੱਲ ਹੈ। ਤੁਹਾਡੇ ਕੋਲ ਥੀਏਟਰ ਤੇ ਆਇਆ ਤੇ ਮੈਨੂੰ ਬਿਲਕੁਲ ਨਹੀਂ ਪਤਾ ਸੀ ਕਿ ਵਾਟ ਇਜ਼ ਦੀ ਵਿੰਡੋ ਕੀ ਕਹਿੰਦੇ ਆ, ਸਾਈਡ ਵਿੰਗਸ ਕਿਹਨੂੰ ਕਹਿੰਦੇ ਆ, ਸਟੇਜ ਦਾ ਕੁਝ ਨਹੀਂ ਪਤਾ। ਮੈਂ ਇੱਕ ਲੇਮੈਨ ਦੀ ਤਰ੍ਹਾਂ ਆਇਆ। ਹਾਂ, ਆਈ ਫੀਲ ਲੱਕੀ ਕਿ ਕਿਸੇ ਨੇ ਮੈਨੂੰ ਚੂਜ਼ ਕੀਤਾ ਫॉर दैट ਰੋਲ ਕਿ ਹਾਂ ਤੇਰੀ એનર્ਜੀ ਵਧੀਆ ਹੈ, ਤੂੰ ਇਸ ਵਿੱਚ ਚਲੇ ਜਾ, ਉਸ ਤੇ ਚਲੇ ਜਾ। that day even today I believe ਕਿ ਮੈਨੂੰ ਕੁਝ ਆਂਦਾ ਹੈ ਜਾਂ ਨਹੀਂ ਆਂਦਾ ਹੈ। I believe ਕਿ ਯਾਰ ਮੈਨੂੰ ਨਹੀਂ ਆਂਦਾ ਹੈ। ਤੇ ਨਕੁਲ ਸਰ ਨੇ ਹੀ ਗੱਲ ਹੋਈ ਸੀ ਤੇ ਹੀ ਸੈਡ ਕਿ ਤੇ ਤੁਹਾਡੀ ਪ੍ਰੋਬਲਮ ਇਹ ਹੁੰਦੀ ਹੈ। ਇਹ ਵੀ ਮੈਂ ਦੱਸਣਾ ਕਿ ਲਾਈਫ 'ਚ ਨਾ ਸ਼ਾਇਦ ਉਹ ਮੈਂ ਜੋ ਮੈਂ ਦੱਸ ਰਿਹਾ ਸ਼ਾਇਦ ਮੈਂ ਵੀ ਉਹਨੂੰ ਆਪਣੇ ਆਪ ਉੱਤੇ ਇੰਪਲੀਮੈਂਟ ਕਰਾਂ ਕਿ ਲਾਈਫ 'ਚ ਕਦੀ ਐਕਸਪਰਟਾਈਜ਼ ਉੱਤੇ ਨਾ ਜਾਓ ਕਿ ਯਾਰ ਮੈਂ ਸਿੱਖ ਕੇ ਤਿਆਰ ਹੋ ਕੇ ਹੀ ਜਾਣਾ ਚਾਹਾਂਗਾ। ਉਹ 'ਚ ਟਾਈਮ ਲੱਗ ਜਾਏਗਾ, ਤੁਸੀਂ ਨਹੀਂ ਕਰ ਪਾਓਗੇ। ਤੁਸੀਂ ਐਗਜ਼ਾਮਪਲ ਤੌਰ ਤੇ ਅੱਜ ਮੈਂ ਇੱਕ ਫੋਨ ਕ੍ਰੀਏਟ ਕਰ ਰਿਹਾ ਜਾਂ ਇੱਕ ਸੌਫਟਵੇਅਰ ਕ੍ਰੀਏਟ ਕਰ ਰਿਹਾ ਕੰਪਿਊਟਰ ਤੇ ਬੈਠ ਕੇ, ਜੇ ਮੈਂ ਚਾਹਾਂਗਾ ਕਿ ਉਹ ਫੁੱਲ ਪ੍ਰੂਫ ਸੌਫਟਵੇਅਰ ਬਣੇਗਾ ਤਾਂ ਹੀ ਉਹ ਮੈਂ ਜਾ ਕੇ ਉਹਨੂੰ ਮਾਰਕੀਟ 'ਚ ਰਿਲੀਜ਼ ਕਰਾਂਗਾ ਜਾਂ ਕਲਾਇੰਟ ਨੂੰ ਦਵਾਂਗਾ, ਉਹ ਚੀਜ਼ ਫੇਲ ਹੋ ਜਾਏਗੀ। ਕਿਉਂਕਿ ਉਹਨੂੰ ਕਲਾਇੰਟ ਮੈਂ ਚੈੱਕ ਕਰੇਗਾ, ਟੈਸਟ ਕਰੇਗਾ, ਫੋਨ 'ਚ ਬਗਸ ਆਉਂਦੇ ਨੇ, ਐਪਲੀਕੇਸ਼ਨ ਦੀ ਅਪਡੇਟ ਆ ਜਾਂਦੀ ਹੈ, ਠੀਕ ਹੋ ਜਾਂਦਾ ਹੈ। ਸੇਮ ਇੱਕ ਬੰਦੇ ਦੀ ਗੱਲ ਹੁੰਦੀ ਹੈ। ਜੇ ਮੈਂ ਉਹਨੂੰ ਚਾਹਾਂਗਾ ਕਿ ਐਕਸਪਰਟਾਈਜ਼ ਕਰ, ਮੈਂ ਟੈਸਟ ਕਰ ਲਵਾਂ, ਉਦੋਂ ਤੱਕ ਮਾਰਕੀਟ 'ਚ ਦੂਜਾ ਐਪਲੀਕੇਸ਼ਨ ਆ ਜਾਏਗਾ, ਮਾਰਕੀਟ ਚੇਂਜ, ਰਾਈਟ। ਸੇਮ ਇਹ 'ਚ ਹੈ ਕਿ आई फेल लकी कि मैं चले गया, मैं सीखा समझिया ते बहुत लोग लड़के मिले, मैं कुछ गलत नहीं बोल रहा, सब दी रिस्पेक्ट है, बट कुछ लड़के मिले दे वर सेइंग कि आई वाज वर्किंग फॉर 5 to 6 years, बट जब मैं कीता था फील हाँ यार मैं भी कर सकता है, आई ऑल्सो कैन डू दैट, मैं ये भी कर सकता, मैं वो भी कर सकता है। केवल सर दी खास गल ये तुहाडी गल के ਤੁਸੀਂ ਮੇਰਾ ਕੋਈ ਪ੍ਰੋਡਕਸ਼ਨ ਹਾਲੇ ਤੱਕ ਦੇਖਿਆ ਨਹੀਂ ਸੀ। ਆਈ ਬਿਲੀਵ ਕਿ ਤੇ ਤੁਸੀਂ ਆਈ ਡੋਨਟ ਨੋ ਕਿੱਦਾਂ ਪਛਾਣ ਕੇ ਤੁਸੀਂ ਕਿਹਾ ਕਿ ਚੱਲ ਅਲੀ ਤੂੰ ਆ ਵਾਲੇ ਪਹਿਲਵਾਨ ਦਾ ਰੋਲ ਕਰ। ਮੈਨੂੰ ਨਹੀਂ ਪਤਾ ਸੀ ਮੈਂ ਕਦੀ ਪਹਿਲਵਾਨ ਦਾ ਰੋਲ ਕਦੀ ਕੀਤਾ ਵੀ ਹੈ, ਮੈਂ ਕਦੀ ਬੁਲੀ ਵੀ ਨਹੀਂ ਕੀਤਾ ਕਿਸੇ ਨੂੰ ਲਾਈਫ 'ਚ। ਬਟ ਯੈਸ ਕਾਮਿਕ ਸੀ, ਚਲੇ ਗਏ, ਸਰ ਨੇ ਸਿਲੈਕਟ ਵੀ ਕਰ ਲਿਆ ਤੇ ਹਰ ਰੋਜ਼ ਕੁਝ ਨਾ ਕੁਝ ਹੋ ਰਿਹਾ ਸੀ। ਮਤਲਬ ਪਾਰਥੋ ਸਰ ਨੇ ਇੱਕ ਐਕਟ ਕਰਨ ਨੂੰ ਕਿਹਾ ਸੀ, ਵਾਸ ਸੇਇੰਗ ਕਿ ਹਾਂ ਤੂੰ ਟੈਂਪੇਸਟ 'ਚ ਪ੍ਰੋਸਪੈਰੋ ਦਾ ਰੋਲ ਕਰੇਗਾ ਤੇ ਮੈਂ ਉਹੀ ਸ਼ਾਮ ਨੂੰ ਆਉਂਦਾ ਮੈਂ ਸੋਚਦਾ ਕਿ ਸ਼ਾਇਦ ਇਹਨਾਂ ਨੇ ਗਲਤੀ ਕਰ ਲਈ ਜਾਂ ਮੈਂ ਐਨਰਜੀ ਚੂਜ਼ ਕਰ ਲਿਆ, ਕੀ ਕੀਤਾ ਆਈ ਡੋਨਟ ਨੋ। ਤੇ ਇਸ ਚੀਜ਼ ਨੇ ਬਿਲੀਵ ਕਰਨਾ ਸਿਖਾਇਆ ਥੀਏਟਰ ਨੇ ਕਿ ਥੀਏਟਰ ਕਹਿੰਦਾ ਹੈ ਕਿ एवरीवन इज ए एक्टर। आई मीन एक फैक्ट है कि जो बंदा झूठ बोल सकता है एक्टिंग कर सकता है। मैं जे मेरे तो एक्टिंग की एक सिंपल चीज पूछो जे मैं लाइफ जो सीखी है कि तरीके ना दिखाया गया सच ते सफाई ना बोलिया गया झूठ, ਉਹਨੂੰ ਆਪਾਂ एक्टिंग ਕਹਿੰਦੇ ਆ, राइट। आई डोंट नो कि कुछ लोग इन्ना आई मीन इत्तेफाक रखन ना रखन, बट आई बिलीव कि यही चीज ਹੁੰਦੀ ਹੈ। ਆਪਾਂ ਝੂਠ ਨੂੰ ਚੰਗੀ ਤਰ੍ਹਾਂ ਦਿਖਾ ਦੋ ਜਾਂ ਸੱਚ ਨੂੰ ਚੰਗੀ ਤਰ੍ਹਾਂ ਬੋਲ ਦੋ, ਤੁਹਾਨੂੰ ਰੋਣਾ ਨਹੀਂ ਆਂਦਾ, that doesn't mean you are not actor। ਰੀਅਲ ਲਾਈਫ 'ਚ ਵੀ ਤਾਂ ਲੋਕ ਨਹੀਂ ਰੋਂਦੇ, ਕੁਝ ਲੋਕ ਆਪਣੇ ਪ੍ਰੋਬਲਮ ਸਹਿ ਲੈਂਦੇ ਨੇ ਤੇ ਲੋਕਾਂ ਨੂੰ ਆਬਜ਼ਰਵ ਕਰਨਾ, ਇਹ ਚੀਜ਼ ਮੈਂ ਉੱਥੇ ਸਿੱਖੀ ਕਿ ਲੋਕਾਂ ਨੂੰ ਆਬਜ਼ਰਵ ਕਿੱਦਾਂ ਕਰੀਦਾ ਹੈ। ਆਈ ਮੀਨ ਇਮੈਨੂਅਲ ਭਾਜੀ ਮਿਲੇ, ਆਪਾਂ ਅਮਰਪਾਲ ਭਾਜੀ ਮਿਲੇ, ਬਹੁਤ ਲੋਕ ਆਏ ਇਕੱਠੇ ਤੇ ਇੱਕ ਟੀਮ ਵਰਕ ਤੇ ਡਿਸਿਪਲਿਨ, ਸਪੈਸ਼ਲੀ ਡਿਸਿਪਲਿਨ ਸਟੇਜ ਤੇ। ਆਈ ਰਿਮੈਂਬਰ ਫਸਟ ਟਾਈਮ ਜਦੋਂ ਆਪਾਂ ਇਹੀ ਕਰ ਰਹੇ ਬਾਲਾ ਕਿੰਗ ਕਰ ਰਹੇ ਸੀ ਤੇ ਮੈਂ कॉन्फिडेंट हो गया। आई डोंट नो कि मैं कुछ भी करने लग पाया स्टेज पे, वो अच्छा भी लग रही, आई डोंट नो कुछ लोग इंजॉय भी कर रहे, बट बाद में रियलाइज किया कि नो एक दायरा होता है, डिसिप्लिन है कि जो एक बंदा एक कर रहा है तुसी उस टाइम कुछ नहीं कर रहे हो क्योंकि तुसी उस बंदे दी परफॉर्मेंस ਨੂੰ ओवरकम मैं ਉਹਨੂੰ ओवरकॉप कर रहे हो। ਤੇ आई बिलीव कि ਇਹ ਛੋਟੀਆਂ ਚੀਜ਼ਾਂ ਜੋ ਤੁਸੀਂ ਸਿੱਖਦੇ ਹੋ, ਇੱਕ ਦਿਨ ਇਸੇ ਚੀਜ਼ਾਂ ਨੂੰ ਤੁਹਾਨੂੰ ਇੱਕ ਪ੍ਰੋਫੈਸ਼ਨਲ ਬਣਾ ਦੇਣਾ ਹੈ। ਤੁਸੀਂ ਕਹਿਣਾ ਕਿ ਆਈ ਐਮ ਅ ਥੀਏਟਰ ਆਰਟਿਸਟ ਔਰ ਆਈ ਐਮ ਅ ਡਾਇਰੈਕਟਰ ਐਂਡ ਜਸਟ ਪ੍ਰੋਵਾਈਡ ਮੀ ਦ ਜੌਬ ਔਰ ਪ੍ਰੋਵਾਈਡ ਮੀ ਦ ਚਾਂਸ, दैट्स इट। मैं सेम चीज मैं कॉर्पोरेट च गया, आई डोंट नो मैं कभी जॉब की होवे, नहीं की थी, किसी ने नहीं की, फर्स्ट टाइम जॉब की, नहीं आंदा ही रोज ਇਹਦੇ ਵਿੱਚ ਮੈਂ ਅਲੀ ਮੈਂ ਜੌਬ ਤੇ ਜਾਣ ਤੋਂ ਪਹਿਲੇ ਦਾ ਜਿਹੜਾ ਤੇਰਾ ਆਪਣੇ ਮਨ ਦੇ ਨਾਲ ਇੱਕ ਸੰਘਰਸ਼ ਸੀ ਕਿ ਤੂੰ ਪਾਰਥੋ ਸਰ ਨਾਲ ਵੀ ਗੱਲ ਕੀਤੀ, ਪਾਰਥੋ ਸਰ ਨੇ ਕਿਹਾ ਕਿ ਓਕੇ ਸਰੀਨ ਸਾਹਿਬ ਅੱਜ ਡਿਫਰੈਂਟ ਗੱਲਾਂ ਹੋ ਰਹੀਆਂ ਨਾ, ਤੁਸੀਂ ਇੰਜੋਏ ਕਰ ਰਹੇ ਹੋ, ਮੈਂ ਤੁਹਾਡੇ ਐਕਸਪ੍ਰੈਸ਼ਨ ਦੇਖ ਰਿਹਾ ਸੀਗਾ, ਹੈ ਨਾ। ਜੀ 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 ਤੇ ਬਹੁਤ ਅਲੱਗ ਲੱਗ ਰਿਹਾ। ਔਰ ਇੱਕ ਸਟੂਡੈਂਟ ਉਹਨੇ ਆਣਾ, ਉਹਨੇ ਐਕਟਿੰਗ ਵੱਲ ਜਾਣਾ, ਸਾਰਾ ਕੈਰੀਅਰ ਅੱਗੇ ਪਿਆ ਤੇ ਉਹਨੇ ਪਰਿਵਾਰ ਬਾਰੇ ਸੋਚਣਾ, ਮਤਲਬ ਇਟ ਵਾਸ ਸੇਮ ਥਿੰਗ। ਇਹ ਦੇਖੋ ਮੈਨੂੰ ਨਜ਼ਰ ਆ ਰਿਹਾ ਕਿ ਇਹਦੇ ਅੰਦਰ, ਇਹਦੀ ਗੱਲਬਾਤ ਦੇ ਅੰਦਰ ਇੱਕ ਸਕ੍ਰਿਪਟ ਪਈ ਹੋਈ ਹੈ, ਇੱਕ ਡਰਾਮਾ ਪਿਆ ਹੋਇਆ ਕਿ ਡਰਾਮਾ ਅਸੀਂ ਵੈਸੇ ਵੀ ਲਾਈਫ ਚੋਂ ਲੈਂਦੇ ਆ, ਕਰੈਕਟਰ ਅਸੀਂ ਲੱਭਦੇ ਆ ਤੇ ਮੈਂ ਇਹਦੇ ਜਿਹੜਾ ਆਪਣੇ ਆਪ ਨਾਲ ਇੱਕ ਸੰਘਰਸ਼ ਹੈ।
ਅਲੀ ਤੁਸੀਂ ਜਿਹੜੀ ਆਪਣੇ ਆਪ ਨਾਲ ਸੰਘਰਸ਼ ਕਰ ਰਹੇ ਸੀ ਕਿ ਤੁਸੀਂ ਵਰਕਸ਼ਾਪ ਕਰ ਲਈ, ਤੁਹਾਨੂੰ ਲੱਗਾ ਕਿ ਹਾਂ ਮੈਂ ਕੁਝ ਕਰ ਸਕਦਾ, ਮੇਰੇ ਤੇ ਕੇਵਲ ਸਰ ਯਕੀਨ ਕਰ ਰਹੇ ਆ, ਪਾਰਥੋ ਸਰ ਯਕੀਨ ਕਰ ਰਹੇ ਆ, ਪ੍ਰੀਤਪਾਲ ਸਰ ਯਕੀਨ ਕਰ ਰਹੇ ਆ ਕਿ ਮੈਨੂੰ ਬਿਨਾਂ ਕੋਈ ਹੋਰ ਨਾਟਕ ਦੇਖਿਆ ਮੈਨੂੰ ਇੱਕ ਕਰੈਕਟਰ ਦੇ ਰਹੇ ਨੇ, ਤੇ ਅਸੀਂ ਤੇਰੀ એનર્ਜੀ ਦੇਖ ਰਹੇ ਸੀ, ਤੇਰੀ ਆਵਾਜ਼ ਦੇਖ ਰਹੇ ਸੀ, ਤੇਰੀ ਸਮਝਣ ਦੀ ਜਿਹੜੀ ਤਾਕਤ ਸੀਗੀ ਕਿ ਤੂੰ ਕਿੰਨੀ ਜਲਦੀ ਕਰੈਕਟਰ ਨੂੰ ਪਕੜ ਲੈਣਾ, ਉਹ ਅਸੀਂ ਵਰਕਸ਼ਾਪ ਦੇ ਵਿੱਚ ਪਛਾਣਦੇ ਪਏ ਸੀ ਤੇਰੇ ਤੋਂ। ਔਰ ਸਾਨੂੰ ਨਜ਼ਰ ਆ ਰਿਹਾ ਸੀ ਕਿ ਅਲੀ ਦੇ ਅੰਦਰ ਇੱਕ ਬੜਾ ਅੱਛਾ ਐਕਟਰ ਹੈ ਛਿਪਿਆ ਹੋਇਆ ਤੇ ਇਸ ਨੂੰ ਮੌਕਾ ਮਿਲਣਾ ਚਾਹੀਦਾ। ਅਸੀਂ ਇਸ ਤਰੀਕੇ ਨਾਲ ਤੇਰੀ ਪਛਾਣ ਕਰਦੇ ਪਏ ਸੀਗੇ ਤੇ ਪਰ ਤੇਰੇ ਮਨ ਦੇ ਅੰਦਰ ਇੱਕ ਦਵੰਦ ਚੱਲ ਰਿਹਾ ਸੀਗਾ ਕਿ ਤੈਨੂੰ ਜੌਬ ਦੀ ਹੁਣ ਲੈਟਰ ਆ ਗਈ, ਤੂੰ ਵਰਕਸ਼ਾਪ ਕਰ ਲਈ, ਤੈਨੂੰ ਕੋਲ ਹੁਣ ਲੈਟਰ ਆ ਗਈ ਔਰ ਤੇਰੇ ਪਿੱਛੇ ਤੇਰੇ ਪੇਰੈਂਟਸ ਵੀ ਹੈ ਨਾ, ਇੱਕ ਫੈਮਿਲੀ ਹੈ ਪੂਰੀ, ਪਰ ਬੇਸ਼ੱਕ ਫੈਮਿਲੀ ਤੈਨੂੰ ਬਹੁਤ ਜ਼ੋਰ ਵੀ ਨਹੀਂ ਦੇ ਰਹੀ, ਪਰ ਫਿਰ ਤੇਰੀ ਆਪਣੀ ਇੱਕ ਤੂੰ ਰਿਸਪੌਂਸਿਬਿਲਟੀ ਸਮਝ ਰਿਹਾ। ਔਰ ਉਹ ਜੌਬ ਜਿਹੜੀ ਆ ਉਹ ਇੱਕ ਅਜਿਹੀ ਹੈ ਜਿਹਦੇ ਵਿੱਚ 10-12 ਘੰਟੇ ਤੂੰ ਬੈਠਣਾ ਹੈ ਨਾ, ਕਿ ਇਹੋ ਜਿਹਾ ਜਿਹੜਾ ਕਿ ਮਲਟੀਨੈਸ਼ਨਲ ਕੰਪਨੀਆਂ ਦੇ ਵਿੱਚੋਂ ਤੂੰ ਜਾਂਦਾ ਪਿਆ, ਉਹਦੇ ਵਿੱਚ ਉੱਥੇ ਬਿਲਕੁਲ ਅਲੱਗ ਕਿਸਮ ਦੀ ਦੁਨੀਆ। ਉੱਥੇ ਜਾਣ ਤੋਂ ਪਹਿਲੇ ਤੇ ਵਰਕਸ਼ਾਪ ਖਤਮ ਹੋਣ ਦੇ ਵਿਚਕਾਰਲਾ ਜਿਹੜਾ ਪੀਰੀਅਡ ਸੀ, ਉਹ ਇੱਕ ਐਕਟਰ ਆਪਣੇ ਮਨ ਦੇ ਨਾਲ ਕਿੱਦਾਂ ਸੰਘਰਸ਼ ਕਰ ਰਿਹਾ ਸੀ, ਮੈਂ ਉਹ ਜਾਣਨਾ ਚਾਹੁੰਦਾ। ਸਰ ਬੇਸਿਕਲੀ ਇਦਾਂ ਹੈ ਨਾ ਕਿ ਸਭ ਤੋਂ ਵਧੀਆ ਜਿਹਨੂੰ ਆਪਾਂ ਕਹਿੰਦੇ ਨਾ ਕਿ ਸਭ ਤੋਂ ਵਧੀਆ ਹੁੰਦਾ ਹੈ ਹਨੀਮੂਨ ਪੀਰੀਅਡ। ਦ ਬੈਸਟ ਥਿੰਗ ਇਜ਼ ਦ ਹਨੀਮੂਨ ਪੀਰੀਅਡ। ਕੋਈ ਕਿਤੇ ਵੀ ਸਟਾਰਟ ਕਰਦੇ, ਕਾਰਪੋਰੇਟ ਦਾ ਇੱਕ ਵਰਡ ਹੈ ਕਿ ਜੇ ਤੁਸੀਂ ਜੌਬ ਸਟਾਰਟਿੰਗ ਚ ਲੱਗੇ ਉਹਨੂੰ ਕਹਿੰਦੇ ਦਿਸ ਇਜ਼ ਯੋਰ ਹਨੀਮੂਨ ਪੀਰੀਅਡ, ਕਿ ਤੁਹਾਨੂੰ ਹਰ ਚੀਜ਼ ਵਧੀਆ ਲੱਗ ਰਹੀ ਹੈ ਦੁਨੀਆ ਦੀ, ਤੁਹਾਨੂੰ ਪ੍ਰੋਸ ਦਿਖ ਰਹੇ ਜਾਂ ਕੌਨਸ ਨਹੀਂ ਦਿਖ ਰਹੇ। ਸੇਮ ਜਦੋਂ ਮੈਂ ਇੱਕ ਮੈਂ ਬਿਲੀਵ ਕਰਦਾ ਹਾਂ ਕਿ ਲਾਈਫ 'ਚ ਨਾ ਜਿਹੜੀ ਚੀਜ਼ ਕੰਪੀਟੀਸ਼ਨ ਨਾਲ ਮਿਲਦੀ ਹੈ ਦੈਟ ਮੀਨਸ ਉਸਦੀ ਕੋਈ ਵੈਲਿਊ ਹੈ। ਠੀਕ, ਸਭ ਤੋਂ ਪਹਿਲਾਂ ਕਿ ਤੁਸੀਂ ਠੀਕ ਹੈ, ਮੈਂ ਆਪਣੀ ਇੱਕ ਗੱਲ ਕਰਦਾ ਕਿ ਮੇਰੇ ਆਮ ਦੀ one of the first generation ਜਿਹਨੇ ਫੈਮਿਲੀ 'ਚ ਗ੍ਰੈਜੂਏਸ਼ਨ ਕੀਤੀ ਹੈ, ਰਾਈਟ। ਦੈਟ ਮੀਨਸ ਕਿ ਮੈਨੂੰ ਗਾਈਡੈਂਸ ਸ਼ੁਰੂ ਤੋਂ ਨਹੀਂ ਮਿਲ ਪਾਏਗੀ। ਅੱਜ ਮੈਂ ਜੇ ਤੁਹਾਨੂੰ ਕਹੇਗਾ ਕਿ ਬਈ +2 ਤੋਂ ਬਾਅਦ ਕਰੀਅਰ ਆਪਸ਼ਨਸ ਕੀ ਹੈ, ਮੈਂ ਤੁਹਾਨੂੰ ਇੱਕ ਲਿਸਟ ਦੇ ਸਕਦਾ। ਜੇ ਮੈਂ ਤੁਹਾਨੂੰ ਦੱਸ ਸਕਦਾ ਕਿ ਯਾਰ ਇੰਜੀਨੀਅਰਿੰਗ ਕੀਤੀ ਹੈ, ਜੇ ਸੌਫਟਵੇਅਰ ਇੰਜੀਨੀਅਰਿੰਗ ਕਰਨੀ ਇੱਥੋਂ ਇਹ ਚੀਜ਼ ਕਰੋ, ਲਾਈਕ ਦੈਟ। ਆਪਣੇ ਐਜੂਕੇਸ਼ਨ ਸਿਸਟਮ ਦੀ ਵੀ ਮੈਂ ਇੱਕ ਬੁਰਾਈ ਕੱਢਾਂਗਾ ਕਿ ਇਹ ਬਹੁਤ ਵੱਡਾ ਇੱਕ ਸਕੈਮ ਵੀ ਹੈ। ਆਈ ਬਿਲੀਵ ਕਿ ਇਹ ਇੱਕ ਬੰਦੇ ਦੀ ਕ੍ਰੀਏਟੀਵਿਟੀ ਨੂੰ ਨਾ ਅੱਗੇ ਨਹੀਂ ਵਧਣ ਦਿੰਦਾ। ਲਾਈਕ ਅੱਜ ਪ੍ਰੋਸੈਸਰ ਚੱਲ ਰਹੇ ਨੇ, i9 ਪ੍ਰੋਸੈਸਰ, i5 ਪ੍ਰੋਸੈਸਰ ਤੁਸੀਂ ਲੈਪਟਾਪ ਤੇ ਦੇਖਦੇ ਹੋ, ਬਟ ਸਟਿਲ ਆਪਾਂ ਪੜ੍ਹਦੇ ਹਾਂ 80 ਤੇ 85 ਪ੍ਰੋਸੈਸਰ, ਜੋ 90-50 ਸਾਡੇ ਟੀਚਰ ਨੇ ਪੜ੍ਹਿਆ, ਫਿਰ ਉਹਨਾਂ ਨੂੰ ਪੜ੍ਹਾਇਆ ਗਿਆ, ਫਿਰ ਸਾਨੂੰ ਪੜ੍ਹਾਇਆ ਜਾ ਰਿਹਾ ਹੈ, ਰਾਈਟ। ਲਾਈਕ ਇਨ ਦੈਟ ਵੇ ਆਪਾਂ ਇੱਕ ਰੂੜੀਵਾਦੀ ਚੀਜ਼ ਨੂੰ ਅੱਜ ਵੀ ਚਲਾਈ ਜਾ ਰਹੇ ਹਾਂ। ਆਪਾਂ ਕ੍ਰੀਏਟ ਕਰ ਦਿੰਦੇ ਹਾਂ ਕਿਸੇ ਬੰਦੇ ਨੂੰ ਕਿ ਯਾਰ ਨਾਓ ਯੂ ਹੈਵ ਅ ਡਿਗਰੀ। ਮੈਂ ਤੁਹਾਨੂੰ ਗਾਰੰਟੀ ਦਿੰਦਾ ਕਿ ਕਿਸੇ ਨੇ ਡਿਗਰੀ ਖਤਮ ਕਰ ਲਈ, ਉਹਦੇ ਹੱਥ 'ਚ ਤੁਸੀਂ ਡਿਗਰੀ ਦੇਤੀ, ਤੇ ਨਾਓ ਮੈਂ ਚੈਲੰਜ ਕਰਦਾ ਜੇ ਉਹਨਾਂ ਨੂੰ ਕਿਹਾ ਜਾਏ ਚੱਲ ਬੇਟਾ ਜੌਬ ਤੇ ਚੱਲ, ਤੁਹਾਨੂੰ ਕੀ ਆਉਂਦਾ ਹੈ? ਮੈਨੂੰ ਪਤਾ ਹੈ ਤੇ ਮੈਨੂੰ ਆਉਂਦਾ ਹੈ 'ਚ ਇਹ ਫਰਕ ਹੈ, ਰਾਈਟ। ਤੇ ਮੈਂ ਡਿਗਰੀ ਕਰਨ ਤੋਂ ਬਾਅਦ ਆਈ ਹੈਡ ਸਮ ਸੌਰਟ ਆਫ ਜੌਬਸ, ਆਈ ਡੋਂਟ ਨੋ, ਮੈਂ ਡਬਲ ਮਾਈਂਡਡ ਸੀ। ਮੈਂ ਕੱਲ ਦੀ ਗੱਲ ਦੱਸਦਾ, ਝੂਠ ਨਹੀਂ ਬੋਲ ਰਿਹਾ, ਮੈਂ ਕੱਲ ਦੀ ਹੀ ਗੱਲ ਦੱਸਦਾ। ਕੱਲ ਰਾਤੀ 2:30 ਵਜ ਰਹੇ ਹੋਣੇ, ਆਈ ਗੈਸ। ਮੈਂ ਅਮਰੀਕਨ ਟਾਈਮ ਤੇ ਕੰਮ ਕਰ ਰਿਹਾ ਰਾਈਟ ਨਾਓ, ਮੇਰੀ ਅਮਰੀਕਾ ਦੀ ਸ਼ਿਫਟ ਹੈ। ਮੈਂ ਮੈਨੇਜਰ ਨਾਲ ਗੱਲ ਕੀਤੀ ਸੀ ਤੇ ਉਹਨਾਂ ਨੇ ਹੁਣੀ ਜਸਟ ਕਹਿਤਾ ਕਿ ਤੂੰ 9:30 ਵਜੇ ਜੁਆਇਨ ਕਰ ਲਈ, 9:30 ਤੋਂ 6 ਵਾਲੀ ਜੁਆਇਨ ਕਰ ਲਈ, 5:30 ਵਜੇ ਜੇ ਤੂੰ ਕੰਮ ਹੈ ਤਾਂ ਕੋਈ ਗੱਲ ਨਹੀਂ। ਤੇ ਹੀ ਸੈਡ ਕਿ ਤੇਰੀ ਪ੍ਰੋਬਲਮ, ਉਹ ਮੈਨੇਜਰ ਨਹੀਂ, ਮੇਰੇ ਐਸਐਮਈ ਸੀਗੇ, ਤੇ ਉਦੋਂ ਗੱਲ ਹੋ ਰਹੀ ਸੀ। ਉਹ ਦਿੱਲੀ 'ਚ ਨੇ, ਆਈ ਮੀਨ ਬੇਸਿਕਲੀ ਉਹ ਲਹਿੰਦੇ ਪਾਸੇ ਹੋਈ ਹੈ, ਬਟ ਪਾਰਟੀਸ਼ਨ ਤੋਂ ਬਾਅਦ ਉੱਥੇ ਦੇ ਬੱਸੇ ਹੋਏ ਨੇ। ਤੇ ਉਹਨਾਂ ਨੇ ਮੈਨੂੰ ਕਿਹਾ ਤੇਰੇ 'ਚ ਇੱਕ ਚੀਜ਼ ਦਿਖਦੀ ਹੈ ਕਿ ਤੂੰ ਕਨਫਿਊਜ਼ਡ ਰਹਿੰਦਾ, ਯੂ ਆਰ ਦੋ ਚੀਜ਼ਾਂ ਵਿੱਚ ਹਮੇਸ਼ਾ ਤੂੰ ਕਨਫਿਊਜ਼ਡ ਰਹਿੰਦਾ, ਰਾਈਟ। ਤੇਰੇ ਕੰਮ 'ਚ ਵੀ ਦਿਖਦਾ ਹੈ, ਉਹ 'ਚ ਦਿਖਦਾ, ਕੰਮ ਬਹੁਤ ਮਿਹਨਤ ਕਰਦਾ। ਆਈ ਰਿਸੀਵ ਸਮ ਐਪਰੀਸ਼ੀਏਸ਼ਨ ਫਰੋਮ ਮਾਈ ਬ੍ਰਿਟਿਸ਼ ਟੈਲੀਕਾਮ ਰਾਈਟ ਨਾਓ। ਮੈਨੂੰ ਕੁਝ ਐਪਰੀਸ਼ੀਏਸ਼ਨ ਮਿਲੀ ਹੈ ਐਂਡ ਆਈ ਐਮ ਨੋਮੀਨੇਟਡ ਮੈਨੂੰ ਨੋਮੀਨੇਟ ਕੀਤਾ ਗਿਆ ਬੈਸਟ ਫਰੈਸ਼ਰ ਦੇ ਤੌਰ ਤੇ, ਨਿਊ ਫਰੋਮ ਬ੍ਰਿਟਿਸ਼ ਟੈਲੀਕਾਮ ਲੰਡਨ ਵੱਲੋਂ। ਉਹ ਅਲੱਗ ਗੱਲ ਹੈ, ਬਟ ਹੀ ਸੈਡ ਕਿ ਤੂੰ ਹਮੇਸ਼ਾ ਡਬਲ ਮਾਈਂਡਡ ਰਹਿੰਦਾ ਹੈ। ਇਹ ਮੇਰੀ ਪ੍ਰੋਬਲਮ ਹੈ, ਸ਼ੁਰੂ ਤੋਂ ਹੀ ਡਬਲ ਮਾਈਂਡਡ ਰਿਹਾ। ਮੈਂ ਜਦੋਂ ਸਾਇੰਸ ਆਪਟ ਕਰ ਰਿਹਾ ਸੀ, ਮੈਂ ਸਾਇੰਸ ਆਪਟ ਤਾਂ ਕਰ ਰਿਹਾ ਸੀ, ਬਟ ਮਾਈਂਡ 'ਚ ਰਹਿੰਦਾ ਕਿ ਯਾਰ ਮੇਰੇ ਕੋਲ ਹੋਰ ਆਪਸ਼ਨਸ ਨੇ, ਮੇਰੇ ਕੋਲ ਹੋਰ ਆਪਸ਼ਨਸ ਹੈ, ਸਭ ਐਕਸਪਲੋਰ ਕਰਨਾ। ਈਵਨ ਕਿ ਮੈਂ ਜੇ ਕੋਈ ਚੀਜ਼ ਵੀ ਖਰੀਦਣੀ ਹੈ, ਮੈਂ ਗੂਗਲ ਤੇ ਜਾ ਕੇ ਮੈਂ ਉਹਦੇ ਰਿਵਿਊਜ਼ ਦੇਖਦਾ। ਕੁਝ ਸੌਰਟਡ ਲੋਕ ਨੇ ਜਾ ਕੇ ਖਰੀਦ ਲਿਆ, ਹਰ ਇੱਕ ਦਾ ਵਧੀਆ ਹੁੰਦਾ, ਹਰ ਇੱਕ ਦਾ ਖਰਾਬ ਨਹੀਂ ਹੁੰਦਾ। ਆਈ ਮੀਨ ਇਟਸ ਅ ਫੈਕਟ, ਬਟ ਇਹ ਮੈਂ ਜ਼ਿਆਦਾ ਸੋਚਦਾ, ਮੈਂ ਕੌਨਸ਼ੀਅਸ ਰਹਿੰਦਾ। ਇਹਦਾ ਇੱਕ ਫਾਇਦਾ ਹੋ ਜਾਂਦਾ ਕਿ ਮੈਂ ਗਲਤੀਆਂ, ਮਤਲਬ ਕਿ ਐਰਰਸ ਮੇਰੇ ਬਹੁਤ ਕੰਮ 'ਚ ਘੱਟ ਦਿਖਦੇ ਨੇ। ਮੈਂ ਇੱਕ ਜੋ ਫਾਈਲ ਭੇਜਣੀ ਹੋਏਗੀ, ਆਈ ਥਿੰਕ ਮੈਂ ਘੱਟੋ ਘੱਟ 25 ਵਾਰ ਚੈੱਕ ਕਰਦਾ, ਚੈੱਕ ਨਹੀਂ ਆ ਚੈੱਕ ਕਰ ਲਾ, ਨਹੀਂ ਆ ਚੈੱਕ ਕਰ ਲਾ, ਨਹੀਂ ਆ ਚੈੱਕ ਕਰ ਲਾ, ਵਾਂਸ ਅਗੇਨ ਐਂਡ ਅਗੇਨ ਮੈਂ ਚੈੱਕ ਕਰਦਾ। ਐਰਰ ਦਿਖਦੇ, ਬਟ ਉਹ ਮੇਰਾ ਟਾਈਮ ਤੇ ਮੇਰਾ ਮਾਈਂਡ ਉਹ ਖਰਚ ਕਰਦਾ ਹੈ। ਜੋ ਤੁਸੀਂ ਕਿਹਾ ਕਿ ਮੈਂ ਥੀਏਟਰ ਜੁਆਇਨ ਕਰਨ ਲੱਗਾ ਸੀ, ਤੇ ਥੀਏਟਰ ਆਫ ਕੋਰਸ ਜੋ ਥੀਏਟਰ ਜੁਆਇਨ ਕਰਨ ਲੱਗਾ, ਮਾਈਂਡ 'ਚ ਰਹਿੰਦਾ ਕਿ ਯਾਰ
ਯਾਰ ਥੀਏਟਰ ਜੁਆਇਨ ਕਰ ਰਹੇ ਆ, ਫੈਮਿਲੀ ਨੇ ਪੈਸੇ ਲਗਾਏ ਹੋਏ ਨੇ, ਕਿੱਦਾਂ ਕਰੇਗਾ, ਰਾਈਟ। ਮੈਂ ਇਹ ਤਾਂ ਨਹੀਂ ਕਹਿ ਸਕਦਾ ਫੈਮਿਲੀ ਨੂੰ ਕਾਲਜ ਖਤਮ ਹੁੰਦਾ ਭਾਜੀ ਮੈਂ ਖਤਮ ਨਹੀਂ ਕਰਨਾ, ਕਿਉਂਕਿ ਵੀ ਆਲਸੋ ਹੈਵ ਰਿਸਪੌਂਸਿਬਿਲਿਟੀ ਅਮੰਗ ਟੁਵਰਡਸ them, ਰਾਈਟ। ਉਹਨਾਂ ਨੇ ਪੈਸੇ ਖਰਚੇ ਹੋਏ ਨੇ ਤੇ ਐਕਸਪੈਕਟ ਕਰਨਗੇ ਕਿ ਐਟਲੀਸਟ ਮੁੰਡਾ ਤਾਂ ਆਪਣੀ ਜਗ੍ਹਾ ਤੇ ਸੈਟਲ ਹੋਵੇ। ਤੇ ਉਸ ਤੋਂ ਬਾਅਦ ਮੈਂ ਤੁਹਾਡੇ ਕੋਲ ਆਇਆ ਤੇ ਆਈ ਬਿਲੀਵ ਮੈਂ ਜਦੋਂ ਵਿਰਸਾ ਵਿਹਾਰ ਸੀਗਾ ਸਾਰਾ ਦਿਨ ਇੰਜੋਇਮੈਂਟ ਕਿ ਸਿੱਖਣਾ ਚੱਲਦਾ ਹੈ, ਟਾਈਮ ਨਹੀਂ ਮਿਲਦਾ ਵਿਰਸਾ ਵਿਹਾਰ। ਤੁਸੀਂ ਜੇ ਤੁਸੀਂ ਵਰਕਸ਼ਾਪ 'ਚ ਸਵੇਰੇ ਉੱਠ ਜਾਣਾ, ਪਰਸੋਂ ਸਰ ਦੀ ਕਲਾਸ ਤੋਂ ਲੈ ਕੇ ਸ਼ਾਮੀ ਪ੍ਰੋਡਕਸ਼ਨ ਤੱਕ ਕੰਮ ਚੱਲਦੇ ਰਹਿਣਾ, ਰਾਈਟ। ਤੇ ਤੁਹਾਨੂੰ ਹੋਰ ਕੋਈ ਕਰਨ ਦਾ ਟਾਈਮ ਨਹੀਂ ਮਿਲਦਾ। ਬਟ ਉਹੀ ਆਫਟਰ ਦੈਟ ਟਾਈਮ ਮੈਂ ਸੋਚਦਾ ਹੀ ਕਿ ਮੈਂ ਇੱਥੇ ਕੀ ਕਰ ਰਿਹਾ। ਮੈਂ ਇਹ ਨਹੀਂ ਕਹਿ ਰਿਹਾ ਕਿ ਮੈਂ ਇੰਜੋਏ ਨਹੀਂ ਕਰ ਰਿਹਾ, ਬਟ ਸਟਿਲ ਦਿਮਾਗ ਚਾਹੁੰਦਾ ਕਿ ਮੈਂ ਕਰ ਕੀ ਰਿਹਾ, ਬਿਕੋਜ਼ ਸਮਵਨ ਫਰੋਮ ਮਾਈ ਕਾਲਜ ਗੋਇੰਗ, ਕੋਈ ਅਬਰੋਡ ਜਾ ਰਿਹਾ, ਕੋਈ ਇਸ ਕੰਪਨੀ 'ਚ ਜਾ ਰਿਹਾ। ਮੇਰਾ ਚਾਈਲਡਹੁੱਡ ਫਰੈਂਡ ਜਾਂ ਬੈਸਟ ਫਰੈਂਡ ਕਹਿ ਸਕਦੇ ਹੋ, ਦਿੱਲੀ ਜੌਬ ਕਰ ਰਿਹਾ ਟਾਟਾ ਕੰਸਲਟੈਂਸੀ 'ਚ। ਆਈ ਬਿਲੀਵ ਕਿ ਹਾਂ ਮੈਂ ਉਹ ਚੀਜ਼ ਨਹੀਂ ਬਣਨਾ ਚਾਹੁੰਦਾ ਸੀ ਕਿ ਲੋਕ ਮੈਨੂੰ ਕਹਿਣ ਕਿ ਆਈ ਥਿੰਕ ਇਹ ਬਹੁਤ ਬੁਰੀ ਚੀਜ਼ ਹੈ ਕਿ ਲੋਕ ਕੀ ਕਹਿਣਗੇ, ਬਟ ਸਟਿਲ ਕਿ ਲੋਕ ਇਹ ਨਾ ਕਹਿਣ ਕਿ ਯੈਸ ਤੈਨੂੰ ਓਪਰਚੁਨਿਟੀਜ਼ ਨਹੀਂ ਮਿਲੀਆਂ ਤੇ ਤੂੰ ਇੱਕ ਆਪਣੇ ਆਪ ਨੂੰ ਕਲਾਕਾਰ ਦੇ ਬਹਾਨੇ ਜਾਂ ਇਦਾਂ ਲੈ ਕੇ ਜਾ ਰਿਹਾ। ਆਈ ਥਿੰਕ ਸਭ ਨਾਲ ਹੁੰਦਾ। ਤੇ ਮੈਂ ਫਿਰ ਜੌਬ ਨੂੰ ਮੈਂ ਪਹਿਲਾਂ ਅਪਲਾਈ ਕੀਤਾ ਹੋਇਆ ਸੀ ਤੇ ਉਹ ਸਮਹਾਉ ਜੌਬ ਦੀ ਇਨਵਾਈਟ ਜੌਬ ਦੀ ਆਫਰ ਆ ਗਿਆ ਤੇ ਮੈਂ ਅੰਮ੍ਰਿਤਸਰ ਰਹਿ ਕੇ ਹੀ ਡਿਊਰਿੰਗ ਦਿਸ ਮੈਂ ਅੰਮ੍ਰਿਤਸਰ ਕੈਫੇ ਜਾ ਕੇ ਉਹ ਫੋਰਮਸ ਭਰੇ ਸੀਗੇ, ਤਾਂ ਨਾਲ ਗੱਲ ਵੀ ਕੀਤੀ ਸੀ ਮੈਂ। ਤੇ ਇੱਕ ਪਾਸੇ ਮਨ ਸੀਗਾ ਕਿ ਐਮਏ ਥੀਏਟਰ ਕਰ ਲਓ, ਰਾਈਟ। ਮੈਂ ਤਾਂ ਨਾਲ ਗੱਲ ਵੀ ਕੀਤੀ ਕਿ ਸਰ ਮੈਂ ਐਮਏ ਥੀਏਟਰ ਕਰ ਲਵਾਂ, ਤੇ ਤੁਸੀਂ ਕਿਹਾ ਹੈ ਕਿ ਐਮਏ ਥੀਏਟਰ ਇੰਸਟੈਡ ਆਫ ਦੈਟ ਉਹ ਵਧੀਆ ਹੈ, ਬਟ ਤੂੰ ਥੀਏਟਰ ਵੱਲ ਜੇ ਧਿਆਨ ਦੇਂਗਾ ਦੇ ਸਕਦਾ। ਬਟ ਕੋਈ ਗੱਲ ਹੋਈ ਸੀ ਆਪਣੀ, ਤੁਸੀਂ ਮੈਨੂੰ ਗਾਈਡ ਕੀਤਾ ਸੀ ਕਿ ਥੀਏਟਰ ਵੱਲ ਆਪਣਾ ਸਟੇਜ ਤੇ ਫੋਕਸ ਜ਼ਿਆਦਾ ਕਰਨਾ ਚਾਹੀਦਾ ਬੰਦੇ ਨੂੰ। ਤੇ ਉਸ ਤੋਂ ਬਾਅਦ ਫਿਰ ਡਬਲ ਮਾਈਂਡ ਕਿ ਯਾਰ ਮੈਂ ਐਮਏ ਕਰਾਂ ਕਿ ਨਾ ਕਰਾਂ। ਤੇ ਪ੍ਰੋਬਲਮ ਹੈ ਕਿ ਜਦੋਂ ਮੈਂ ਚੂਜ਼ ਕਰ ਲਿਆ ਉਸ ਤੋਂ ਬਾਅਦ ਹੀ ਮਾਈਂਡ 'ਚ ਰਹੇਗਾ ਯਾਰ ਉਹ ਵੀ ਤਾਂ ਬੈਟਰ ਹੋ ਸਕਦਾ ਸੀ। ਇਹ ਜੋ ਚੀਜ਼ ਹੈ ਨਾ ਤੁਹਾਡੀ, ਤੁਹਾਨੂੰ ਬਹੁਤ ਡਿਸਟਰਬ ਕਰਦੀ ਹੈ ਤੇ ਤੁਹਾਡੀ ਐਨਰਜੀਜ਼ ਜੋ ਹੈਗੀਆਂ ਨੇ ਉਹ ਬਹੁਤ ਹੀ ਜ਼ਿਆਦਾ ਖਰਾਬ ਕਰਦੀਆਂ ਨੇ। ਕਿ ਡਬਲ ਮਾਈਂਡ ਨਹੀਂ ਹੋਣਾ ਚਾਹੀਦਾ। ਇਹ ਮੇਰੇ ਡਬਲ ਮਾਈਂਡ ਇਨ ਦਾ ਬ੍ਰੇਨ ਸੀਗਾ। ਥੀਏਟਰ ਕਰਨ ਤੋਂ ਬਾਅਦ ਜਦੋਂ ਮੈਂ ਕਾਰਪੋਰੇਟ 'ਚ ਗਿਆ, ਉਹ ਇੱਕ ਬਹੁਤ ਹੀ ਅਲੱਗ ਦੁਨੀਆ ਹੈ। ਆਈ ਬਿਲੀਵ ਕਿ ਸਭ ਨੂੰ ਜੌਬ ਨਹੀਂ ਮਿਲਦੀ ਇੰਡੀਆ 'ਚ ਰਾਈਟ ਨਾਓ। ਬਿਲੀਵ ਬਹੁਤ ਲੋਕ ਨਿਕਲਦੇ ਨੇ ਕਾਲਜ, ਯੰਗ ਸਪੈਸ਼ਲੀ ਯੰਗਸਟਰਸ ਜਿਹੜੇ ਅਨਸਕਿਲਡ ਨੇ। ਕੰਪਨੀਜ਼ ਕਹਿੰਦੇ ਤੁਸੀਂ ਸਕਿੱਲ ਲੈ ਕੇ ਆਓ, ਤੇ ਯੰਗਸਟਰਸ ਕਹੇ ਕਿ ਬਈ ਤੁਸੀਂ ਸਾਨੂੰ ਰੱਖੋਗੇ ਨਹੀਂ, ਸਾਨੂੰ ਐਕਸਪੋਜ਼ਰ ਨਹੀਂ ਦਿਓਗੇ, ਅਸੀਂ ਸਕਿੱਲਸ ਕਿੱਥੋਂ ਲੈ ਕੇ ਆਵਾਂਗੇ, ਰਾਈਟ। ਸਮਹਾਉ ਮਿਹਨਤ ਦੀ ਵੀ ਗੱਲ ਹੁੰਦੀ ਹੈ, ਬਟ ਹਾਂ ਗਾਈਡੈਂਸ ਹੀ ਨਹੀਂ ਹੈ ਤੇ ਕਿੱਦਾਂ ਕਰੋਗੇ। ਮੈਨੂੰ ਜੇ ਸਿਖਾਇਆ ਹੀ ਨਹੀਂ ਗਿਆ ਕਾਲਜ 'ਚ ਕਿ ਤੁਸੀਂ, ਮੈਂ ਆਪਣੇ ਕਾਲਜ ਦੀ ਖਾਸ ਇੱਕ ਨਾਮ ਨਹੀਂ ਦੱਸ ਰਿਹਾ, ਕਾਲਜ ਬਹੁਤ ਵਧੀਆ ਡੀਏਵੀ ਯੂਨੀਵਰਸਿਟੀ ਤੇ ਉਹਦਾ ਕਲਚਰ ਐਂਡ ਆਲ ਬਹੁਤ ਵਧੀਆ। ਮੈਂ ਸਪੈਸੀਫਿਕ ਕਿਸੇ ਵੀ ਇੱਕ ਲੇਮਨ ਕਾਲਜ ਦੀ ਗੱਲ ਦੱਸ ਰਿਹਾ ਜਾਂ ਕੋਈ ਇੰਸਟੀਚਿਊਟ ਤੇ ਜੇ ਮੈਨੂੰ ਸਿਖਾਇਆ ਹੀ ਨਹੀਂ ਗਿਆ ਕਿ ਤੁਸੀਂ ਕਿੱਦਾਂ ਅੱਗੇ ਵਧਣਾ ਹੈ, ਕਿੱਦਾਂ ਕੀ ਕਰਨਾ ਹੈ, ਤੇ ਉਹ ਚੀਜ਼ ਜੇ ਸੈਲਫ ਮਿਹਨਤ ਕਰਨੀ ਹੈ ਤਾਂ ਮੈਂ ਇੰਟਰਨੈਟ ਤੋਂ ਹੀ ਪੜ੍ਹ ਸਕਦਾ, ਰਾਈਟ। ਇਸ ਚੀਜ਼ ਨੇ ਮੈਨੂੰ ਕਾਫੀ ਸਰਵਾਈਵ ਵੀ ਕਰਵਾਇਆ ਆਈ ਗੈਸ। ਮੈਂ ਮੋਹਾਲੀ ਅਰਾਊਂਡ ਜਾ ਕੇ ਮੈਂ ਇਦਾਂ ਹੁੰਦਾ ਹੈ ਕਿ ਮੈਂ ਕਾਲਜ ਦੇ ਫਾਈਨਲ ਈਅਰ 'ਚ ਫਾਈਨਲ ਸਮੈਸਟਰ 'ਚ ਸਵੇਰੇ 4 ਵਜੇ ਉੱਠ ਕੇ ਮੋਹਾਲੀ ਦੀ ਬੱਸ ਫੜ ਲੈਣੀ ਹੈ, 4-5 ਵਜੇ ਉੱਠ ਕੇ ਨਿਕਲ ਜਾਣਾ ਸੋ ਦੈਟ ਕਿ ਮੈਂ 9 ਵਜੇ ਤੱਕ ਇੰਟਰਵਿਊ ਤੇ ਪਹੁੰਚਾਂ, ਫਿਰ ਰਾਤ ਨੂੰ 10-11 ਵਜੇ ਜਾਣਾ, ਫਿਰ ਅਗਲੇ ਦਿਨ ਦੀ ਤਿਆਰੀ ਆਈ ਗੈਸ। ਤੇ ਮੈਂ ਐਟਲੀਸਟ ਆਪਣੇ ਕਾਲਜ ਟਾਈਮ ਤੇ 50 ਇੰਟਰਵਿਊਜ਼ ਦਿੱਤੇ ਸੀ, 50 ਇੰਟਰਵਿਊਜ਼ ਦੇ ਚੁੱਕਾ ਹਾਂ, 50-60 ਇੰਟਰਵਿਊਜ਼ ਮਤਲਬ। ਤੇ ਹਰ ਵਾਰ ਰਿਜੈਕਸ਼ਨ ਵੀ ਹੁੰਦੀ ਰਹੀ, ਮਤਲਬ 50-50 ਰਿਹਾ, 60-50 ਰਿਹਾ। 60 'ਚ ਜੌਬ ਮਿਲ ਗਈ, ਬਟ ਜੌਬ ਮਿਲਣ ਤੋਂ ਬਾਅਦ ਫਿਰ ਮੇਰੇ ਮਾਈਂਡ 'ਚ ਰਹਿਣਾ ਕਿ ਯਾਰ ਮੈਂ ਜੌਬ ਕਰਨਾ ਹੀ ਨਹੀਂ ਚਾਹੁੰਦਾ, ਵਾਲੀ ਮੈਨੂੰ ਪਸੰਦ ਹੀ ਨਹੀਂ ਹੈ। ਆਪਾਂ ਕੀ ਕਰਦੇ ਨੇ ਕਿ ਕਾਹਲੀ 'ਚ ਇਹਨੂੰ ਕਿ ਮੈਨੂੰ ਜੌਬ ਚਾਹੀਦੀ, ਜੌਬ ਮਿਲੀ ਤੇ ਫਿਰ ਯਾਰ ਮੈਂ ਜੌਬ ਕਰਨੀ ਨਹੀਂ, ਫਿਰ ਲੈਣ ਕਿਉਂ ਗਿਆ। ਇੱਕ ਟਾਈਮ ਤੇ ਪਾਪਾ ਨੇ ਵੀ ਸਵਾਲ ਉਠਾਤਾ ਕਿ ਬਈ ਤੂੰ ਜੌਬ ਨਹੀਂ ਕਰਨਾ ਚਾਹੁੰਦਾ ਵਾਲੀ। ਮੈਂ ਆਈ ਡੋਂਟ ਨੋ ਮੈਂ ਕੀ ਕਰ ਰਿਹਾ ਮਾਈਂਡ 'ਚ, ਮੈਨੂੰ ਪਤਾ ਨਹੀਂ ਸੀ। ਥੀਏਟਰ ਜਾਣ ਤੋਂ ਬਾਅਦ ਜਦੋਂ ਮੈਂ ਕਾਰਪੋਰੇਟ 'ਚ ਗਿਆ, ਜਦੋਂ ਕਾਰਪੋਰੇਟ ਦੀ ਮੈਂ ਗੱਲ ਤੇ ਆਉਂਦਾ ਕਿ ਕਾਰਪੋਰੇਟ ਜੋ ਹੈ ਨਾ, ਇਟਸ ਨਾਟ ਲਾਈਕ ਕਿ ਤੁਸੀਂ ਜਾਂ ਮੈਂ ਬਹੁਤ ਸਪੈਸ਼ਲ ਫੀਲ ਕਰਦੇ ਆ, ਰਾਈਟ। ਤੁਸੀਂ ਆਪਣੇ ਘਰ 'ਚ ਸੂਟ ਬੂਟ ਪਾ ਕੇ ਐਂਡ ਆਪਣੇ ਆਪ ਵੱਲੋਂ ਬੈਸਟ ਹੋ ਕੇ ਜਾਂਦੇ ਹੋ, ਤੁਸੀਂ ਆਪਣੇ ਕਮਰੇ 'ਚ ਸਭ ਤੋਂ ਸੋਹਣੀ ਚੀਜ਼ ਤੁਸੀਂ ਲੱਗ ਰਹੇ ਹੁੰਦੇ ਹੋ। ਬਟ ਜਦੋਂ ਤੁਸੀਂ ਉਸ ਫੀਲਡ 'ਚ ਜਾਂਦੇ ਹੋ, ਆਈ ਮੀਨ ਤੁਸੀਂ ਗੁੜਗਾਉਂ ਦੇ ਸਾਈਬਰ ਸਿਟੀ ਜਾਓਗੇ ਤਾਂ ਤੁਹਾਨੂੰ ਲੱਗੇਗਾ ਕਿ ਇਟਸ ਨਾਟ, ਇੱਕ ਇੰਡੀਆ ਦਾ ਇੱਕ ਸ਼ਹਿਰ ਨਹੀਂ ਹੈ, ਬਹੁਤ ਸਾਰੇ ਸ਼ਹਿਰ ਨੇ, ਪੂਨੇ ਹੈ, ਦਿੱਲੀ ਹੈ, ਬੈਂਗਲੋਰ ਹੈ, ਬਟ ਮੈਂ ਫਸਟ ਮੇਰਾ ਐਕਸਪੋਜ਼ਰ ਮੈਟਰੋ ਸਿਟੀ 'ਚ ਗੁੜਗਾਉਂ ਦਾ ਸੀ। ਤੇ ਆਈ ਸੈਡ ਕਿ ਆਈ ਸੌ ਕਿ ਬਹੁਤ ਸਾਰੀ ਬਿਲਡਿੰਗਸ ਨੇ, ਬਹੁਤ ਸਾਰੇ ਲੋਕ ਨੇ, ਜੋ ਤੁਸੀਂ ਆਪਣੇ ਵੱਲੋਂ ਤਿਆਰ ਹੋ ਕੇ ਜਾ ਰਹੇ ਹੋ ਕਿ ਮੈਂ ਸਪੈਸ਼ਲ ਹਾਂ, ਰਾਈਟ। ਬਟ ਜੋ ਤੁਸੀਂ ਉਸ ਪਾਥਵੇ ਤੇ ਚੱਲਦੇ ਹੋ ਆਪਣੀ ਕੰਪਨੀਜ਼ ਵਾਲੇ, ਇਧਰ ਆਈ ਮੀਨ ਫੇਸਬੁੱਕ ਵੀ ਉੱਥੇ ਹੈ, ਮਾਈਕਰੋਸੌਫਟ ਵੀ ਉੱਥੇ ਹੈ, ਗੂਗਲ ਵੀ ਉੱਥੇ ਹੈ, ਬ੍ਰਿਟਿਸ਼ ਟੈਲੀਕਾਮ, ਜੀਓ, ਬਹੁਤ ਸਾਰੀ ਕੰਪਨੀਜ਼, HP ਤੋਂ ਲੈ ਕੇ ਸੈਮਸੰਗ ਤੋਂ ਲੈ ਕੇ ਨੋਕੀਆ ਤੋਂ ਲੈ ਕੇ ਕੁਝ ਵੀ, ਐਪਲ ਦੇ ਆਫਿਸ ਤੋਂ ਲੈ ਕੇ ਸਾਈਬਰ ਹੱਬ ਹੈ, IT ਸੈਕਟਰ ਹੈ। ਤੇ ਜੋ ਤੁਸੀਂ ਪਾਥਵੇ ਤੇ ਜਾਂਦੇ ਹੋ ਨਾ, ਤੁਹਾਡੇ ਵਰਗੇ ਬਹੁਤ ਲੋਕ ਬਸ ਭੱਜ ਰਹੇ ਹੁੰਦੇ ਨੇ ਆਪਣੇ ਜੌਬ ਵੱਲ, ਰਾਈਟ। ਤੁਹਾਡੇ ਕੋਲ
ਮਤਲਬ ਕਿ ਪੈਸਾ ਦਿਖੇਗਾ ਤੁਹਾਨੂੰ, ਬਟ ਉਹ ਇੱਕ ਕਾਈਂਡ ਆਫ ਸਪੈਸ਼ਲਿਟੀ ਜਿਹੜੀ ਹੁੰਦੀ ਹੈ, ਯੂਨੀਕਨੈਸ, ਜੋ ਤੁਸੀਂ ਆਪਣੇ ਕਮਰੇ ਵਿੱਚ ਲੈ ਕੇ ਚੱਲੇ ਸੀ ਕਿ ਮੈਂ ਸਪੈਸ਼ਲ ਲੱਗ ਰਿਹਾ, ਬਟ ਉਹ ਸਪੀਡ 'ਚ ਜਾਓਗੇ ਤੁਸੀਂ ਵੀ ਫਿਰ ਦੌੜਨ ਲੱਗ ਜਾਂਦੇ ਹੋ, ਤੁਹਾਡੀ ਇੱਕ ਯੂਨੀਕਨੈਸ ਜੋ ਹੈ ਉਹ ਨਹੀਂ ਰਹਿੰਦੀ, ਰਾਈਟ। ਮੈਂ ਇਹ ਨਹੀਂ ਕਹਿੰਦਾ ਕਾਰਪੋਰੇਟ ਖਰਾਬ ਹੈ, ਕਾਰਪੋਰੇਟ ਇਜ਼ ਦਾ ਵਨ ਆਫ ਦੀ ਬੈਸਟ ਥਿੰਗ ਟੂ ਵਰਕ ਵਿਦ। ਆਈ ਮੀਨ ਜੇ ਮੈਂ ਤੁਹਾਨੂੰ ਕਹਾਂ ਕਿ ਜੇ ਤੂੰ ਨੌਕਰੀ ਕਰਨੀ ਹੈ ਤਾਂ ਬੈਸਟ ਜਗ੍ਹਾ ਤੇ ਕਰੋ। ਜੇ ਮੈਂ ਐਕਟਿੰਗ ਸਿੱਖਣਾ ਚਾਹੁੰਦਾ ਹੈ ਤਾਂ ਵਾਈ ਡੋਂਟ ਯੂ ਆਪਟ ਫॉर ਨੈਸ਼ਨਲ ਸਕੂਲ ਆਫ ਡਰਾਮਾ, NFD ਕਿਉਂ ਨਹੀਂ ਜਾ ਸਕਦਾ, ਰਾਈਟ। ਟਰਾਈ ਕਰੋ। ਮੈਂ ਕਿਸੇ ਸ਼ਹਿਰ ਦੇ ਛੋਟੇ ਅਦਾਰੇ ਤੋਂ ਕਿਉਂ ਸਿੱਖਣ ਜਾਵਾਂ, ਰਾਈਟ। ਜੇ ਮੈਨੂੰ MNCs ਮਿਲ ਰਹੀਆਂ ਉੱਥੇ, MNCs 'ਚ ਕੀ ਤੁਹਾਨੂੰ ਆਪਸ਼ਨ ਮਿਲ ਰਹੀ ਹੈ ਕਿ ਬਈ ਯੂ ਹੈਵ ਲੋਟ ਆਫ ਅਲਾਉੈਂਸਸ। ਮੈਨੂੰ ਕਾਰ ਲੈਣ ਆਉਂਦੀ ਸੀ ਤੇ ਨੋਟ, ਮੈਂ ਸਪੈਸ਼ਲ ਨਹੀਂ ਹੈ, ਮੈਂ ਤੁਹਾਨੂੰ ਕਹਿ ਰਿਹਾ, ਰਾਈਟ। ਮੈਨੂੰ ਕਾਰ ਲੈਣ ਆਉਂਦੀ ਸੀ, ਹਮਨੇ ਲੱਗੇਗਾ ਕਿ ਯਾਰ ਯੂ ਆਰ ਸਪੈਸ਼ਲ, ਬਟ ਨੋ, 5000 ਇੰਪਲੋਈਜ਼ ਚੱਲ ਰਹੇ ਨੇ, ਪੂਰਾ ਗੁੜਗਾਉਂ ਦੀ ਸੜਕਾਂ ਭਰੀਆਂ ਪਈਆਂ ਕਾਰਾਂ ਨਾਲ, ਰਾਈਟ। ਮੈਂ ਉੱਥੇ ਐਂਟਰੀ ਕਰ ਰਿਹਾ ਤੇ 3 ਸਿਕਿਉਰਿਟੀ ਚੈੱਕਸ ਨੇ, ਉਸ ਤੋਂ ਬਾਅਦ ਫੁਲੀ ਸੈਂਟਰਲਾਈਜ਼ ਜੋ 에ਅਰ ਕੰਡੀਸ਼ਨਿੰਗ ਜੋ ਬੇਸਿਕ ਰੂਲ ਹੈ, ਤੁਹਾਨੂੰ ਲੈਪਟਾਪ ਦਿੱਤਾ ਜਾ ਰਿਹਾ ਜਾਂ ਤੂੰ ਇਹ ਲਓ ਤੁਸੀਂ ਉਹ ਲਓ, ਬਟ ਠੀਕ ਹੈ, ਬਟ ਇੱਕ ਟਾਈਮ ਤੋਂ ਬਾਅਦ ਉਹ ਐਕਸਾਈਟਮੈਂਟ ਖਤਮ ਹੋ ਜਾਂਦੀ ਕਿਉਂਕਿ ਲਾਈਫ ਮੋਨੋਟੋਨਸ ਹੋ ਜਾਂਦੀ ਹੈ, ਰਾਈਟ। ਇੱਕ ਟਾਈਮ ਤੇ ਬਾਅਦ ਤੁਹਾਨੂੰ ਇੱਕ ਨਵਾਂ ਫੋਨ ਮੈਂ ਦੇ ਦੇਵਾਂ, ਆਈਫੋਨ ਦੇ ਦੇਵਾਂ, ਤੁਸੀਂ ਉਹਨੂੰ ਇੱਕ ਹਫ਼ਤੇ ਜਾਂ 10 ਦਿਨ ਬਾਅਦ ਐਕਸਾਈਟਿਡ ਨਹੀਂ ਰਹੋਗੇ ਕਿ ਘਰ 'ਚ ਕੋਈ ਨਈ ਚੀਜ਼ ਆਈ ਹੈ। ਤੇ ਮੈਂ ਬਹੁਤ ਲੋਕ ਦੇਖੇ ਜੋ ਆਪਣੇ ਜੌਬ 'ਚ ਬਹੁਤ ਜ਼ਿਆਦਾ ਐਕਸਾਈਟਿਡ ਸੀ। ਆਈ ਫੈਲਟ ਲਾਈਕ ਕਿ ਨਹੀਂ, ਮੈਂ ਦੋ ਮਾਈਂਡ ਹਾਲੇ ਵੀ ਲੈ ਕੇ ਚੱਲ ਰਿਹਾ ਜੋ ਕਿ ਨਹੀਂ ਲੈ ਕੇ ਚੱਲਣਾ ਚਾਹੀਦਾ, ਕਿ ਹਜੇ ਮੇਰੇ ਦਿਮਾਗ 'ਚ ਹੈ ਕਿ ਨਹੀਂ ਯਾਰ ਮੈਂ ਟੈਂਪਰੇਰੀ ਕਰ ਰਿਹਾ ਤੇ ਮੈਂ ਥੀਏਟਰ ਵੱਲ ਹੀ ਜਾ ਕੇ ਕੁਝ ਨਾਮ ਕਮਾਊਂਗਾ ਜਾਂ ਐਡਾ ਕੰਮ ਕਰੂੰਗਾ। ਉਸ ਚੀਜ਼ 'ਚ ਕੀ ਦਿਖਦਾ ਹੈ ਕਿ ਤੁਹਾਡੀ ਹੈਪੀਨੈਸ ਚਲੀ ਜਾਂਦੀ ਹੈ, ਤੁਹਾਡੀ ਸੈਟਿਸਫੈਕਟਰੀ ਚਲੀ ਜਾਂਦੀ ਹੈ, ਰਾਈਟ। ਮੈਂ ਕਿਸੇ ਨੂੰ ਗਾਰੰਟੀ ਜੇ ਦੇਣਾ ਚਾਹਾਂ 6 ਮਹੀਨੇ ਦੀ, ਸਰ 6 ਮਹੀਨੇ ਮੈਂ ਗਾਰੰਟੀ ਨਹੀਂ ਦੇ ਸਕਦਾ। ਮੈਨੂੰ ਨਹੀਂ ਪਤਾ ਕਿ ਮੈਂ 6 ਮਹੀਨੇ ਕਿੱਥੇ ਆ, ਭਾਵੇਂ ਮੈਂ 1 ਸਾਲ ਤੋਂ ਬੈਠਾ ਹੋਇਆ, ਬਟ ਮੈਨੂੰ ਗਾਰੰਟੀ ਨਹੀਂ ਹੈ ਕਿ ਮੈਂ 6 ਮਹੀਨੇ, ਰਾਈਟ। ਤੇ ਉਹ ਗਾਰੰਟੀ ਵਾਲੀ ਜੋ ਚੀਜ਼ ਹੈ, ਉਹ ਹੁਣ ਮੈਂ ਇੱਥੇ ਲੋਕਡਾਊਨ 'ਚ ਇਹ ਸਭ ਚੀਜ਼ਾਂ ਸੋਚਣੀਆਂ ਸ਼ੁਰੂ ਕੀਤੀਆਂ ਕਿ ਲਾਈਕ ਸਵੇਰੇ ਤੁਸੀਂ ਉੱਠਣਾ ਹੈ, ਜੌਬ 'ਚ ਜਾ ਰਹੇ ਹੋ, ਇੱਕ ਟਾਈਮ ਮਜ਼ਾ ਆਏਗਾ ਕਿ ਕੰਮ ਕਰ ਰਹੇ ਵੀ ਨया ਕਲਾਇੰਟ ਆਇਆ। ਆਈ ਰਿਮੈਂਬਰ ਕਿ ਜਦੋਂ ਮੈਂ ਫਸਟ ਟਾਈਮ ਕਿਸੇ USA 'ਚ ਮੈਂ ਕਾਲ ਲਗਾਉਣੀ ਸੀ ਕੋਈ ਅਰਜੈਂਟ ਸਾਈਟ ਤੇ ਰਿਲੇਟਡ ਸੀ, ਮੈਂ ਪੈਪਸੀਕੋ 'ਚ ਕੰਮ ਬ੍ਰਿਟਿਸ਼ ਐਲੀਅਮ 'ਚ ਕੰਮ ਕਰਦਾ ਤੇ ਪ੍ਰੋਜੈਕਟ ਮੇਰਾ ਪੈਪਸੀਕੋ ਦਾ ਹੈ, ਜੋ ਪੈਪਸੀਕੋ ਕਾਰਪੋਰੇਸ਼ਨ ਹੈ ਪੂਰੀ, ਉਹਦੇ ਨੈਟਵਰਕ ਗਲੋਬਲੀ ਆਲ ਓਵਰ ਦੀ ਵਰਲਡ, ਕਿਤੇ ਵੀ ਤੁਸੀਂ ਅਮਰੀਕਾ, ਲੈਟਿਨ ਅਮਰੀਕਾ, ਰਸ਼ੀਆ, ਏਸ਼ੀਆ, ਵਟਐਵਰ ਇਟ ਇਜ਼, ਰਾਈਟ। ਤੇ ਉਹਨੂੰ ਮੈਂ ਕਾਲ ਲਗਾਣੀ ਸੀ ਤੇ ਮੇਰੇ ਹੱਥ ਪੈਰ ਕੰਬ ਰਹੇ, ਦੀਵਾਲੀ ਦਾ ਟਾਈਮ ਸੀ ਆਈ ਗੈਸ, ਬਹੁਤ ਮੇਰੇ ਹੱਥ ਪੈਰ ਕੰਬ ਰਹੇ ਕਿ ਮੈਨੂੰ ਕਿੱਦਾਂ ਗੱਲ ਕਰਾਂਗਾ। ਮੈਂ ਅੱਜ ਤੱਕ ਫੋਰਨ ਨਾਲ ਗੱਲ ਨਹੀਂ ਕੀਤੀ, ਇੰਗਲਿਸ਼ ਆਉਂਦੀ ਹੈ ਬਟ ਮੈਨੂੰ ਨਹੀਂ ਪਤਾ ਕਿੱਦਾਂ ਗੱਲ ਕਰੀਦੀ ਹੈ। ਤੇ ਮੈਂ ਨਾਲ ਗੱਲ ਕੀਤੀ ਤੇ ਕਿਤੇ ਮੇਰੀ ਗਲਤੀ ਹੋ ਰਹੀ ਸੀ ਕੋਈ ਫੋਨੈਟਿਕਲੀ ਜਵਾਬ ਦੇਣ, ਜੇ ਲਾਈਕ ਮੈਂ ABC ਬੋਲਾਂਗਾ ਉਹਨਾਂ ਨੂੰ, ਲਾਈਕ ਜੇ ਮੈਂ ਕੇਵਲ ਬੋਲੂੰਗਾ ਤੇ ਕੇਵਲ ਨਹੀਂ ਬੋਲ ਸਕੂੰਗਾ, ਉਹ ਸਮਝੇਗਾ ਨਹੀਂ। ਮੈਂ KEW ਬੋਲੂੰਗਾ ਨਹੀਂ ਸਮਝੇਗਾ, ਮੈਨੂੰ ਫੋਨੈਟਿਕਲੀ ਬੋਲਣਾ ਪੈਂਦਾ। ਮੈਂ ਕਿਲੋ, ਐਕੋ, ਵਿਸਕੀ, ਅਲਫਾ, ਲਿਮਾ, ਉਹਨਾਂ ਦੇ ਫੋਨੈਟਿਕਸ ਨੇ ਸਟੈਂਡਰਡਾਈਜ਼ ਕੀਤੇ, ਉਹਦਾ ਬੋਲਣਾ ਮੈਨੂੰ ਆਉਂਦਾ ਨਹੀਂ ਸੀ। ਤੋ ਅਮਰੀਕਨ ਹੱਸ ਪਿਆ, ਰਾਈਟ। ਬਹੁਤ ਮਾਮੂਲੀ ਜੀ ਗੱਲ ਹੈ, ਹੱਸ ਪਿਆ, ਬਟ ਮੇਰੇ ਵਾਸਤੇ ਸੀ ਕਿ ਯਾਰ ਇਹ ਬੰਦਾ ਹੱਸ ਕਿਉਂ ਰਿਹਾ ਮੇਰੇ ਤੇ, ਹਨਾ। ਮੈਂ ਫੋਨ ਇੱਕ ਪਾਸੇ ਰੱਖ ਕੇ ਮੈਂ ਬੁਲਾਇਆ ਕਿਸੇ ਨੂੰ, ਮੈਂ ਕਿਹਾ ਯਾਰ ਇਹ ਹੱਸ ਰਿਹਾ ਤੇ ਮੈਂ ਇਹਨੂੰ ਉਲਟਾ ਬੋਲ ਦਾਂਗਾ, ਜੋ ਕਿ ਬਹੁਤ ਹੀ ਗਲਤ ਚੀਜ਼ ਸੀ ਆਈ ਗੈਸ। ਤੇ ਐਕਸਾਈਟਮੈਂਟ ਨੂੰ ਯਾਰ ਮੈਂ ਪਹਿਲੀ ਵਾਰ ਕਿਸੇ ਫੋਰਨਰ ਨਾਲ ਗੱਲ ਕੀਤੀ, ਅੱਜ ਮੈਂ ਕਿਸੇ ਨਾਲ ਗੱਲ ਕਰਦਾ ਕਿ ਇਟਸ ਲਾਈਕ ਯੂਜ਼ ਟੂ ਹੈ ਕਿ ਬਈ ਕੋਈ ਇੰਗਲੈਂਡ ਤੋਂ ਫੋਨ ਆਇਆ ਜਾਂ ਅਮਰੀਕਾ ਤੋਂ ਜਾਂ ਕਿਸੇ ਨਾਲ ਮੈਂ ਗੱਲ ਕਰ ਰਿਹਾ, ਇਟਸ ਲਾਈਕ ਕਿ ਹਾਂ ਠੀਕ ਹੈ ਯਾਰ ਇਹ ਬੰਦਾ ਦੇਖ ਲਾਂਗੇ ਇਹਨੂੰ, ਹਨਾ, ਜਾਂ ਨਾ ਬਹਿਸਬਾਜ਼ੀ ਚੱਲਦੀ ਹੈ। ਮੈਂ ਇਹ ਕਹਿਣਾ ਚਾਹੁੰਦਾ ਕਿ ਥੀਏਟਰ ਵਿੱਚ ਮੈਨੂੰ ਉਹ ਚੀਜ਼ ਆ ਕੇ ਰਿਅਲਾਈਜ਼ ਹੋਈ, ਆਈ ਡੋਂਟ ਨੋ ਕਿ ਬਾਅਦ ਦਾ ਕੀ ਹੈ, ਮੋਨੋਟੋਨੀਅਸ ਹੋਏਗੀ ਕਿ ਨਹੀਂ। ਥੀਏਟਰ 'ਚ ਤੁਸੀਂ ਇੱਕ ਕਰੈਕਟਰ ਬਾਰ-ਬਾਰ ਨਹੀਂ ਕਰਦੇ, ਰਾਈਟ। ਜੇ ਮੈਂ ਬਾਲਾ ਕਿੰਗ ਕਰ ਰਿਹਾ ਆ, ਜੋ ਬਾਲਾ ਕਿੰਗ ਆਪਾਂ ਵਿਰਸਾ ਵਿਹਾਰ ਕੀਤਾ ਸੀ, ਆਈ ਡੋਂਟ ਬਿਲੀਵ ਕਿ ਉਹ ਪਟਿਆਲੇ ਵੀ ਸੇਮ ਸੀਗਾ। ਕੁਛ ਨਾ ਕੁਛ ਚੇਂਜ ਹੁੰਦਾ ਰਹਿੰਦਾ ਹੈ, ਰਾਈਟ। ਤੁਹਾਡੀ ਆਡੀਅנס ਚੇਂਜ ਹੋ ਜਾਂਦੀ ਹੈ, ਐਟਲੀਸਟ ਤੁਹਾਡੇ ਲਿਖਣ ਦਾ ਤਰੀਕਾ ਜਾਂ ਤੁਹਾਡੀ ਇੰਪਰੋਵਾਈਜ਼ੇਸ਼ਨ ਦਾ ਹੈ, ਬਟ ਇਹ ਮੋਨੋਟੋਨੀਅਸ ਹੋ ਗਈ ਹੈ। ਮੈਂ ਕਾਰਪੋਰੇਟ 'ਚ ਕਈ ਬੰਦੇ ਦੇਖੇ, ਜੇ ਮੈਂ ਕਾਰਪੋਰੇਟ ਹੀ ਕਰਨਾ, ਆਈ ਬਿਲੀਵ ਕਿ ਆਈ ਕੈਨ ਬੀ ਵਨ ਆਫ ਦੀ ਬੈਸਟ ਇੰਪਲੋਈ ਜੋ ਕਾਰਪੋਰੇਟ 'ਚ ਕਰਦਾ ਹੈ। ਮੈਂ ਪਸੰਦ ਕਰਾਂ ਜਾਂ ਨਾ ਕਰਾਂ, ਪਸੰਦ ਦੀ ਗੱਲ ਨਹੀਂ ਹੈ, ਪ੍ਰਾਇਰਟੀਜ਼ ਦੀ ਗੱਲ ਹੈ। ਮੈਂ ਅੱਜ ਵੀ ਆਪਣੀ ਜੌਬ ਨੂੰ ਬਹੁਤ ਐਕਸਾਈਟਿੰਗ ਮੰਨਦਾ ਹੈ ਕਿ ਮੈਨੂੰ ਕਮਿਊਨੀਕੇਸ਼ਨ ਮਿਲਦੀ ਸਭ ਨਾਲ, ਪੂਰੀ ਦੁਨੀਆ ਨਾਲ, ਇੱਕ ਮੈਨੂੰ ਇੱਕ ਸਿਕਿਉਰਿਟੀ ਹੈ, ਰਾਈਟ। ਫੋਰ ਐਗਜ਼ਾਮਪਲ ਹੁਣ ਲੋਕਡਾਊਨ ਹੋਇਆ ਤੇ ਕੰਪਨੀ ਨੇ ਤੁਹਾਡੇ ਘਰ ਦੇ ਸਾਰੇ ਅਲਾਉੈਂਸਸ, ਤੁਹਾਡੇ ਇੰਟਰਨੈਟ ਬਿਲਸ ਪੇ ਕਰ ਰਹੀ ਹੈ। ਦੈਨ ਕੰਪਨੀ 'ਚ ਗੱਲ ਉੱਠੀ ਕਿ ਵਰਕ ਸਟੇਸ਼ਨ ਪ੍ਰੋਪਰ ਨਹੀਂ ਹੈ ਤੇ ਕੰਪਨੀ ਨੇ ਫਰਨੀਚਰ ਦੇਤਾ ਕਿ ਓਕੇ ਯੂ ਹੈਵ 12 to 15,000 ਅਲਾਉੈਂਸ, ਤੁਸੀਂ ਉਹਦਾ ਫਰਨੀਚਰ ਲਓ ਤੇ ਬਿੱਲ ਸਬਮਿਟ ਕਰਾ ਕੇ ਆਪਣੇ ਪੈਸੇ ਰੀਇੰਬਰਸ ਕਰਾ ਲਓ। they look after you, right? but thing is ਕਿ ਤੁਸੀਂ ਕਰਨਾ ਕੀ ਚਾਹੁੰਦੇ ਹੋ। ਜੇ ਤੁਸੀਂ ਜੌਬ ਕਰਨਾ ਚਾਹੁੰਦੇ ਹੋ that's the best thing, ਜੇ ਤੁਸੀਂ ਨਹੀਂ ਕਰਨਾ ਚਾਹੁੰਦੇ you have to think though again and again, right? ਕਿਉਂਕਿ ਕਾਰਪੋਰੇਟ ਤੁਹਾਨੂੰ ਸੋਚਣ ਦਾ ਟਾਈਮ ਨਹੀਂ ਦੇਗਾ। ਸਪੈਸ਼ਲੀ ਜੋ ਲੋਕ ਸੋਚਦੇ ਨੇ ਕਿ ਮੈਂ ਜੌਬ ਕਰਦੇ ਕਰਦੇ ਕਰ ਲਵਾਂ, ਆਈ ਡੋਂਟ ਬਿਲੀਵ ਕਿ ਹੋ ਸਕਦਾ ਹੈ। ਮੈਂ ਸ਼ਾਇਦ ਤੁਹਾਡੇ ਨਾਲ ਵੀ ਗੱਲ ਕੀਤੀ ਸੀ, ਆਈ ਗੈਸ ਨਵੰਬਰ 'ਚ ਕਾਲ ਕੀਤੀ ਸੀ, ਜਦੋਂ ਤੁਸੀਂ ਮੈਨੂੰ ਕਿਹਾ ਸੀ ਕਿ ਆਪਾਂ ਨਾਟਸ਼ਾਲਾ ਪਲੇ ਕਰਨਾ ਬਾਲਾ ਕਿੰਗ ਦਾ, ਰਾਈਟ। ਤੇ ਤੁਸੀਂ ਮੈਨੂੰ ਕਿਹਾ, ਮੈਂ ਤੁਹਾਨੂੰ ਕਿਹਾ ਕਿ ਸਰ ਦਿੱਲੀ 'ਚ ਜੇ ਤੁਹਾਡੀ ਕਿਤੇ ਜਾਣ ਪਛਾਣ ਹੈਗੀ ਤੇ ਮੈਨੂੰ ਦੱਸ ਦਿਓ ਕਿ ਮੈਂ ਪਾਰਟ ਟਾਈਮ ਥੀਏਟਰ ਕਰ ਸਕਾਂ, ਰਾਈਟ। ਤੇ ਉਹਦੇ ਗੱਲ ਵੀ ਆਈ ਸੀ ਕਿ ਪਾਰਟ ਟਾਈਮ ਥੀਏਟਰ 'ਚ
आई मीन ਕੀ ਕਰੇਗਾ, ਕੀ ਸਿੱਖੇਗਾ, ਕਿੱਦਾਂ ਕਰੇਗਾ, ਰਾਈਟ। ਤੇ ਮੈਂ ਇਹੀ ਸੋਚ ਕੇ ਗਿਆ ਕਿ ਮੈਂ ਦਿੱਲੀ ਦੇ ਜੇ ਕਰੀਬ ਚਲਾ ਗਿਆ ਤੇ ਉੱਥੇ ਵੀ ਥੀਏਟਰਸ, ਪ੍ਰੋਮੀਨੈਂਟ ਥੀਏਟਰਸ ਨੇ ਤੇ ਐਕਸਪੋਜ਼ਰ ਵੱਡਾ ਹੈ। ਆਈ ਵੁੱਡ ਬੀ ਇਨ ਅ ਮੈਟਰੋ ਸਿਟੀ, ਬਟ ਪਿਛਲੇ 1 ਸਾਲ ਤੋਂ ਨਾ ਮੈਂ ਕਿਸੇ ਕਲਮ ਨੂੰ ਹੱਥ ਲਗਾਇਆ ਜਾਂ ਨਾ ਮੈਂ ਕਿਸੇ ਥੀਏਟਰ 'ਚ, ਮਤਲਬ ਤੁਹਾਡੇ ਨਾਲ ਜੋ ਹੋ ਗਿਆ ਛੁੱਟੀ ਲੈ ਕੇ ਆ ਗਿਆ ਕਿਉਂਕਿ ਆਲਰੇਡੀ ਤਿਆਰ ਸੀਗਾ, ਕੋਈ ਨਵੀਂ ਚੀਜ਼ ਨਹੀਂ ਕੀਤੀ ਹੈ। ਦੈਟ ਮੀਨਸ ਕਿ ਜੇ ਤੁਸੀਂ ਸੋਚਦੇ ਹੋ ਕਿ ਮੈਂ ਇਸ ਚੀਜ਼ ਨੂੰ ਕਰਦੇ ਕਰਦੇ ਇਹ ਕੰਮ ਕਰ ਲੂੰਗਾ, ਨਹੀਂ ਹੁੰਦਾ। ਆਈਦਰ ਤੁਸੀਂ ਪਾਰਟ ਟਾਈਮ ਥੀਏਟਰ ਕਰ ਰਹੇ ਹੋ ਜਾਂ ਤੁਸੀਂ ਪਾਰਟ ਟਾਈਮ ਜੌਬ ਕਰ ਰਹੇ ਹੋ। ਤੁਸੀਂ ਚਾਹੋ ਤਾਂ ਮੈਂ ਇਹ ਕਰਦੇ ਹੋਏ ਮੈਂ ਆਪਣਾ 2 ਕਿਸ਼ਤੀਆਂ 'ਚ ਪੈਰ ਮੈਂ ਨਹੀਂ ਰੱਖ ਸਕਦਾ, ਰਾਈਟ। ਜੇ ਮੈਂ ਸਿਰਫ ਜੌਬ ਕਰਨੀ ਹੈ, ਆਈ ਹੈਵ ਅ ਲੋਟ ਆਫ अपॉर्चुनिटीज। मैं एक एग्जाम क्लियर करूंगा जो 1 या 1.5 लाख रुपए की फीस है कंपनी मैंने प्रोवाइड करेगी, राइट, अलाउंस देगी। उन्होंने क्लियर करने तो बाद मेरी जॉब नेक्स्ट टाइम मेरी 6 लाख पैकेज हो जाएगा, अगले साल मैं 8 लाख पहुंच जाऊंगा, 10 लाख पहुंच जाऊंगा, राइट। बट ਇਹ ਉਦੋਂ ਹੀ ਹੈ ਜਦੋਂ ਤੁਸੀਂ ਆਪਣਾ ਮਾਈਂਡ ਫੋਕਸ ਕੀਤਾ ਹੈ। ਸੋ ਜੋ ਵੀ ਮੈਨੂੰ ਸੁਣ ਰਿਹਾ ਜਾਂ ਜੇ ਤੁਸੀਂ ਪੁੱਛ ਰਹੇ ਹੋ ਤੇ ਕਾਰਪੋਰੇਟ ਵਰਲਡ ਜੋ ਹੈ ਉਹ ਅ ਬਿਟ ਆਫ ਗ੍ਰੈਬ ਕਰ ਲੈਂਦਾ ਹੈ ਤੁਹਾਨੂੰ, ਰਾਈਟ। ਤੁਸੀਂ ਕੁਝ ਹੋਰ ਬਣ ਕੇ ਨਹੀਂ ਰਹਿ ਸਕਦੇ। ਹਾਂ, ਕੁਝ ਲੋਕ ਨੇ ਜੋ ਕਹਿਣਗੇ ਕਿ ਇਨ 24 ਆਵਰਸ ਮੈਂ 5 ਘੰਟੇ ਇੱਥੇ ਲਗਾ ਦਿੰਦਾ, ਉੱਥੇ ਲਗਾ ਦਿੰਦਾ। ਦੇ ਆਰ ਮਲਟੀ ਟੈਲੈਂਟਡ ਐਂਡ ਦੇ ਆਰ ਰੇਅਰ, ਰਾਈਟ। ਨਾਰਮਲ ਬੰਦਾ ਹੁੰਦਾ ਹੈ ਜੇ ਮੈਂ 10 ਘੰਟੇ ਸਕਰੀਨ ਦੇਖ ਰਿਹਾ ਕੰਪਿਊਟਰ ਦੀ, 10 ਜਾਂ 12 ਘੰਟੇ ਕਮਰੇ 'ਚ ਆਇਆ ਤੇ ਮੈਂ ਹੁਣ ਕੁਝ ਹੋਰ ਸਕਰੀਨ ਜਾਂ ਕੋਈ ਹੋਰ ਚੀਜ਼ ਕਰਨ ਦੀ ਹਿੰਮਤ ਮੇਰੇ ਕੋਲ ਨਹੀਂ ਹੋਏਗੀ। ਮੈਨੂੰ ਅੱਗੇ ਓਪਰਚੁਨਿਟੀ ਨਹੀਂ ਹੈ, ਮੈਂ ਕਿੱਦਾਂ ਕਰਾਂਗਾ? ਮੈਂ 10-12 ਘੰਟੇ ਜੌਬ ਕਰ ਰਿਹਾ। ਇਹ ਅਲੀ ਉੱਥੇ ਜਦੋਂ, ਕਿਉਂਕਿ ਮੈਨੂੰ ਯਾਦ ਹੈ ਤੂੰ ਕਿਹਾ ਸੀ ਕਿ ਮੈਂ ਪਾਰਟ ਟਾਈਮ ਕਿਤੇ ਕੋਈ ਥੀਏਟਰ ਕਰ ਲਵਾਂ, ਤੇ ਉਸ ਵੇਲੇ ਇਹ ਵੀ ਸੀਗਾ ਕਿ 10 ਘੰਟੇ ਤਾਂ ਤੂੰ ਆਲਰੇਡੀ ਜੌਬ ਦੇ ਵਿੱਚ ਦੇ ਰਿਹਾ ਹੈ ਨਾ, ਤੇ ਜਿਸ ਜਗ੍ਹਾ ਤੇ ਤੂੰ ਹੈਗਾ ਹੈ ਉੱਥੋਂ ਤੂੰ ਮੰਡੀ ਹਾਊਸ ਆਏਗਾ ਤੇ ਉਹ 1.5 ਘੰਟਾ ਲੱਗੇਗਾ ਆਉਣ ਵਿੱਚ, 1.5 ਘੰਟਾ ਲੱਗੇਗਾ ਜਾਣ ਵਿੱਚ। ਅਗਰ ਕਿਸੇ ਨਾਲ ਜੁੜ ਵੀ ਜਾਂਦੇ ਹੋ ਤੇ ਉੱਥੇ ਵੀ 2 ਘੰਟੇ ਲੱਗਣਗੇ। ਸੋ ਤੁਹਾਡੇ ਤਾਂ ਇਹ ਕੋਈ 15-16 ਘੰਟੇ ਇਸੇ ਕੰਮ ਵਿੱਚ ਏਦਾਂ ਨਿਕਲ ਜਾਣਗੇ, ਤੁਹਾਡੇ ਕੋਲ ਪਿੱਛੇ ਕੁਝ ਵੀ ਨਹੀਂ ਬਚਦਾ ਆਪਣੇ ਜੋਗਾ, ਹੈ ਨਾ। ਪਰ ਤੁਸੀਂ ਇੱਕ ਬੜੀ ਇੰਟਰਸਟਿੰਗ ਮੇਰੇ ਨਾਲ ਜਿਹੜੀ ਤੁਹਾਡੀ ਆਪਣੇ ਮਨ ਦੀ ਗੱਲ ਸੀ ਕਿ ਤੁਸੀਂ ਉੱਥੇ ਬੈਠੇ ਹੋਏ ਕਿੱਦਾਂ, ਜਦੋਂ ਕੁਝ ਨਹੀਂ ਹੈ ਤੇ ਤੁਸੀਂ ਆਪਣੇ ਫਲੈਟ ਵਿੱਚ ਬੈਠੇ ਹੋ, ਘਰ ਵਿੱਚ ਬੈਠੇ ਹੋ, ਜਿਹੜਾ ਕਮਰਾ ਤੁਹਾਨੂੰ ਮਿਲਿਆ ਹੋਇਆ ਕੰਪਨੀ ਵੱਲੋਂ ਜਾਂ ਤੁਸੀਂ ਕਿਰਾਏ ਤੇ ਲਿਆ ਹੋਇਆ ਹੈ ਨਾ, ਉਹਦੇ ਵਿੱਚ ਤੁਹਾਡੇ ਨਾਲ ਕੋਈ ਫਰੈਂਡ ਹੈ ਜਾਂ ਨਹੀਂ ਹੈ ਤੁਹਾਡਾ, ਜਾਂ ਤੁਸੀਂ ਇਕੱਲੇ ਹੋ ਜਾਂ 2 ਲੋਕ ਹੋ ਇਹ ਉਹਦੇ ਵਿੱਚ। ਸੋ ਉਹ ਜਿਹੜੀ ਸਿਚੁਏਸ਼ਨ ਹੈ ਕਿ ਜਦੋਂ ਤੁਹਾਡੇ ਕੋਲ ਸੈਟਰਡੇ ਸੰਡੇ ਵੀ ਕੁਝ ਨਹੀਂ ਹੈ ਕਰਨ ਲਈ, ਕੰਪਨੀ ਦੇ ਵਿੱਚ ਤੁਹਾਨੂੰ ਛੁੱਟੀ ਵੀ ਹੈ, ਉਸ ਵੇਲੇ ਦਾ ਜਿਹੜਾ ਟਾਈਮ ਹੈ ਤੇ ਜਿਹੜਾ ਇੱਕ ਪਹਿਲੇ ਤਾਂ ਮੈਂ ਉਹਦੇ ਬਾਰੇ ਜਾਣਨਾ ਚਾਹਾਂਗਾ, ਫਿਰ ਇੱਕ ਜਿਹੜਾ ਕੰਪਨੀ ਦੇ ਅੰਦਰਲਾ ਤੁਹਾਡਾ ਟਾਈਮ ਹੈ ਇੱਕ ਕ੍ਰੀਏਟਿਵ ਆਦਮੀ ਲਈ, ਉਹ ਕਿਸ ਤਰ੍ਹਾਂ ਦਾ ਤੁਸੀਂ ਗੁਜ਼ਾਰਦੇ ਹੋ, ਉਹ ਚੀਜ਼ਾਂ ਨੂੰ ਤੁਸੀਂ ਕਿਸ ਨਜ਼ਰ ਦੇ ਨਾਲ ਦੇਖਦੇ ਹੋ? ਜਿਹੜਾ ਕਿ ਇੱਕ ਐਕਟਰ ਹੈ ਤੇ ਉਹਦੇ ਅੰਦਰ ਅਜੇ ਵੀ ਐਕਟਰ ਹੈ, ਅਲੀ ਨੂੰ ਕਦੇ ਵੀ ਮੌਕਾ ਮਿਲੇਗਾ ਵੀ ਓਕੇ ਮੈਨੂੰ ਇੱਕ ਬਹੁਤ ਅੱਛਾ ਮੌਕਾ ਮਿਲ ਰਿਹਾ ਤੇ ਮੈਂ ਚਲੋ ਐਕਟਰ ਹੀ ਹਾਂ, ਹੈ ਨਾ, ਉਸ ਵੇਲੇ। ਪਰ ਉਹ ਐਕਟਰ ਜਦੋਂ ਖਾਲੀ ਕਮਰੇ 'ਚ ਬੈਠਾ ਹੁੰਦਾ ਹੈ ਜਾਂ ਉਸ ਵੇਲੇ ਕੰਪਨੀ ਦੇ ਵੱਡੀ ਸਾਰੀ ਕੰਪਨੀ ਦੇ ਵਿੱਚ ਜਿੱਥੇ ਕੰਪਿਊਟਰ ਹੀ ਕੰਪਿਊਟਰ ਹੈ, ਸਾਰੇ ਕੁਝ ਹੈ ਨਾ, ਉਸ ਵੇਲੇ ਉਹ ਸਾਰੀ ਸਿਚੁਏਸ਼ਨ ਨੂੰ ਮੈਂ ਚਾਹਨਾ ਉਹ ਥੋੜਾ ਜਿਹਾ ਡਿਸਕ੍ਰਾਈਬ ਕਰੇ ਅਲੀ। ਜੀ ਉਹ ਐਕਚੁਅਲੀ ਇਦਾਂ ਹੈ ਨਾ, ਮੈਂ ਤੁਹਾਨੂੰ 2 ਇਨਸੀਡੈਂਟ ਦੱਸੂਗਾ। ਮੈਂ ਕਿਤੇ ਵੀ ਕੰਪਨੀ ਤੁਸੀਂ ਜਾਂਦੇ ਹੋ ਨਾ, ਕਿ ਜੇ ਤੁਸੀਂ ਜਾਂਦੇ ਹੋ ਇੱਕ ਲੋਕਲ ਸਟਾਰਟਅਪ 'ਚ ਜਾਂ ਛੋਟੀ ਕੰਪਨੀ ਜਾਂਦੇ ਹੋ ਤੇ ਉਹਨਾਂ ਨੇ ਫਸਟ ਦਿਨ ਤੁਹਾਨੂੰ ਕੰਮ ਤੇ ਲਗਾ ਦੇਣਾ ਜਾਂ ਤੁਹਾਨੂੰ ਰੂਲਸ ਐਂਡ ਰੈਗੂਲੇਸ਼ਨ ਸਮਝਾ ਦੇਣੇ, ਰਾਈਟ। ਕਾਰਪੋਰੇਟ 'ਚ ਇਦਾਂ ਨਹੀਂ ਹੁੰਦਾ। ਕਾਰਪੋਰੇਟ ਤੁਹਾਡਾ ਇੱਕ ਓਰੀਐਂਟੇਸ਼ਨ ਪੀਰੀਅਡ ਹੁੰਦਾ ਹੈ, 15 ਜਾਂ 20 ਦਿਨ ਦਾ ਕੰਮ ਚੱਲਦਾ ਹੈ, ਜਿਸ ਵਿੱਚ ਤੁਹਾਨੂੰ ਰੂਲਸ ਹੀ ਰੂਲਸ ਸਿਖਾਏ ਜਾਂਦੇ ਆ। ਇੱਕ ਦਿਨ ਟਰਾਂਸਪੋਰਟ ਵਾਲਾ ਬੰਦਾ ਆ ਕੇ ਤੁਹਾਨੂੰ ਸਾਰੇ ਰੂਲ ਸਮਝਾਏਗਾ, ਇੱਕ ਦਿਨ ਇੰਸ਼ੋਰੈਂਸ ਵਾਲੀ ਕੰਪਨੀ ਆਏਗੀ, ਇੱਕ ਦਿਨ ਬੈਂਕਿੰਗ ਵਾਲੀ ਆਏਗੀ, ਇੱਕ ਦਿਨ HR ਵਾਲੇ ਆਣਗੇ, ਫਾਈਨਾਂਸ ਵਾਲੇ ਆਣਗੇ, IT ਸੈਕਟਰ ਵਾਲੇ ਆਣਗੇ, ਸਿਸਟਮ ਐਡਮਿਨ ਵਾਲੇ ਆਣਗੇ। ਹਰ ਬੰਦਾ ਆ ਕੇ ਕੁਝ ਨਾ ਕੁਝ ਸਮਝਾਉਂਦਾ ਹੈ ਤੇ ਤੁਸੀਂ ਟੂਲਸ ਦੀ ਟ੍ਰੇਨਿੰਗ ਦੇ ਨਾਮ ਤੇ ਇੰਜੋਇਮੈਂਟ, ਜਿਹਨੂੰ ਮੈਂ ਕਹਿੰਦਾ ਹਨੀਮੂਨ ਪੀਰੀਅਡ, ਰਾਈਟ, ਉਹ ਕੁਝ ਦਿਨ ਪਹਿਲਾਂ ਤੁਹਾਡਾ ਹਸੀ ਮਜ਼ਾਕ ਵਾਲਾ ਟਾਈਮ ਹੁੰਦਾ ਹੈ। ਤੇ ਆਈ ਰਿਮੈਂਬਰ ਕਿ ਮੇਰੇ ਨਾਲ ਐਟਲੀਸਟ 30 ਜਾਂ 32 ਲੋਕਾਂ ਦੀ ਜੁਆਇਨਿੰਗ ਹੋਈ ਸੀ। ਮਤਲਬ ਮੇਰੇ ਨਾਲ 4 ਬੰਦੇ ਹੀ ਜੋ ਇੱਕ ਅਲੱਗ ਪ੍ਰੋਜੈਕਟ ਵਾਸਤੇ ਫਰੈਸ਼ਰ ਦੇ ਤੌਰ ਤੇ ਆਏ ਸੀ, ਆਲ ਓਵਰ ਦੀ ਡਿਪਾਰਟਮੈਂਟ, ਰਾਈਟ। ਕੋਈ ਫਾਈਨਾਂਸ 'ਚ ਸੀਗਾ, ਕੋਈ SME ਸੀ, ਕੋਈ 40 ਸਾਲ ਦਾ, ਕੋਈ 35 ਸਾਲ ਦਾ। ਓਰੀਐਂਟੇਸ਼ਨ ਇਕੱਠੇ ਹੁੰਦੇ ਕਿਉਂਕਿ ਰੂਲ ਤਾਂ ਕੰਪਨੀ ਦੇ ਸੇਮ ਹੋਣਗੇ। ਤੇ ਓਰੀਐਂਟੇਸ਼ਨ 'ਚ ਇੱਕ ਬੰਦੇ ਨੇ ਜਾ ਕੇ ਆਪਣਾ ਨਾਮ ਤੇ ਆਪਣੀ ਗੱਲਾਂ ਦੱਸਣੀਆਂ ਸੀ, ਰਾਈਟ। ਆਈ ਡੋਂਟ ਬਿਲੀਵ ਕਿ ਮੈਨੂੰ ਉਦੋਂ ਕੀ ਹੋਇਆ, ਮੈਨੂੰ ਸ਼ਾਇਦ ਇੱਕ ਆਡੀਅנס ਮਿਲ ਗਈ ਜਾਂ ਕੀ ਮਿਲ ਗਿਆ। ਇਸ ਤੋਂ ਪਹਿਲਾਂ ਮੇਰੇ ਨਾਲ ਕਦੀ ਇਦਾਂ ਨਹੀਂ ਹੋਇਆ। ਮੈਂ ਉੱਥੇ ਜਾ ਕੇ ਕਾਫੀ ਕ੍ਰੀਏਟਿਵ ਗੱਲਾਂ ਕਰਨ ਲੱਗ ਪਿਆ ਤੇ ਕਾਫੀ ਇੰਟੈਲੈਕਟ, ਮੈਨੂੰ ਸਿਰਫ ਆਪਣੇ ਬਾਰੇ ਬੋਲਣਾ ਸੀ, ਰਾਈਟ। ਤੇ ਮੈਂ ਆਈ ਡੋਂਟ ਨੋ ਕੀ ਬੋਲ ਗਿਆ, ਮੈਨੂੰ ਕੁਝ ਪਤਾ ਨਹੀਂ ਲੱਗਾ। ਮੈਂ ਅੱਧਾ ਘੰਟਾ ਆਲਮੋਸਟ ਖਾ ਗਿਆ ਉਹਨਾਂ ਦਾ, ਰਾਈਟ। ਤੇ ਕੁਝ ਲੋਕ ਇੰਪ੍ਰੈਸ ਹੋ ਗਏ, ਕੁਝ ਲੋਕ ਨਹੀਂ, ਬਟ ਕੁਝ ਲੋਕਾਂ ਨੇ ਆ ਕੇ ਕਿਹਾ ਕਿ ਯਾਰ ਤੁਸੀਂ ਇਹ ਜੋ ਤੁਹਾਡਾ ਮਾਈਂਡਸੈਟ ਹੈ ਨਾ, ਇਹਨੂੰ ਕਦੀ ਛੱਡੋ ਨਾ। ਮਤਲਬ ਇਹ ਜੋ ਤੁਹਾਡਾ ਇੱਕ ਸਕਿੱਲ ਹੈ, ਦਿਸ ਇਜ਼ ਯੋਰ ਸਕਿੱਲ, ਰਾਈਟ। ਬੀਇੰਗ ਲਿਟਰੇਚਰ ਵਾਈਜ਼ ਇੰਟੈਲੈਕਟ ਜਾਂ ਇੱਕ ਇੰਟੈਲੈਕਟ ਰੱਖਣਾ, ਲਾਈਕ
ਐਨਾਲਿਟੀਕਲ ਮਾਈਂਡ ਰੱਖਣਾ। ਮੈਂ ਤੁਹਾਨੂੰ ਇਹ ਕਹਾਂਗਾ ਐਨਾਲਿਟੀਕਲ ਮਾਈਂਡ ਰੱਖਣਾ। ਇੱਕ ਬੰਦਾ ਕੁਝ ਲੋਕ ਐਨਾਲਾਈਜ਼ ਕਰਦੇ ਆ, ਲਾਈਕ ਤੁਹਾਡੇ ਕੋਲ ਫੋਨ ਪਿਆ ਹੋਏਗਾ, ਤੁਸੀਂ ਉਹਨੂੰ ਕਹੋਗੇ ਫੋਨ ਹੈ, ਬਟ ਕੋਈ ਬੰਦਾ ਉਹਦਾ ਕਵਰ ਦੇਖੇਗਾ, ਕੋਈ ਐਪਲ ਦੇ ਲੋਗੋ ਨੂੰ ਕਈ ਘੰਟੇ ਬੈਠ ਕੇ ਦੇਖਦਾ ਰਹੇਗਾ, ਕੋਈ ਉਹਦਾ ਚਾਰਜਰ ਸਲੌਟ ਦੇਖਦਾ ਰਹੇਗਾ। ਹਰ ਇੱਕ ਬੰਦੇ ਦਾ ਇੱਕ ਮਾਈਂਡ ਸੈਟ ਹੁੰਦਾ, ਰਾਈਟ। ਤੇ ਉਹਨਾਂ ਨੇ ਐਪਰੀਸ਼ੀਏਟ ਕੀਤਾ, ਤੇ ਉਸ ਤੋਂ ਬਾਅਦ ਕੀ ਹੋਇਆ ਕਿ ਫਰੋਮ ਵੈਰੀ ਨੈਕਸਟ ਡੇ ਇੱਕ ਲੋਕ ਤੁਹਾਨੂੰ ਆਰਟਿਸਟਿਕ ਨਜ਼ਰ ਨਾਲ ਦੇਖਣ ਲੱਗ ਪਏ, ਰਾਈਟ। ਕੱਟ ਟੂ ਨੈਕਸਟ ਡੇ 20 ਦਿਨ ਬਾਅਦ ਮੈਂ ਫਲੋਰ ਤੇ ਪਹੁੰਚਿਆ, ਤੇ ਉਦੋਂ ਮੈਂ ਫਲੋਰ ਤੇ ਪਹੁੰਚਣ ਦਾ ਮਤਲਬ ਮੈਨੂੰ ਕੰਮ ਹਾਲੇ ਬਿਲਕੁਲ ਆਇਆ ਨਹੀਂ ਸੀ। ਸਾਨੂੰ ਕੰਮ ਨਹੀਂ, ਅਸੀਂ ਬੈਠੇ ਹੋਏ ਹਾਂ। ਤੇ ਇਦਾਂ ਮੈਨੇਜਰਸ ਨੇ ਤੁਹਾਨੂੰ ਕਹਿਤਾ ਕਿ ਤੁਸੀਂ ਕੀ ਕੰਮ ਕਰੋ, ਤੁਸੀਂ EMPLOYEES ਦੇ ਨਾਲ ਬੈਠ ਜਾਓ, ਜੋ ਕੰਮ ਕਰ ਰਹੇ ਬੈਠ ਜਾਓ, ਕਰਦਾ ਰਹੇਗਾ, ਤੁਸੀਂ ਦੇਖਦੇ ਰਹੋਗੇ। ਕੰਮ ਇਦਾਂ ਹੀ ਹੁੰਦਾ ਨਾ, ਹੌਲੀ ਹੌਲੀ ਉਹਨੇ ਤੁਹਾਨੂੰ ਆਪਣੇ ਪ੍ਰੋਜੈਕਟ ਦੇ ਦੇਣੇ, ਹੌਲੀ ਹੌਲੀ ਟਿਕਟ ਦੇ ਦੇਣੀ ਕਿ ਇਸ ਬੰਦੇ ਦਾ ਦੇਖ, ਉਹਨਾਂ ਕਰ ਨੈਟਵਰਕ ਦੇਖ, ਫਾਇਰਵਾਲ ਦੇਖ, ਹਨਾ। ਤੇ ਆਈ ਡੋਂਟ ਨੋ ਕਿ ਮੈਂ ਉੱਥੇ ਬੈਠਾ ਸੀ ਤੇ ਮੇਰੇ ਬੈਗ 'ਚ ਕਿਤਾਬ ਸੀ ਉਸ ਟਾਈਮ, ਆਈ ਗੈਸ शिव कुमार बटाली साहब की किताब सी, राइट, बिरहा दा सुल्तान करके। आई डोंट नो, मैं हाँ वो किताब शायद मेरे बैग च उदे रह गई सी। मैं शायद किताब अज तक पूरी नहीं पढ़ी, उदे रह गई सी किताब, है ना। ते मैनू की होया, ते मैं आई डोंट नो, मैं टैक्स ते बैठा ही ते कोई है नहीं सी, ते मैं बैग च कट के किताब देखन लग पिया कि बाय क्यूरियोसिटी देखन लग पिया, नवीं किताब ही सी। ते मैं देखन लग पिया, ते ਪੰਜਾਬੀ ਤਾਂ ਉਹਨਾਂ ਦੀ ਬਟਾਲੀ ਸਾਹਿਬ ਦੀ ਸ਼ਾਇਦ ਬਹੁਤ ਠੇਠ ਹੈ, ਜੋ ਅੱਜ ਦੇ ਜ਼ਮਾਨੇ 'ਚ ਨਹੀਂ ਬੋਲੀ ਜਾਂਦੀ। ਨਹੀਂ ਸ਼ਾਇਦ ਉਹਨਾਂ ਦੇ ਬਟਾਲੇ ਸਾਈਡ ਦੇ ਕੁਝ ਵਰਡਸ ਵੀ ਨੇ, ਕੁਛ ਨਾ ਕੁਛ ਤੁਸੀਂ ਬਟ ਸਮਝ ਲੈਂਦੇ ਹੋ, ਰਾਈਟ। ਕੁਛ ਨਹੀਂ ਮਿਸ ਕਰ, ਮਤਲਬ ਪੰਜਾਬੀ ਵੀ ਲੋਕ ਨਹੀਂ ਸਮਝ ਪਾਉਂਦੇ, ਰਾਈਟ। ਤੇ ਪਿੱਛੋਂ ਮੈਨੂੰ ਕਿਸੇ ਨੇ ਆ ਕੇ ਮੇਰੇ ਪੇਟ ਤੇ ਹੱਥ ਰੱਖਿਆ, ਤੇ ਮੇਰੇ ਮੈਨੇਜਰ ਸੀਗੇ, ਤੇ ਵਿਦ ਆਲ ਡਿਊ ਰਿਸਪੈਕਟ ਮੈਂ ਦੇਖਿਆ ਉਹਨਾਂ ਵੱਲ, ਤੇ ਮੈਨੂੰ ਲੱਗਾ ਕਿ ਇਹਨਾਂ ਨੂੰ ਕੀ ਹੋ ਗਿਆ। ਹੀ ਸੈਡ ਕਿ ਵਾਟ ਆਰ ਯੂ ਡੂਇੰਗ, ਕੀ ਕਰ ਰਹੇ ਹੋ ਤੁਸੀਂ? ਬੜੇ ਪਿਆਰ ਨਾਲ ਬੋਲਿਆ, ਆਈ ਗੈਸ ਡੈਕੋਰਮ ਮੇਨਟੇਨ ਕਰਦੇ ਹੋਏ ਬੋਲਿਆ ਕਿ ਵਾਟ ਆਰ ਯੂ ਡੂਇੰਗ। ਮੈਂ ਕਿਹਾ ਸਰ ਕੁਛ ਨਹੀਂ, ਮੈਂ ਬੈਠਾ ਹੀ ਹਾਂ। ਤੇ ਕਹਿੰਦੇ ਨਹੀਂ ਇਹ ਕਿਤਾਬ ਕਿਹੜੀ ਹੈ? ਉਹਨਾਂ ਨੇ हिंदी ਚ पूछा कि कौन सी किताब है, तो आई सेड कि नहीं सर कोई किताब नहीं है, वैसे ही फ्री था तो बोल दी। कहते नहीं यू हैव टू टेल मी कि ये कौन सी किताब है। ही इज नॉट फ्रॉम पंजाब, ही वाज ही सेटल्ड इन दिल्ली, माइट बी फ्रॉम समवेयर एल्स, राइट, शायद हिमाचल तो होंगे। ते ही सेड कि ओके, किसी ने बोलता है कि सर शायरी दी किताब है, किसी ने दूरों दिखा होना कुछ। ते मैं बोलिया कि नहीं सर शायरी दी किताब नहीं है, जस्ट एक ਕਿਸੇ ਦੀ ਰਾਈਟਿੰਗਸ ਨੇ ਕੁਛ, ਹੈ ਨਾ। ਮੈਂ ਕੀ ਸਮਝਾਣ ਜਾਵਾਂ ਇਸ ਬੰਦੇ ਨੂੰ, ਸ਼ਾਇਦ ਇਸ ਨੂੰ ਨਹੀਂ ਪਤਾ। ਹੀ ਸੈਡ ਕਿ ਲਿਸਨ, ਅੱਜ ਤੋਂ ਬਾਅਦ ਇਹ ਕਿਤਾਬ ਡੈਸਕ ਤੇ ਨਹੀਂ ਹੋਣੀ ਚਾਹੀਦੀ। ਆਈ ਸੈਡ ਠੀਕ ਹੈ, ਮੈਨੂੰ ਕੋਈ ਪ੍ਰੋਬਲਮ ਨਹੀਂ ਹੈ। ਮੈਂ ਤਾਂ ਬਸ ਕੱਢਿਆ ਸੀ, ਸ਼ਾਇਦ ਕੱਢਿਆ ਵੀ ਨਹੀਂ ਸੀ ਉਹ ਕਿਤਾਬ, ਜਿੱਦਾਂ ਕੋਈ ਕੱਢ ਰਹੇ ਹੁੰਦੇ, ਕਿਤਾਬ ਚੱਕ ਕੇ ਬੈਗ ਤੇ ਰੱਖਤੀ, ਉਹਦੇ ਵਿਹਲੇ ਬੈਠੇ ਪਏ, ਕੀ ਕਰਨਾ, ਫੋਨ ਚਲਾਉਣ ਲੱਗ ਪਏ। ਤੇ ਹੀ ਸੈਡ ਕਿ ਨਹੀਂ, ਜੇ ਤੁਸੀਂ ਰੱਖਣਾ ਵੀ ਹੈ ਤਾਂ ਤੁਸੀਂ ਨੈਟਵਰਕ ਨਾਲ ਰਿਲੇਟਡ ਕਿਤਾਬ ਰੱਖੋਗੇ, ਤੁਹਾਡੇ ਸਟਰੀਮ ਨਾਲ ਰਿਲੇਟਡ, ਰਾਈਟ। ਤੁਸੀਂ ਹੋਰ ਕੋਈ ਕਿਤਾਬ ਨਾ ਰੱਖੋ, ਕਿਉਂਕਿ ਇਹ ਵਧੀਆ ਨਹੀਂ ਲੱਗਦਾ। ਇਟਸ ਨॉट योर drawing room or something, right, it is your workstation। ਤੇ ਇੱਕ environment create ਤੇ maintain ਕਰਨਾ ਹੁੰਦਾ ਹੈ, right। ਤੇ ਮੈਨੂੰ ਉਸ ਟਾਈਮ embarrassment feel ਹੋਈ। I don't know ਮੈਨੂੰ embarrassment ਕਿਉਂ feel ਹੋਈ, ਕਿ ਮੈਨੂੰ ਲੱਗਾ ਕਿ ਕਿਤਾਬ ਸੀਗੀ, ਤੂੰ ਕਹਿ ਸਕਦਾ ਕਿਤਾਬ ਬੈਗ 'ਚ ਪਾ ਲਾ, right। ਇੰਨੀ explanation ਦੀ ਕੀ ਲੋੜ ਸੀ, right। ਤੇ I said ਕਿ ਹਾਂ ਇੱਕ ਕੰਮ ਹੁੰਦਾ। then I realized ਕਿ ਨਹੀਂ, ਜੇ ਤੁਸੀਂ ਇੱਕ ਚੀਜ਼ ਵੱਲ ਕੰਮ ਕਰ ਰਹੇ ਹੋ, you have to be focused there। ਮੈਂ ਤੁਹਾਡੇ ਕੋਲ ਥੀਏਟਰ 'ਚ ਆ ਕੇ, I mean ਮੈਂ realize ਕੀਤਾ, ਮੈਂ ਸਟੇਜ ਤੇ ਆ ਕੇ ਲੈਪਟਾਪ ਲੈ ਕੇ ਜੇ ਮੈਂ ਆਪਣਾ ਕੰਮ ਕਰਨ ਲੱਗ ਪਾਵਾਂ, ਤੁਸੀਂ ਵੀ ਗਾਲਾਂ ਕੱਢੋਗੇ, I guess ਮੈਨੂੰ ਝਿੜਕੋਗੇ ਕਿ ਬਈ ਤੂੰ ਥੀਏਟਰ ਕਰਨਾ ਹੈ, ਥੀਏਟਰ ਕਰ, right। then I realized ਕਿ yes, corporate ਬਹੁਤ ਵਧੀਆ ਚੀਜ਼ ਹੈ, job is one of the best thing, ਤੁਹਾਨੂੰ ਪੈਸੇ ਮਿਲ ਰਹੇ ਨੇ, career opportunity ਹੈ। I think one of the best thing ਤੁਹਾਨੂੰ ਮੈਟਰੋ ਸਿਟੀਜ਼ 'ਚ ਮਿਲੇਗੀ। ਲਾਈਕ ਤੁਸੀਂ ਜੇ ਕਿਸੇ ਸ਼ਹਿਰ 'ਚ ਗਏ ਹੋਏ ਹੋ, I mean ਮੈਨੂੰ ਅੰਮ੍ਰਿਤਸਰ ਨਾਲੋਂ ਮੈਂ ਦਿੱਲੀ 'ਚ ਗਿਆ, ਮੈਨੂੰ ਮੈਟਰੋ ਮਿਲੀ ਹੋਈ ਹੈ, ਸੋਫਿਸਟੀਕੇਟਿਡ। ਮੈਂ 20,000 ਆਪਣੇ ਫਲੈਟ ਦਾ ਪੈਸਾ ਦੇ ਰਿਹਾ, AC ਲੱਗੇ ਹੋਏ ਨੇ, ਕਾਰ AC ਵਾਲੀ ਆ ਰਹੀ ਹੈ, ਸਟਰੀਮ ਲਾਈਫ। ਬੀਇੰਗ ਅ ਬॉय ਮੈਨੂੰ, I mean to be honest, ਮੈਨੂੰ ਬਹੁਤ ਸਾਰੀ ਗਰਲਸ ਵੀ ਦਿਖ ਰਹੀਆਂ ਨੇ, ਰਾਈਟ। ਕਾਰਪੋਰੇਟ ਲਿਬਰਟੀ ਹੈ, I mean ਆਪਣੇ ਮੰਮੀ ਪਾਪਾ ਦੀ ਕਿਸੇ ਨੂੰ ਇੰਨਾ ਨਹੀਂ ਹੈ ਕਿ ਮਾਂ ਪਿਆਂ ਨੇ ਤਾਂ ਕਰਨਾ ਕੋਈ ਕਰਨਾ। ਤੁਸੀਂ ਇੱਕ ਓਪਨ ਮਾਈਂਡਡ ਹੋ। I think ਇਹ ਬਹੁਤ ਜ਼ਰੂਰੀ ਹੈ, ਰਾਈਟ। ਸਾਨੂੰ ਡੈਮੋਕ੍ਰੇਸੀ ਜਾਂ ਸਾਨੂੰ ਆਜ਼ਾਦੀ ਦਾ ਮਤਲਬ ਪੇਰੈਂਟਸ ਤੋਂ ਦੂਰ ਜਾਣਾ ਹੀ ਕਿਉਂ ਲੱਗਦਾ ਹੈ? ਪਸੰਦ ਇਹ ਕਹਿਣਾ, ਬਟ ਸਟਿਲ ਤੁਹਾਨੂੰ ਇੱਕ ਬਹੁਤ ਹੀ ਵਧੀਆ ਇਨਵਾਇਰਨਮੈਂਟ ਮਿਲਿਆ ਹੋਇਆ। ਸਭ ਹਰ ਬੰਦਾ ਉੱਥੇ ਲਿਬਰਲ ਹੋ ਜਾਂਦਾ। ਲਾਈਕ ਜੋ ਬੰਦਾ ਆਪਣੇ ਘਰ ਦੇ ਸ਼ਹਿਰ ਬਾਹਰ ਨਹੀਂ ਗਿਆ ਹੋਏਗਾ, ਦਿੱਲੀ ਜਾਂ ਮੈਟਰੋ 'ਚ ਕਿਤੇ ਵੀ, I mean ਅੰਮ੍ਰਿਤਸਰ 'ਚ ਜੇ ਇਕੱਲਾ ਰਹੇਗਾ, ਉਹ ਲਿਬਰਲ ਹੋ ਜਾਏਗਾ, ਉਹ 'ਚ ਕੌਨਫੀਡੈਂਸ ਆ ਜਾਏਗਾ। ਉਹ ਚੀਜ਼ ਮੈਨੂੰ ਵਧੀਆ ਲੱਗਦੀ ਸੀ। ਬਟ ਆਈ ਬਿਲੀਵ ਕਿ ਇਹ ਚੀਜ਼ ਤੁਹਾਡੇ ਵਾਸਤੇ ਵਧੀਆ ਹੈ, ਲੇਕਿਨ ਕੀ ਤੁਸੀਂ ਇਹਨੂੰ ਕਰਨਾ ਚਾਹੁੰਦੇ ਹੋ? You have a wonderful life still। ਅੱਜ ਵੀ ਜੇ ਮੈਨੂੰ ਕੋਈ ਕਹਿ ਦੇਵੇ ਕਿ ਯਾਰ you have to quit this job, job ਛੱਡ ਥੀਏਟਰ ਕਰਦੇ ਆ, ਮੈਂ ਸੋਚੂੰਗਾ ਕਿ ਯਾਰ ਮੈਨੂੰ ਮਹੀਨੇ ਦੇ ਐਂਡ ਤੇ ਇੱਕ ਅਮਾਊਂਟ, ਵਧੀਆ ਅਮਾਊਂਟ ਆ ਜਾਂਦੀ ਸੀ, being a fresher, right। ਮੇਰੇ ਕੋਲ ਸਿਕਿਉਰਿਟੀ ਹੈ, ਪੈਸੇ ਦੀ ਸਿਕਿਉਰਿਟੀ ਹੈ। ਸੋ
ਜੇ ਮੈਂ ਇੱਕ ਦਿਨ ਚ ਮਨ ਨਹੀਂ ਬਣਾਇਆ ਤੇ ਮੈਂ ਇੱਕ ਦਿਨ ਚ ਮਨ ਛੱਡਾਂਗਾ ਵੀ ਨਹੀਂ, ਰਾਈਟ। ਮੈਂ ਹਰ ਚੀਜ਼ ਇੱਕ ਦਿਨ ਚ ਨਹੀਂ ਹੁੰਦੀ। ਜੇ ਮੈਂ ਇੱਕ ਦਿਨ ਚ ਕੰਮ ਨਹੀਂ ਕੀਤਾ, ਮੈਂ ਆਈ ਮੀਨ ਤੁਹਾਡੇ ਨਾਲ ਗੱਲ ਕੀਤੀ, ਸਭ ਕੁਝ ਕੀਤਾ, ਕਈ ਲੋਕਾਂ ਨਾਲ ਸੁਣਿਆ ਸੁਣਾਇਆ, ਜੌਬ ਵਿੱਚ ਚਲੇ ਗਿਆ, ਰਾਈਟ। ਤੇ ਉਸ ਤੋਂ ਬਾਅਦ ਜੇ ਮੈਂ ਕਰਾਂਗਾ ਤੇ ਹਾਂ ਕਰਾਂਗਾ, ਆਈ ਸਟਿਲ ਬਿਲੀਵ ਕਿ 20 ਜਾਂ 22 ਸਾਲ ਇੰਨੀ ਜ਼ਿਆਦਾ ਉਮਰ ਨਹੀਂ ਹੁੰਦੀ। ਕਦੀ ਕਦੀ ਲੱਗਦਾ ਹੈ ਕਿ ਯਾਰ ਟਾਈਮ ਬਹੁਤ ਨਿਕਲ ਗਿਆ, ਕਿਉਂਕਿ 18 19 ਸਾਲ ਦੇ ਲੋਕ ਬਹੁਤ ਕੁਝ ਕਰ ਰਹੇ हैं नहीं, बट आई बिलीव कि हाँ उम्र बहुत है। जो ਉੱਥੇ ਗਏ ਤਾਂ आई बिलीव कि 30 ਸਾਲ ਜਾਂ 32 ਸਾਲ ਦੀ ਉਮਰ ਤੱਕ ਤੁਸੀਂ 4 ਜੌਬ ਬਦਲ ਲਓ, ਥੀਏਟਰ ਵੀ ਕਰ ਲਓ, ਇਹ ਵੀ ਕਰ ਲਓ, ਸਭ ਕਰ ਲਓ, ਬਟ ਤੁਹਾਡੇ ਕੋਲ ਸਭ ਕੁਝ ਕਰਨ ਦੇ ਬਾਅਦ ਤੁਸੀਂ 30 ਸਾਲ ਦੇ ਹੋ, ਤੁਸੀਂ ਯੰਗ ਇਨਫ ਹੋ ਕੋਈ ਇੱਕ ਕਰੀਅਰ ਸ਼ੁਰੂ ਕਰਨ ਦੇ। ਦੈਟ ਥਿੰਗ ਆਈ ਰਿਅਲਾਈਜ਼ ਕਿ ਦੇਖੋ ਹਰ ਚੀਜ਼ 'ਚ ਇੱਕ ਰਿਸਕ ਫੈਕਟਰ ਹੁੰਦਾ ਹੈ। ਤੁਸੀਂ ਸਿਕਿਉਰਿਟੀ ਨਾਲ ਲੈ ਕੇ ਨਹੀਂ ਚੱਲ ਸਕਦੇ ਕਿ ਮੈਂ ਸਿਕਿਉਰ ਹੋ ਜਾਵਾਂ, ਮੈਂ ਇਹ ਗਾਰੰਟੀ ਹੋਏਗੀ ਕਿ ਮੈਂ ਥੀਏਟਰ 'ਚ ਅੱਗੇ ਚਲੇ ਜਾਊਂਗਾ ਜਾਂ ਮੈਂ ਫਿਲਮ ਲਾਈਨ 'ਚ ਅੱਗੇ ਚਲੇ ਜਾਊਂਗਾ, ਬੀਇੰਗ ਅ ਡਾਇਰੈਕਟਰ, ਬੀਇੰਗ ਅ ਮਿਊਜ਼ੀਸ਼ੀਅਨ, ਬੀਇੰਗ ਐਨ ਐਕਟਰ, ਤੇ ਮੇਰੇ ਕੋਲ ਸਿਕਿਉਰਿਟੀ ਵੀ ਹੋ ਜਾਏਗੀ ਕਿ ਅਗਲੇ ਦਿਨ ਪ੍ਰੋਡਕਸ਼ਨ ਹਾਊਸ 'ਚ ਕੋਈ ਆ ਕੇ ਚੱਲ ਬਈ ਤੂੰ ਸਿੱਖ ਲਿਆ ਤੇ ਅੱਗੇ ਕੰਮ ਕਰ ਲਾ, ਰਾਈਟ। ਇਹ ਕੋਈ ਪਰੀਆਂ ਦੀ ਕਹਾਣੀ ਨਹੀਂ ਹੈ, ਦੁਨੀਆ ਨਹੀਂ ਹੈ, ਤੁਹਾਨੂੰ ਰਿਸਕ ਲੈਣਾ ਪੈਣਾ ਹੈ। ਰਿਸਕ ਨਹੀਂ ਇਨ ਦਾ ਸੈਂਸ ਤੁਸੀਂ ਸਮਾਰਟਲੀ ਪਲਾਨ ਕਰ ਸਕਦੇ ਹੋ ਕਿ ਹਾਂ ਮੈਂ ਥੋੜਾ ਥੋੜਾ ਇੱਦਾਂ ਕਰ ਲਵਾਂ, ਬਟ ਤੁਸੀਂ ਜੇ ਚਾਹੋ ਕਿ ਸਿਕਿਉਰਿਟੀ, ਮੇਰੀ ਪ੍ਰੋਬਲਮ ਕੀ ਸੀ, ਮੈਂ ਸਿਕਿਉਰਿਟੀ ਉਸ ਟਾਈਮ ਵੀ ਸੋਚਦਾ ਸੀ, ਅੱਜ ਵੀ ਸੋਚਦਾ ਹਾਂ ਕਿ ਮੈਂ ਆਪਣੀ ਗੱਲ ਦੱਸ ਰਿਹਾ ਕਿ ਸਿਕਿਉਰ ਹੋ ਜਾਵਾਂ ਯਾਰ, ਨਹੀਂ ਯਾਰ ਜੇ ਕਿਤੇ ਲਾਈਕ ਇੱਕ ਵਰਡ ਹੁੰਦਾ ਹੈ ਜੇ ਕਿਤੇ, ਯਾਰ ਜੇ ਕਿਤੇ ਕੁਝ ਨਾ ਬਣਿਆ ਤਾਂ ਕੀ ਕਰਾਂਗਾ ਯਾਰ, ਇੰਜੀਨੀਅਰਿੰਗ ਕੀਤੀ, ਫੈਮਿਲੀ ਕਿੱਦਾਂ, ਘਰਦਿਆਂ ਨੂੰ ਵੀ ਤਾਂ ਕੁਝ ਦੇਣਾ ਪੈਣਾ ਹੈ, ਰਾਈਟ। ਘਰ ਦੇ 10 ਜਾਂ 15 ਸਾਲ ਬਾਅਦ ਤਾਂ ਕਹਿਣਗੇ ਹੀ, ਰਾਈਟ। ਜਾਂ ਸਿਕਿਉਰਿਟੀ ਦੇ ਤੌਰ ਤੇ ਜੇ ਮੈਂ ਥੀਏਟਰ ਵਿੱਚ ਜਾਂ ਮੈਂ ਉਸ ਲਾਈਨ 'ਚ ਲੌਜੀਕਲੀ ਜੇ ਮੈਨੂੰ ਡਾਊਟ ਹੈ ਤਾਂ ਮੈਨੂੰ ਉਸ ਲਾਈਨ ਚਲੇ ਜਾਣਾ ਚਾਹੀਦਾ, ਬਟ ਉੱਥੇ ਜਾ ਕੇ ਮਾਈਂਡ 'ਚ ਆਉਂਦਾ ਹੈ ਕਿ ਯਾਰ ਥੀਏਟਰ ਵਿੱਚ ਵੀ ਜੇ ਮੈਂ ਅੱਗੇ ਚਲੇ ਜਾਣਾ ਤੇ ਨਾਲ ਤੋਂ ਤਾਂ 10 ਟਾਈਮ ਵਧੀਆ ਜ਼ਿੰਦਗੀ ਜੀ ਸਕਦਾ ਸੀ, ਰਾਈਟ। ਇਹ ਸਿਕਿਉਰਿਟੀ ਫੈਕਟ ਛੱਡਣਾ ਪੈਣਾ। ਉੱਥੇ ਕਾਰਪੋਰੇਟ ਜੇ ਤੁਸੀਂ ਦੇਖੋ ਤਾਂ ਤੁਹਾਡੇ ਵਰਗੇ ਬਹੁਤ ਲੋਕ ਬੈਠੇ ਨੇ, ਲੈਪਟਾਪਸ ਦੇ ਅੱਗੇ ਲੱਗੇ ਹੋਏ ਨੇ, ਫੋਨ ਵੱਜ ਰਿਹਾ, ਆਈ ਮੀਨ ਬਹੁਤ ਪ੍ਰੋਜੈਕਟ ਬਾਏ ਪ੍ਰੋਜੈਕਟ ਦੀ ਫਰਕ ਪੈਂਦਾ ਹੈ। ਕਈਆਂ ਦਾ ਕੰਮ 1.5 ਘੰਟਾ ਹੈ, ਮੇਰੇ ਜੋ 1.5 ਘੰਟੇ ਚੱਲ ਜਾਂਦਾ। ਮੈਂ ਆਪਣੀ ਗੱਲ ਦੱਸਦਾ ਕਿ ਆਈ ਬਿਲੀਵ ਕਿ ਮੈਂ ਇੱਦਾਂ ਹੀ ਹੈਡਫੋਨ, ਇਹ ਕੰਪਨੀ ਦੇ ਹੀ ਹੈਡਫੋਨ ਨੇ, ਮੈਂ ਹੈਡਫੋਨ ਲਗਾ ਕੇ ਬੈਠਾ ਸੀ ਤੇ ਸਡਨਲੀ ਇੱਕ ਹੋਰ ਜ਼ਰੂਰਤ ਪੈ ਗਈ ਮੈਨੂੰ ਕਾਲ ਦੀ, ਮੈਂ ਹੈਡਫੋਨ 2 ਮਿੰਟ ਮਿਊਟ ਤੇ ਕਰਕੇ ਮੈਂ ਕਾਲ ਤੇ ਲੱਗ ਗਿਆ, ਸਡਨਲੀ ਮੈਨੂੰ ਇੱਕ ਹੋਰ ਕਾਲ ਕਰਨ ਦੀ ਲੋੜ ਪੈ ਗਈ ਤੇ ਐਟ ਅ ਟਾਈਮ ਮੈਨੂੰ, ਮੈਂ ਕੁਝ ਦੇਰ ਵਾਸਤੇ 5 ਮਿੰਟ ਵਾਸਤੇ ਸੋਚੀ ਪੈ ਗਿਆ ਕਿ ਯਾਰ ਮੈਂ 2 ਹੱਥ ਨੇ ਮੇਰੇ ਕੋਲ, ਰਾਈਟ। ਮੈਂ ਇੱਕ ਤੇ ਮੈਂ ਹੈਡਫੋਨਸ ਤੇ ਅਮਰੀਕਾ ਲਗਾ ਹੋਇਆ, ਇੱਧਰ ਮੈਂ ਕਿਸੇ ਪ੍ਰੋਵਾਈਡਰ ਨੂੰ ਇੰਗੇਜ ਕਰਵਾ ਰਿਹਾ, ਹੁਣ ਤੀਜਾ ਫੋਨ ਕਿੱਥੋਂ ਲੈ ਕੇ ਆਵਾਂ, ਰਾਈਟ। ਇੱਕ ਟਾਈਮ ਤੇ 2 ਮੀਟਿੰਗਾਂ ਵੀ ਮੈਂ ਅਟੈਂਡ ਕੀਤੀਆਂ ਹੋਈਆਂ, ਲਾਈਕ ਇੱਕ ਸਕਰੀਨ 2 ਸਕਰੀਨਾਂ ਰੱਖ ਕੇ, ਇੱਧਰ ਇਹਨੂੰ ਮਿਊਟ ਕੀਤਾ, ਇਹਨੂੰ ਮਿਊਟ ਕੀਤਾ, ਜਿੱਧਰੋਂ ਕੋਈ ਆਵਾਜ਼ ਸੁਣ ਰਹੀ ਹੈ ਤਾਂ ਉਹਨੂੰ ਔਨ ਕਰਕੇ ਕਿ ਯੈਸ ਸਰ, ਹਾਂ ਹਾਂ ਮੈਂ ਹੈਗਾ, ਮੈਂ ਹਾਂ ਇੱਦਾਂ ਇੱਦਾਂ ਕਰ ਰਿਹਾ, ਇੱਦਾਂ ਇੱਦਾਂ ਕਰ ਲਓ, ਹਾਂਜੀ ਇੱਦਾਂ ਕਰ ਲਓ, ਇਹ ਵੀ ਕੀਤਾ, ਸਮਝ ਕੁਝ ਨਹੀਂ ਲੱਗਦੀ। ਸੋ ਇਸ ਲਾਈਨ 'ਚ ਜੇ ਮੈਨੂੰ ਦੇਖੋ 2 ਚੀਜ਼ਾਂ, ਸਿਰਫ ਇੱਕ ਥੋੜਾ ਟਾਈਮ ਲੈ ਕੇ ਬੋਲੂੰਗਾ ਕਿ 2 ਚੀਜ਼ਾਂ ਨੇ ਜਾਂ 3 ਚੀਜ਼ਾਂ ਨੇ, ਪ੍ਰਾਇੋਰਟੀ, ਰਿਸਕ ਫੈਕਟਰ ਤੇ ਇੱਕ ਤੁਹਾਡੀ ਏਰੀਆ ਆਫ ਇੰਟਰਸਟ। ਤੁਸੀਂ ਕਿਸੇ ਚੀਜ਼ ਨੂੰ ਪ੍ਰਾਇੋਰਟੀ ਦੇ ਰਹੇ ਹੋ, ਤੁਹਾਡਾ ਏਰੀਆ ਆਫ ਇੰਟਰਸਟ ਹੈ ਤੇ ਜੇ ਤੁਸੀਂ ਉਹ 'ਚ ਰਿਸਕ ਲੈ ਸਕਦੇ ਹੋ, ਯੂ ਸ਼ੁਡ ਗੋ ਔਨ। ਜੇ ਕਿਸੇ ਚੀਜ਼ 'ਚ ਤਿੰਨਾਂ ਦੀ ਕਮੀ ਹੈ, ਤੁਹਾਨੂੰ ਉਹ ਚੀਜ਼ ਨਹੀਂ ਕਰਨੀ ਚਾਹੀਦੀ। ਹਾਂ ਲੋਕਡਾਊਨ ਹੈ, ਫੋਰ ਐਗਜ਼ਾਮਪਲ ਲੋਕਡਾਊਨ ਹੈ, ਤੁਸੀਂ ਹੋਰ ਕੁਝ ਨਹੀਂ ਕਰ ਸਕਦੇ ਹੋ, ਘਰੇ ਵਿਹਲੇ ਤਾਂ ਨਹੀਂ ਬਹਿਣਾ, ਤੁਸੀਂ ਜੌਬ ਕਰੋ, ਵਾਈ ਡੋਂਟ ਯੂ ਗੋ ਫॉर ਅ ਜੌਬ। ਆਈ ਮੀਨ ਇਹ ਨਹੀਂ ਹੁੰਦਾ ਕਿ ਸਾਨੂੰ ਮਾਡਰਨ ਲਾਈਫ ਦੇ ਹਿਸਾਬ ਨਾਲ ਮੈਂ ਜੋ ਸਿੱਖਿਆ ਹੈ ਕਿ ਸਾਨੂੰ ਫਲੈਕਸੀਬਲ ਰਹਿਣਾ ਚਾਹੀਦਾ ਹੈ, ਰਾਈਟ। ਮੈਨੂੰ ਥੀਏਟਰ ਕਰ ਰਿਹਾ, ਅੱਜ ਥੀਏਟਰ ਨਹੀਂ ਮਿਲਿਆ, ਚੱਲ ਠੀਕ ਹੈ ਦਫਾ ਕਰ, ਥੀਏਟਰ ਨਹੀਂ ਮਿਲ ਰਿਹਾ, ਅੱਜ ਲੋਕਡਾਊਨ ਲੱਗ ਗਿਆ, ਮੈਂ ਕੋਈ ਹੋਰ ਕੰਮ ਕਰ ਰਿਹਾ, ਰਾਈਟ। ਜਿਸ ਦਿਨ ਮੌਕਾ ਮਿਲਿਆ ਮੈਂ ਫਿਰ ਚਲੇ ਜਾਊਂਗਾ। ਸਾਨੂੰ ਇਹ ਨਹੀਂ ਰਹਿਣਾ ਚਾਹੀਦਾ ਕਿ ਯਾਰ ਆਈ ਐਮ ਐਨ ਐਕਟਰ। ਐਕਟਰ ਕੀ ਹੋ, ਐਕਟਰ ਕੀ ਹੋ, ਮਤਲਬ ਐਕਟਰ ਨੂੰ ਅੱਜ ਵੀ ਇੰਡੀਆ ਵਿੱਚ ਸਿਰਫ ਜੇ ਤੁਸੀਂ ਕਹੋ ਮੈਂ ਐਕਟਰ ਹਾਂ, ਲੋਕ ਪੁੱਛਣਗੇ ਵੀ ਕਿਹੜੀ ਫਿਲਮ 'ਚ ਆਉਂਦਾ ਹੈ, ਜਿੱਥੇ ਪੈਸਾ ਆਉਂਦਾ ਹੈ। ਇਹ ਕੋਈ ਪ੍ਰੋਫੈਸ਼ਨ ਨਹੀਂ ਹੈ। ਪ੍ਰੋਫੈਸ਼ਨ ਮੈਂ ਕਹਿੰਦਾ ਕਿ ਉਹੀ ਇੰਡੀਆ 'ਚ ਮੰਨਿਆ ਜਾਂਦਾ ਜੋ ਇੱਕ ਪੈਸਾ ਮਿਲਦਾ ਹੈ। ਤੁਸੀਂ ਕੋਈ ਲੋਕ ਹੋਣਗੇ ਜੋ ਕਹੇਗਾ ਤੁਸੀਂ ਕੀ ਕਰਦਾ, ਸਰ ਮੈਂ ਥੀਏਟਰ ਕਰਦਾ, ਚੱਲ ਠੀਕ ਹੈ ਬਾਅਦ 'ਚ ਜੌਬ ਤਾਂ ਕਰ ਹੀ ਲਏਗਾ। ਜੇ ਮੈਂ ਕਹਾਂ ਕਿ ਇਹੀ ਮੇਰੀ ਜੌਬ, ਇਹੀ ਮੇਰੀ ਅਰਨਿੰਗ ਹੈ, ਬਹੁਤ ਲੋਕ ਸੋਚਦੇ ਆ ਕਿ ਕਿੰਨਾ ਕਮਾ ਲੈਂਦਾ ਹੋਏਗਾ, ਕਿਉਂਕਿ ਇੰਡੀਆ ਵਿੱਚ ਤੁਹਾਡੀ ਵੈਲਿਊ ਹੀ ਤੁਹਾਨੂੰ ਰਿਸਪੈਕਟ ਕਿੰਨਾ ਦੇਣਾ ਹੈ, ਤੁਹਾਡੀ ਵੈਲਿਊ ਕਿੰਨੀ ਕੀਤੀ ਜਾਣੀ ਹੈ ਤੇ ਤੁਹਾਨੂੰ ਕਿੰਨਾ ਇੰਪੋਰਟੈਂਸ ਦੇਣੀ ਹੈ, ਇਹ ਸਭ ਤੋਂ ਪਹਿਲਾਂ ਇੰਡੀਆ 'ਚ ਪੁੱਛਿਆ ਜਾਂਦਾ ਕਿ ਬੇਟਾ ਕੀ ਨਾਮ ਹੈ ਤੇ ਤੁਸੀਂ ਕੀ ਕਰਦੇ ਹੋ ਤੇ ਕਿੰਨਾ ਅਰਨ ਕਰਦੇ ਹੋ। ਉਸ ਚੀਜ਼ ਤੇ ਤੁਹਾਨੂੰ ਪੂਰਾ ਮਾਪ ਕੇ ਐਨਾਲਾਈਜ਼ ਕਰਕੇ ਤੁਹਾਡਾ ਗਣਿਤ ਪਲੱਸ ਮਾਈਨਸ ਲਗਾ ਕੇ ਫਿਰ ਦੇਖਿਆ ਜਾਂਦਾ ਕਿ ਹਾਂ ਇਹ ਇੱਕ ਬੰਦਾ ਹੈ ਤੇ ਫਿਰ ਕੈਟੇਗਰੀ ਚੱਕ ਕੇ ਰੱਖ ਦਿੱਤਾ ਜਾਂਦਾ ਹੈ, ਅਲੀ ਕਿਉਂਕਿ ਮੈਨੂੰ ਜਦੋਂ ਲੱਗਦਾ ਕਿ ਬਹੁਤ ਗਲਤ ਹੈ। ਹਾਂ ਨਹੀਂ ਬਿਲਕੁਲ ਠੀਕ ਕਹਿ ਰਹੇ, ਕਿਉਂਕਿ ਬਿਲਕੁਲ ਤੇਰੇ ਜਿਹੜੇ ਪੁਆਇੰਟ ਆਫ ਵਿਊ ਨੇ ਇੱਕ ਐਕਟਰ। ਬਸ ਮੈਂ ਇੱਕ ਹੋਰ ਇਹ ਜਾਣਨਾ ਚਾਹੁੰਦਾ ਕਿ ਜਦੋਂ ਇਹ ਐਕਟਰ ਜਦੋਂ ਕਾਰਪੋਰੇਟ ਦੇ ਵਿੱਚ ਬੈਠਦਾ ਵਾ, ਪਰ ਜਦੋਂ ਬਿਲਕੁਲ ਵਿਹਲਾ ਹੁੰਦਾ, ਵਿਹਲਾ ਮੀਨਸ ਕਿ ਜਦੋਂ ਛੁੱਟੀ ਵਾਲਾ ਦਿਨ ਹੁੰਦਾ ਉਸ ਦਿਨ ਇਹ ਜਿਹੜਾ
ਕਾਰਪੋਰੇਟ ਵਾਲਾ ਇੱਕ ਨੌਕਰੀ ਵਾਲਾ ਮੁੰਡਾ ਤੇ ਇੱਕ ਐਕਟਰ ਜਿਹੜਾ ਹੈ ਉਹ ਇਕੱਠੇ ਫਿਰ ਉਹ ਕਿਸ ਤਰ੍ਹਾਂ ਦਿਨ ਗੁਜ਼ਾਰਦੇ ਆ? ਸਭ ਤੋਂ ਪਹਿਲਾਂ ਤੇ ਮੇਰੇ ਖਿਆਲ ਨਾਲ ਇੱਕ ਚੀਜ਼ ਦੱਸਾਂਗਾ ਕਿ ਆਪਣੇ ਜਦੋਂ ਮੈਂ ਵਿਹਲਾ ਹੁੰਦਾ ਹੈ ਨਾ ਤਾਂ ਦੋ ਚੀਜ਼ਾਂ ਹੁੰਦੀਆਂ ਲਾਈਕ ਜੇ ਤੁਸੀਂ ਜੌਬ ਕਰ ਰਹੇ ਹੁੰਦੇ ਹੋ ਨਾ ਆਈ ਮੀਨ ਜੇ ਤੁਸੀਂ ਥੀਏਟਰ ਕਰ ਰਹੇ ਹੋ ਤੁਹਾਡੇ ਤੋਂ ਮੈਂ ਪੁੱਛ ਰਿਹਾ ਜੇ ਤੁਸੀਂ ਥੀਏਟਰ ਕਰ ਰਹੇ ਹੋ ਆਈਦਰ ਤੁਸੀਂ ਥੀਏਟਰ ਕਰ ਰਹੇ ਹੋ ਤੇ ਜਦੋਂ ਤੁਸੀਂ ਸਟੇਜ ਤੇ ਨਹੀਂ ਹੋ ਤੁਸੀਂ ਉਹਦੇ ਬਾਰੇ ਸੋਚ ਰਹੇ ਹੋ ਦੋ ਕੰਮ ਹੁੰਦੇ ਨੇ ਮੈਂ ਜੇ ਮੈਂ ਆਪਣੀ ਗੱਲ ਨਹੀਂ ਦੱਸ ਰਿਹਾ ਕੋਈ ਵੀ ਇੱਕ ਬੰਦਾ ਜੋ ਇੱਕ ਸ਼ਾਇਦ ਇਲੈਕਟ੍ਰੀਸ਼ੀਅਨ ਹੈ ਜਾਂ ਕੁਝ ਵੀ ਹੈ ਇਲੈਕਟ੍ਰੀਸ਼ੀਅਨ ਹੈ ਬਟ ਉਹ ਪੰਜਾਬ ਪੁਲਿਸ ਤੇ ਜਾਣਾ ਚਾਹੁੰਦਾ ਬੇਸਿਕਲੀ ਇੱਕ ਮੈਂ ਇੰਡੀਅਨ ਮੈਂਟੈਲਿਟੀ ਦੀ ਗੱਲ ਦੱਸਦਾ ਕੀ ਹੁੰਦਾ ਬੰਦਾ ਉਹਦੀ ਸੋਚ ਵੀ ਬੜੀ ਕਨਫਿਊਜ਼ਿੰਗ ਜੀ ਆਉਂਦੀ ਹੈ ਲਾਈਕ ਛੁੱਟੀ ਦਿਨ ਹੋ ਗਿਆ ਤੇ ਮੈਂ ਸੋਚੂੰਗਾ ਕਿ ਯਾਰ ਅੱਜ ਸ਼ਾਂਤੀ ਕਿਉਂ ਹੈ ਡਰ लगेगा कुछ मिनट वास्ते अच्छा यार आज तो छुट्टी है जॉब नहीं है ठीक है आई बिलीव कि चलो जॉब नहीं है बट उस दिन फिर माइंड चाहता है कि यार मैं केवल सर ने मैंने किताब दी थी मैं पढ़ ही लवां क्यों ना पढ़ लवां अच्छा चल ठीक है 2 घंटे है मैं किताब पढ़ लवां फिर लगेगा कि यार नहीं मैं वॉइस दी भी तो एक्सरसाइज कर सकता है जो मैंने सिखाई थी पार्था सर ने ते अच्छा मैं करांगा या ना करा या फिर तुम ਤੁਹਾਨੂੰ ਨਾ ਇੱਕ ਦੋ ਥਿੰਕਿੰਗ ਹੁੰਦੀ ਹੈ ਜਾਂ ਤਾਂ ਤੁਸੀਂ ਬਹੁਤ ਮੋਟੀਵੇਟ ਹੋ ਜਾਂਦੇ ਹੋ ਜਾਂ ਤੁਸੀਂ ਬਹੁਤ ਡੀਮੋਰਲਾਈਜ਼ ਹੋ ਜਾਂਦੇ ਹੋ ਰਾਈਟ ਤੁਸੀਂ ਬਾਹਰ ਜਾ ਕੇ ਕਿੱਥੇ ਜਾਓਗੇ ਆਈ ਮੀਨ ਆਈ ਡੋਂਟ ਬਿਲੀਵ ਕਿ ਤੁਸੀਂ ਮੈਟਰੋ ਸਿਟੀ 'ਚ ਤੁਸੀਂ ਵੇਲੇ ਹੋ ਤੇ ਤੁਸੀਂ ਗਲੀ 'ਚ ਘੁੰਮ ਰਹੇ ਹੋ ਕਿਉਂਕਿ ਕੋਈ ਵੀ ਨਹੀਂ ਹੋਏਗਾ ਉੱਥੇ ਆਈਦਰ ਸਭ ਰਸ਼ਾਰ 'ਚ ਨਿਕਲ ਗਏ ਹੋਣਗੇ ਤਾਲੇ ਲੱਗੇ ਹੋਣਗੇ ਜਾਂ ਸਰ ਆਪਣੇ ਕਮਰੇ 'ਚ ਵੜ ਕੇ ਆਪਣੇ ਆਪਣੀ ਦੁਨੀਆ 'ਚ ਸਿਮਟੇ ਹੋਣਗੇ ਮੈਨੂੰ ਇਹ ਨਹੀਂ ਪਤਾ ਹੈਗਾ ਕਿ ਮੇਰੀ ਨਾਲ ਵਾਲੀ ਬਿਲਡਿੰਗ 'ਚ ਮੇਰੇ ਨਾਲ ਵਾਲੇ ਰੂਮ 'ਚ ਕੌਣ ਕੀ ਕਰ ਰਿਹਾ ਰਾਈਟ ਤੇ ਉਹ ਇਕੱਲਾ ਹੋਣਾ ਇੱਕ ਬੰਦੇ ਵਾਸਤੇ ਓਪਰਚੁਨਿਟੀ ਵੀ ਹੈ ਇੱਕ ਬਹੁਤ ਵੱਡਾ ਕੀ ਕਹਿ ਸਕਦਾ ਕਿ ਇੱਕ ਮੁਸ਼ਕਿਲ ਵੀ ਹੈ ਕਿ ਬੰਦੇ ਨੂੰ ਦੋ ਚੀਜ਼ਾਂ ਹੋ ਜਾਂਦੀਆਂ ਜਾਂ ਤਾਂ ਬਹੁਤ ਐਕਸਾਈਟਿਡ ਹੋ ਜਾਂਦਾ ਜਾਂ ਬਹੁਤ ਦੁਖੀ ਹੋ ਜਾਂਦਾ ਮੈਂ ਜਦੋਂ ਇਕੱਲਾ ਹੁੰਦਾ ਤੇ ਮੈਂ ਸੋਚਦਾ ਕਿ ਯਾਰ ਕਰੀਅਰ 'ਚ ਕੀ ਕਰ ਰਹੇ ਆ ਕਿੱਥੇ ਕੀ ਸੋਚਿਆ ਸੀ ਤੇ ਕੀ ਕਿਆ ਆ ਮੈਂ ਕਿੱਥੇ ਗਰੋਥ ਕਰ ਸਕਦਾ ਆ ਤੁਸੀਂ ਬਹੁਤ ਹਿੱਟ ਐਂਡ ਟ੍ਰਿਕਸ ਲਗਾਉਂਦੇ ਹੋ डिसीजन लेंदे हो फिर नाल ही उस टाइम खुद ही तोड़ देंदे हो कि यार डिसीजन शायद बुरा हो जाएगा फॉर एग्जांपल मैं कह सकता कि नहीं यार कल तो मैं मंडी हाउस जाऊंगा कल मैं थिएटर बारे पता करके आऊंगा फिर दिमाग जाएगा यार जे तू कल मंडी हाउस चला गया तो फिर राती जॉब ते किद्दां जाएगा क्योंकि तैनूं सोना भी है ਤੁਸੀਂ ਉਸ ਟਾਈਮ ਡਿਨਾਈ ਕਰ ਦਿੰਦੇ ਹੋ ਤੇ ਆਪਣੇ ਹੀ ਮਨ 'ਚ ਕਿਤੇ ਨਾ ਕਿਤੇ ਤੁਹਾਡੀ ਕੀ ਕਹਿੰਦੇ ਤੁਹਾਡੇ ਜਿਹੜੇ ਖਿਆਲ ਨੇ ਉਹ ਤੁਹਾਨੂੰ ਹੀ ਹਸਲ ਵਸਲ ਵਿੱਚ ਪਾਏ ਰੱਖਦੇ ਨੇ ਅਨਲੈਸ ਐਂਡ ਅੰਟਿਲ ਕੋਈ ਬਾਹਰ ਲਾ ਕੇ ਤੁਹਾਨੂੰ ਰੋਕ ਦਿੰਦਾ ਹੈ ਬਿਲਕੁਲ ਬਿਲਕੁਲ ਅਲੀ ਹੁਣ ਜਦੋਂ ਤੁਸੀਂ ਇਹ ਦੇਖਦੇ ਹੋ ਕਿਉਂਕਿ ਹੁਣ ਆਪਾਂ ਇਹ ਦੋਨੋਂ ਚੀਜ਼ਾਂ ਬਾਰੇ ਕਾਫੀ ਲੰਬੀ ਗੱਲ ਕਰ ਲਈ ਹੈ ਹੁਣ ਜਦੋਂ ਤੁਸੀਂ ਥੋੜਾ ਜਿਹਾ ਪਿੱਛੇ ਮੁੜ ਕੇ ਵੇਖਦੇ ਹੋ ਕਿ ਆਲਮੋਸਟ ਤੁਸੀਂ 1 ਸਾਲ ਤੋਂ ਜੌਬ ਕਰਦੇ ਪਏ ਹੋ ਹੈ ਨਾ ਪੂਰਾ ਇਹ ਕਾਰਪੋਰੇਟ ਦੇ ਵਿੱਚ ਹੋ ਤੁਸੀਂ ਉਹਦੇ ਵਿੱਚ ਪਰ ਐਕਟਰ ਅੰਦਰੋਂ ਅੰਦਰ ਹੈਗਾ ਹੈ ਕਿ ਕਿਤੇ ਚਲੇ ਗਿਆ ਹਮੇਸ਼ਾ ਰਹਿੰਦਾ ਹੈ ਆਈ ਬਿਲੀਵ ਕਿ ਮੈਂ ਤੁਹਾਨੂੰ ਕਿਹਾ ਨਾ कि एक्टिंग कोई साइंस रॉकेट साइंस नहीं है राइट एक्टर सब दे मन च रहंदा है जे मैं स्टेज ते नहीं होऊंगा तो लाइफ के ना किते एक्टर सब दे मन च हुंदा ਉਹ ਅਲੱਗ ਗੱਲ ਹੈ ਅਲੀ ਐਕਟਰ ਬਣਨਾ ਚਾਹੁੰਦਾ ਸੀ ਜਾਂ ਉਹਦਾ ਇੱਕ ਖਾਬ ਸੀ ਕਿ ਮੈਂ ਕ੍ਰੀਏਟਿਵ ਇਹਦੇ ਵਿੱਚ ਜਾਵਾਂ ਰਾਈਟ ਅਲੀ ਦੀ ਮੈਂ ਗੱਲ ਸੁਣਨੀ ਚਾਹੁੰਦਾ ਮੈਂ ਸਭ ਦੀ ਨਹੀਂ ਹਾਂ ਤੇ ਉਹ ਹਜੇ ਵੀ ਹੈ ਆਈ ਮੀਨ ਕਿਤੇ ਵੀ ਹੁੰਦਾ ਹੈ ਨਾ ਕਿ ਲਾਈਕ ਮੈਂ ਜੌਬ ਵੀ ਗਿਆ ਯਾਰ ਕੋਈ ਨਹੀਂ ਜੌਬ ਕਰ ਲੈਂਦੇ ਕੁਝ ਦੇਰ ਕਾਰਪੋਰੇਟ ਦਾ ਵੀ ਆਉਣਾ ਚਾਹੀਦਾ ਹੈ ਲਾਈਕ ਮੈਨੂੰ ਐਕਸਪੋਜ਼ਰ ਮਿਲਿਆ ਤੁਹਾਨੂੰ ਲਿਟਰਲੀ ਦੱਸਾਂ ਜੇ ਮੈਂ ਸ਼ਾਇਦ ਇਦਾਂ ਹੀ ਐਕਟਿੰਗ ਕਰਨ ਚਲੇ ਜਾਂਦਾ ਸ਼ਾਇਦ ਤੁਹਾਨੂੰ ਸੌਰੀ ਕੋਈ ਡਿਸਟਰਬੈਂਸ ਤਾਂ ਨਹੀਂ ਹੋ ਰਹੀ ਪਿੱਛੇ ਕੰਮ ਚੱਲ ਰਿਹਾ ਆਈ ਗੈਸ ਨਹੀਂ ਕੋਈ ਗੱਲ ਨਹੀਂ ਹਾਂਜੀ ਤੇ ਮੈਂ ਕਹਿ ਰਿਹਾ ਸੀ ਕਿ ਜੌਬ ਤੇ ਜਾਣ ਦਾ ਫਾਇਦਾ ਇਹ ਹੋਇਆ ਕਿ ਜੇ ਮੈਂ ਖਾਲੀ ਹੱਥ ਜਾਣਾ ਕਿਤੇ ਵੀ ਇੱਕ ਮੈਟਰੋ ਸਿਟੀ 'ਚ ਮੈਨੂੰ ਬਹੁਤ ਆਈ ਗੈਸ ਪਤਾ ਨਹੀਂ ਹੋਣਾ ਸੀ ਮੈਂ ਕਿੱਥੇ ਜਾਣਾ ਕਿੱਥੇ ਨਹੀਂ ਜਾਣਾ ਰਾਈਟ ਜਦੋਂ ਮੈਂ ਜੌਬ ਤੇ ਆ ਗਿਆ ਇੱਥੇ ਆ ਗਿਆ ਮੈਨੂੰ ਪਤਾ ਲੱਗ ਗਿਆ ਇਸ ਦੌਰਾਨ ਇੱਕ ਫਾਈਨੈਂਸ਼ੀਅਲ ਸਪੋਰਟ ਦੇ ਦੌਰਾਨ ਮੈਨੂੰ ਪਤਾ ਲੱਗ ਗਿਆ ਅੱਛਾ ਆ ਵੀ ਚੀਜ਼ ਹੈ ਯਾਰ ਅੱਛਾ ਇੱਥੇ ਆ ਕਰ ਸਕਦੇ ਇੱਥੇ ਉਹ ਕਰ ਸਕਦੇ ਹਿੱਟ ਐਂਡ ਟ੍ਰਿਕਸ ਤੁਸੀਂ ਇੱਕ ਸਿਟੀ ਦੇ ਰੂਲ ਸਿੱਖ ਲੈਂਦੇ ਹੋ ਰਾਈਟ ਅੱਜ ਵੀ ਤੁਹਾਡਾ ਜਿਹੜਾ ਸਵਾਲ ਸੀ ਕਿ ਹੈਗਾ ਹੈ ਕਿ ਨਹੀਂ ਹੈਗਾ ਅੱਜ ਵੀ ਮੇਰਾ ਕਰੀਅਰ ਫੋਕਸ ਜੇ ਮੈਂ ਚਾਹਾਂ ਕਿ ਆਉਣ ਵਾਲੇ 2 ਜਾਂ 3 ਸਾਲ 'ਚ ਮੈਂ ਕੀ ਪਲਾਨ ਕਰ ਰਿਹਾ ਹਾਂ ਮੈਂ ਇਸੇ ਲਾਈਨ 'ਚ ਪਲਾਨ ਕਰਾ ਰਿਹਾ ਹਾਂ ਸ਼ਾਇਦ ਕਿਤੇ ਪਲਾਨ ਵਿੱਚ ਮੋਡੀਫਿਕੇਸ਼ਨ ਹੋ ਚੁੱਕੀਆਂ ਹੋਣ ਕਿ ਰਾਈਟ ਮੈਂ ਕੰਟੈਂਟ ਕ੍ਰੀਏਟਰ ਦੇ ਤੌਰ ਤੇ ਚਲੇ ਜਾਊਂਗਾ ਬੀਇੰਗ ਐਕਟਰ ਤੁਸੀਂ ਬੇਸਿਕਲੀ ਨਾ ਇੱਕ ਐਕਟਰ ਜੋ ਹੁੰਦਾ ਉਹ ਇੱਕ ਆਰਟ ਐਂਡ ਕਰਾਫਟ ਵੱਲ ਖਿੱਚਿਆ ਹੁੰਦਾ ਹੈ ਕਿਸੇ ਐਕਟਰ ਨੂੰ ਤੁਸੀਂ ਸਟੇਜ ਤੇ ਐਕਟਿੰਗ ਨਾ ਕਰਵਾਓ ਤੇ ਉਹਨੇ ਬੋਲੋਗੇ ਤੂੰ ਲਾਈਟਨਿੰਗ ਡਿਜ਼ਾਈਨ ਕਰ ਦੇਗਾ ਰਾਈਟ ਜਾਂ ਤੂੰ ਸਟੇਜ ਨੂੰ ਡੈਕੋਰੇਟ ਕਰ ਦੇਗਾ ਉਹਨੂੰ ਉਹ ਵੀ ਚੀਜ਼ ਵਧੀਆ ਲੱਗੇਗੀ ਐਕਟਿੰਗ ਨੂੰ ਕਿਵੇਂ ਦਾ ਮੰਨਦਾ ਜੇ ਕੋਈ ਸੌਫਟਵੇਅਰ ਇੰਜੀਨੀਅਰ ਤੁਸੀਂ ਬੋਲੋਗੇ ਕਿ ਮੈਂ ਸੌਫਟਵੇਅਰ ਬਣਾਉਣਾ ਰਾਈਟ ਪਰ ਮੈਂ ਉਹਨੂੰ ਬੋਲੂੰਗਾ ਯਾਰ ਮੇਰੇ ਲੈਪਟਾਪ ਤੇ ਵਿੰਡੋ ਅਪਡੇਟ ਕਰਨੀ ਹੈ ਰਾਈਟ ਜਾਂ ਮੈਨੂੰ ਕੋਈ ਸੌਫਟਵੇਅਰ ਵਿੱਚ ਚੇਂਜ ਕਰਨੇ ਆ ਹਾਲਾਂਕਿ ਉਹ ਸੌਫਟਵੇਅਰ ਇੰਜੀਨੀਅਰ ਹੈ ਲੈਪਟਾਪ ਜਾਂ ਹਾਰਡਵੇਅਰ ਦਾ ਨਹੀਂ ਹੈ ਬਟ ਸਟਿਲ ਉਹਨੂੰ ਉਹ ਚੀਜ਼ ਐਕਸਾਈਟਿਡ ਲੱਗੀ ਕਿਉਂਕਿ ਕਿਤੇ ਨਾ ਕਿਤੇ ਉਹਦਾ ਤਾਣਾ ਬਾਣਾ ਉਹਦੇ ਆਪਣੇ ਜੌਬ ਦੇ ਨਾਲ ਜੁੜਿਆ ਹੋਇਆ ਹੈ
ਐਗਜ਼ੈਕਟਲੀ ਤੇ ਮੈਨੂੰ ਰਿਅਲਾਈਜ਼ ਹੋਇਆ ਕਿ ਕੰਟੈਂਟ ਕ੍ਰੀਏਸ਼ਨ ਜਿਹਨੂੰ ਆਪਾਂ ਕਹਿੰਦੇ ਆ ਕ੍ਰੀਏਟਿਵ ਥਿੰਗਸ ਅੱਜ ਕੱਲ ਚੱਲਿਆ ਹੋਇਆ ਕਿ ਸੋਸ਼ਲ ਮੀਡੀਆ ਵੀ ਇੱਕ ਬਹੁਤ ਵੱਡਾ ਪਲੇਟਫਾਰਮ ਹੈ ਆਫ ਕੋਰਸ ਮੈਂ ਆਉਣ ਵਾਲੇ 10 ਸਾਲ ਵੀ ਨਹੀਂ ਕਹਿ ਰਿਹਾ 4 ਸਾਲ ਜਾਂ 5 ਸਾਲ ਵੀ ਨਹੀਂ ਕਹਿ ਰਿਹਾ ਮੈਂ ਆਉਣ ਵਾਲੇ 1 ਸਾਲ ਦੇ ਅੰਦਰ ਅੰਦਰ ਸ਼ਾਇਦ ਮੈਂ ਇੱਕ ਡਿਸੀਜਨ ਲਵਾਂ ਸ਼ਾਇਦ ਮੈਂ ਤੁਹਾਡੇ ਕੋਲ ਹੀ ਇਸ ਬਾਰੇ ਦੁਬਾਰਾ ਅਪਰੋਚ ਕਰਾਂ ਕਿ ਸਰ ਮੈਂ ਇਹ ਸੋਚ ਰਿਹਾ ਮੈਨੂੰ ਪਲੀਜ਼ ਗਾਈਡ ਕਰੋ ਜਾਂ ਮੈਨੂੰ ਅੱਗੇ ਫਰਦਰ ਦੱਸੋ ਕਿਉਂਕਿ ਇਨ ਬਿਟਵੀਨ ਮੈਂ FTI ਦੇ ਐਗਜ਼ਾਮ ਦਿੱਤੇ ਸੀ NFD ਦਾ ਸ਼ਾਇਦ ਮੇਰੇ ਤੋਂ ਮਿਸ ਹੋ ਗਿਆ ਆਈ ਡੋਂਟ ਨੋ ਮੈਂ ਏਦਾਂ ਦੇ ਇੰਸਟੀਟਿਊਟਸ ਨੇ ਭਾਰਤ ਇੰਡੋ ਨਾਟਕ ਅਕੈਡਮੀ ਤੇ ਵੀ ਮੈਂ ਪੁੱਛਿਆ ਹੀ ਜਾ ਕੇ ਮੈਂ ਉਹਦੇ ਵੀ ਫਾਰਮਸ ਐਂਡ ਜੋ ਕੁਝ ਵੀ ਹੈ ਦੈਟ ਮੀਨਸ ਮੈਂ ਭਰ ਰਿਹਾ ਜੇ ਮੈਂ ਇੰਟਰਸਟਿਡ ਨਹੀਂ ਹੁੰਦਾ ਤੇ ਸ਼ਾਇਦ ਮੈਂ ਨੈਟਵਰਕਿੰਗ ਦੇ CCN CCNP ਜਿਹਦੀ 1.5 ਲੱਖ ਰੁਪਏ ਫੀਸ ਹੈ ਤੇ ਮੈਨੂੰ ਕੰਪਨੀ ਮੈਨੂੰ ਪੈਸੇ ਦੇ ਰਹੀ ਹੈ ਕਿ ਯੈਸ ਯੂ ਗੋ देयर ਐਂਡ ਤੁਸੀਂ ਫੀਸ ਭਰੋ ਟ੍ਰੇਨਿੰਗ ਲਓ ਛੁੱਟੀ ਲਓ ਤੇ ਤੁਸੀਂ ਕਰੋ ਇਹ ਅਲੀ ਅਸੀਂ ਅਲੀ ਅਸੀਂ ਇਹ ਤੇ ਜਾਣ ਲਿਆ ਕਿ ਠੀਕ ਹੈ ਅਲੀ ਦੇ ਅੰਦਰਲਾ ਐਕਟਰ ਨਹੀਂ ਮਰਿਆ ਉਹ ਅਜੇ ਜਿੰਦਾ ਹੈ ਨਾ ਤੇ ਅਲੀ ਫਿਰ ਵੀ ਇੱਕ ਕੁਝ ਕ੍ਰੀਏਟਿਵ ਉਹ ਫਿਰ ਵੀ ਉਹਦੇ ਨਾਲ ਜੁੜਿਆ ਰਹਿਣਾ ਚਾਹੁੰਦਾ ਮੈਂ ਹੁਣ ਇੱਕ ਅਗਲੀ ਗੱਲ ਜਾਣਨੀ ਚਾਹੁੰਦਾ ਕਿ ਹੁਣ ਪਿਛਲਾ ਸਮਾਂ ਲੋਕਡਾਊਨ ਦਾ ਚੱਲਿਆ ਅਜੇ ਵੀ ਚੱਲ ਰਿਹਾ ਤੁਸੀਂ ਘਰ ਤੋਂ ਹੀ ਕੰਮ ਕਰ ਰਹੇ ਹੋ ਸਾਰਾ ਹੈ ਨਾ ਤੇ ਇਸ ਡਿਊਰਿੰਗ ਦਿਸ ਪੀਰੀਅਡ ਕਿੱਦਾਂ ਲੋਕਡਾਊਨ ਦਾ ਕੋਈ ਐਕਸਪੀਰੀਅੰਸ ਕਿਸੇ ਤਰ੍ਹਾਂ ਦਾ ਕੁਝ ਚੰਗਾ ਬੁਰਾ ਕੋਈ ਸਾਂਝਾ ਕਰਨਾ ਚਾਹੁੰਦੇ ਹੋ ਬੇਸਿਕਲੀ ਲੋਕਡਾਊਨ ਚ ਨਾ ਇੱਕ ਤੁਹਾਡੀ ਜੋ ਆਜ਼ਾਦੀ ਤਾਂ ਆਈ ਗੈਸ ਗਈ ਕਿ ਨਹੀਂ ਗਈ ਬਟ ਇੱਕ ਮਨ ਚ ਨਾ ਖੁੱਲਾਪਨ ਖਤਮ ਹੋ ਗਿਆ ਤੁਹਾਡਾ ਰਾਈਟ ਕੁਝ ਪੋਜ਼ਿਟਿਵ ਜਾਂ ਨੈਗੇਟਿਵ ਤਾਂ ਬੜੇ ਆਉਂਦੇ ਆ ਲੋਕਡਾਊਨ ਚ ਬਟ ਇਹੀ ਸੀ ਕਿ ਪੋਜ਼ਿਟਿਵ ਇਹ ਰਿਹਾ ਕਿ ਤੁਸੀਂ ਸੈਲਫ ਐਨਾਲਿਸਿਸ ਬਹੁਤ ਕਰ ਲਈਆਂ ਆਈ ਰਿਮੈਂਬਰ ਫਸਟ ਡੇ ਵੀ ਇਸ ਮੈਂ ਸ਼ਾਇਦ ਆਪਾਂ ਨੂੰ ਸ਼ਾਇਦ ਪਾਂਡਵ ਸਰ ਨੇ ਜੁਆਇਨ ਕੀਤਾ ਹੋਇਆ ਮਿਸਟਰ ਰਾਏ ਕਰਕੇ ਜਿਹੜੇ ਹੈਗੇ ਨੇ ਆਈ ਗੈਸ ਸ਼ਾਇਦ ਜੇ ਮੈਨੂੰ ਸੁਣ ਸਕਦੇ ਤਾਂ ਤੇ ਪਾਂਡਵ ਭਾਜੀ ਨੇ ਮੈਨੂੰ ਕੱਲ ਪਰਸੋਂ ਹੀ ਫੋਨ ਲਗਾਇਆ ਸੀ ਤੇ ਮੈਂ ਉਹਨਾਂ ਨੂੰ ਸ਼ੇਅਰ ਕੀਤਾ ਕਿ ਸ਼ਾਇਦ ਤੁਸੀਂ ਵੀ ਆ ਜਾਓ ਤੁਹਾਡੇ ਬਹੁਤ ਤੁਹਾਨੂੰ ਬਹੁਤ ਆਈਡਲਾਈਜ਼ ਕਰਦੇ ਨੇ ਪਾਂਡਵ ਸਰ ਤੇ ਇਹਨਾਂ ਨੇ ਮੈਨੂੰ ਇਹਨਾਂ ਨਾਲ ਗੱਲ ਹੋਈ ਤੇ ਇਸ ਦੌਰਾਨ ਹੀ ਲੋਕਡਾਊਨ ਦੇ ਥਰੂ ਪਿੱਛੇ ਤੁਸੀਂ ਆਪਣੀ ਟ੍ਰੇਲਿੰਗ ਵੱਲ ਜਾਂਦੇ ਹੋ ਕਿ ਹਾਂ ਯਾਰ ਆਪਾਂ ਪਾਂਡਵ ਸਰ ਨੇ ਵੀ ਕਿਹਾ ਸੀ ਤੁਸੀਂ ਆਹ ਕਰ ਲਾ ਤੁਸੀਂ ਉਹ ਕਰ ਲਾ ਤੇ ਦੇਖੋ ਅੱਜ ਉਹ ਚੀਜ਼ ਕੀਤੀ ਵੀ ਹੈ ਜਾਂ ਨਹੀਂ ਕੀਤੀ ਰਾਈਟ ਤੁਸੀਂ ਸੈਲਫ ਐਨਾਲਿਸਿਸ ਬਹੁਤ ਕਰ ਰਹੇ ਹੋ ਇਹ ਪੋਜ਼ਿਟਿਵ ਥਿੰਗ ਹੈ ਤੁਸੀਂ ਜਾਣ ਰਹੇ ਹੋ ਜਿੱਦਾਂ ਮੈਂ ਜਿੰਨੀਆਂ ਗੱਲਾਂ ਤੁਹਾਨੂੰ ਬੋਲੀਆਂ ਹੈ ਇਹ ਸ਼ਾਇਦ ਮੇਰੇ ਪਿਛਲੇ 6 ਜਾਂ 7 ਮਹੀਨੇ ਦੇ ਹੀ ਮੇਰੀ ਥਿੰਕਿੰਗ ਨੇ ਜਾਂ ਮੇਰੇ ਵਿਊਜ਼ ਨੇ ਕਿ ਮੈਂ ਉਹਨੂੰ ਸਹੀ ਤਰ੍ਹਾਂ ਤੁਹਾਨੂੰ ਪਿਕਚਰਾਈਜ਼ ਕੀਤਾ ਹੈ ਕਿ ਕੀ ਹੁੰਦਾ ਹੈ ਵਿਹਲੇ ਬੈਠਾ ਬੰਦਾ ਹੀ ਸੋਚਦਾ ਹੈ ਰਾਈਟ ਤੇ ਨੈਗੇਟਿਵ ਇਹ ਰਹੀ ਕਿ ਮੈਂ ਗੁੜਗਾਉਂ ਤੋਂ ਜੌਬ ਕਰਕੇ ਆਇਆ ਸੀ ਰਾਈਟ ਤੇ ਕੁਝ ਸ਼ਹਿਰ ਚ ਹਵਾ ਬਣ ਜਾਂਦਾ ਹੈ ਕਿ ਹੀ ਫਰੋਮ ਦਿਸ ਅੰਦਰ ਥੋੜਾ ਮੈਨੂੰ ਆਫੀਸ਼ੀਅਲਸ ਨੇ ਥੋੜਾ ਤੰਗ ਕੀਤਾ ਸਾਨੂੰ ਚੈਕਿੰਗ ਐਂਡ ਆਲ ਤੇ ਜਾਣਾ ਪਿਆ ਆਈ ਥਿੰਕ ਇਹ ਵਧੀਆ ਗੱਲ ਹੈ ਬਟ ਕੁਝ ਮਿਸਮੈਨੇਜਮੈਂਟ ਹੋਈਆਂ ਆਈ ਮੀਨ ਉਹਨੂੰ ਸਹੀ ਤਰ੍ਹਾਂ ਕੀਤਾ ਜਾ ਸਕਦਾ ਸੀ ਜੋ ਸਾਨੂੰ ਸਫਰ ਕਰਨਾ ਪਿਆ ਫੈਮਿਲੀ ਨੂੰ ਸਫਰ ਕਰਨਾ ਪਿਆ ਬਟ ਸੋ ਔਨ ਜਿੱਥੇ ਇੱਕ ਕੁਆਂਟੀਟੀ ਬਹੁਤ ਜ਼ਿਆਦਾ ਹੋ ਜਾਂਦੀ ਉੱਥੇ ਕੁਆਲਿਟੀ ਮੈਟਰ ਨਹੀਂ ਕਰਦੀ ਆਈ ਮੀਨ ਇੰਨੇ ਲੋਕਾਂ ਦੀ ਚੈਕਿੰਗਸ ਹੋਣੀਆਂ ਤੇ ਪੁਲਿਸ ਹਰ ਇੱਕ ਦੇ ਘਰ ਜਾ ਕੇ ਕਿਸ ਤਰ੍ਹਾਂ ਬਿਹੇਵ ਕਰਦੀ ਹੈ ਅਲੱਗ-ਅਲੱਗ ਥਿੰਗਸ ਨੇ ਅਲੱਗ-ਅਲੱਗ ਫਰਕ ਹੈ ਬਟ ਹਾਂ ਆਈ ਬਿਲੀਵ ਕਿ ਲੋਕ ਤੁਹਾਡੇ ਨਾਲ ਜੁੜੇ ਰਹੇ ਇਵਨ ਕਿ ਤੁਸੀਂ ਮੈਨੂੰ 2 ਵਾਰ ਕਾਲ ਕੀਤੀ ਸੀ ਸਟਾਰਟਿੰਗ 'ਚ ਵੀ ਕੀਤੀ ਸੀ ਕਿ ਆ ਗਿਆ ਕਿ ਨਹੀਂ ਆਇਆ ਐਂਡ ਤੇ ਬਾਅਦ 'ਚ ਵੀ ਤੁਸੀਂ ਗੱਲ ਕੀਤੀ ਸੀ ਕਾਫੀ ਲੋਕ ਮਿਲੇ ਮੈਂ ਪਾਂਡਾ ਭਾਈ ਦੀ ਗੱਲ ਕਹਿ ਰਿਹਾ ਸੀ ਤੇ ਇਹਨਾਂ ਨੇ ਵੀ ਇਹ ਉਸ ਟਾਈਮ DAV ਦੇ ਡਰਾਮਾ ਕਲੱਬ ਦੇ ਕੋਆਰਡੀਨੇਟਰ ਸੀਗੇ ਆਈ ਬਿਲੀਵ ਤੇ ਇਹਨਾਂ ਨੇ ਹੀ ਮੈਨੂੰ ਪਹਿਲਾਂ ਇਹਨਾਂ ਨੇ ਨੁੱਕੜ ਨਾਟਕ 'ਚ ਬੈਠ ਕੇ ਹੁੰਦਾ ਤਾਂ ਹੈ ਨਹੀਂ ਪ੍ਰੋਫੈਸ਼ਨਲੀ ਕੁਝ ਬਹਿ ਕੇ ਲਿਖ ਰਹੇ ਆ ਅੱਛਾ ਤੂੰ ਆ ਕਰ ਲਈ ਤੇ ਮੈਂ ਆ ਕਰ ਲਵਾਂ ਆਪਾਂ 8 ਉੱਤੇ ਕੋਈ ਛੋਟਾ ਜਿਹਾ ਬਣਾਉਣਾ ਸੀਗਾ ਤੇ ਫਸਟ ਜੋ ਓਪਰਚੁਨਿਟੀ ਇਹਨਾਂ ਨੇ ਦਿੱਤੀ ਕਿ ਹਾਂ ਵੀ ਤੂੰ ਆ ਜਾ ਨਹੀਂ ਤਾਂ ਕਈ ਲੋਕ ਕਹਿੰਦੇ ਕਿ ਨਹੀਂ ਹਨਾ ਤੇ ਇਹਨਾਂ ਨੇ ਚਾਂਸ ਦਿੱਤਾ ਤੇ ਇਹ ਵੀ ਨਾਲ ਰੂਬਰੂ ਜੁੜੇ ਰਹੇ ਬਹੁਤ ਲੋਕ ਜੁੜੇ ਰਹਿ ਗਏ ਤੇ ਉਹਨਾਂ ਰਿਅਲਾਈਜ਼ ਹੁੰਦਾ ਕਿ ਹਾਂ ਤੁਸੀਂ ਕਿੰਨੇ ਕਲੋਜ਼ਲੀ ਜੁੜੇ ਹੋਏ ਲੋਕਾਂ ਨਾਲ ਟੈਕਨੋਲੋਜੀ ਦੇ ਨਾਲ ਤੇ ਹੋਰ ਵੀ ਲੋਕ ਨੇ ਜਿੱਦਾਂ ਇੱਕ ਲੇਬਰਰ ਤੋਂ ਲੈ ਕੇ ਇੱਕ ਸਬਜ਼ੀ ਵਾਲਾ ਸਫਾਈ ਵਾਲਾ ਬਾਈ ਦਾ ਪੈਸੇਜ ਆਫ ਟਾਈਮ ਜੋ ਫੀਲ ਕਰਦਾ ਹੈ ਰਾਈਟ ਉਹਨੇ ਜੋ ਤੁਹਾਨੂੰ ਗੱਲ ਦੱਸੀ ਤੇ ਆਪਾਂ ਇਹ ਲੋਕਡਾਊਨ 'ਚ ਬਹੁਤ ਚੀਜ਼ਾਂ ਸਿੱਖੀਆਂ ਲਾਈਕ ਆਪਾਂ ਬੰਦੇ ਨਾਲ ਕਿੰਨਾ ਜੁੜ ਜਾਂਦਾ ਹੈ ਉਹ ਕਿੱਦਾਂ ਆਪਣੀ ਫੈਮਿਲੀ ਬਣਾ ਲੈਂਦਾ ਹੈ ਰਾਈਟ ਤੁਸੀਂ ਖਬਰਾਂ ਸੁਣ ਰਹੇ ਹੋ ਤੁਹਾਨੂੰ ਫੀਲ ਹੋਏਗਾ ਕਿ ਯਾਰ ਇਹ ਗਲਤ ਹੋ ਗਿਆ ਬੰਦੇ ਨਾਲ ਜਾਂ ਇਹ ਵਧੀਆ ਹੋ ਗਿਆ ਤੁਸੀਂ ਤੁਹਾਡੇ ਮਹੱਲੇ 'ਚ ਕੁਝ ਹੋ ਰਿਹਾ ਤੁਸੀਂ ਫੀਲ ਕਰੋਗੇ ਵਧੀਆ ਗਲਤ ਹੈ ਤੇ ਆਈ ਬਿਲੀਵ ਕਿ ਇਸ ਚੀਜ਼ ਨੇ ਸਾਨੂੰ ਸਾਰਿਆਂ ਨੂੰ ਚੈੱਕ ਵੀ ਕੀਤਾ ਹੈ ਸਾਡੇ ਅੰਦਰਲੇ ਪਰਸਨੈਲਿਟੀ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਵੀ ਕੀਤੀ ਹੈ ਤੇ ਕਾਫੀ ਨਵੀਂ ਚੀਜ਼ਾਂ ਆਈ ਮੀਨ ਨਿਊ ਥਿੰਗਸ ਵੀ ਬਹੁਤ ਲੋਕਾਂ ਨੇ ਸਿੱਖਿਆ ਹੈ ਤਾਂ ਆਈ ਥਿੰਕ ਪ੍ਰੋਜ਼ ਐਂਡ ਕੌਨਸ ਤਾਂ ਹੈ ਹਾਂ ਇਹ ਐਕਚੁਅਲੀ ਮੈਂ ਇਹ ਤਾਂ ਜਾਣਨਾ ਚਾਹੁੰਦਾ ਸੀਗਾ ਕਿ ਇੱਕ ਐਕਟਰ ਇੱਕ ਕ੍ਰੀਏਟਿਵ ਬੰਦਾ ਤੇ ਦੂਜੇ ਪਾਸੇ ਕਾਰਪੋਰੇਟ ਨਾਲ ਜੁੜਿਆ ਹੋਇਆ ਇੱਕ ਸ਼ਖਸ ਹੈ
ਇੱਕੋ ਹੀ ਪਰਸਨੈਲਿਟੀ ਹੈ ਤੇ ਉਹ ਇਹ ਦੋਨੋਂ ਚੀਜ਼ਾਂ ਜਿਹੜੀਆਂ ਉਹ ਇੱਕ ਸੈਂਸਿਟਿਵ ਬੰਦਾ ਜਿਹੜਾ ਉਹ ਕਿਸ ਤਰ੍ਹਾਂ ਸੋਚਦਾ ਇਹੋ ਜਿਹੇ ਸਮੇਂ ਦੇ ਵਿੱਚ। ਪਰ ਅਲੀ ਬਹੁਤ ਸੋਹਣੀਆਂ ਗੱਲਾਂ ਤੂੰ ਕੀਤੀਆਂ, ਬਹੁਤ ਅੱਛਾ ਲੱਗਾ ਤੇਰੇ ਨਾਲ ਗੱਲਾਂ ਕਰਕੇ। ਹੁਣ ਕਿਉਂਕਿ ਸਾਡੇ ਟਾਈਮ ਵੀ ਹੋ ਗਿਆ ਵਾ ਤੇ ਅਸੀਂ ਕਾਫੀ 5-7 ਮਿੰਟ ਵੱਧ ਹੀ ਲੈ ਲਏ ਆ ਤੇ ਮੇਰੇ ਖਿਆਲ ਹੈ ਕਿ ਜੇ ਕੋਈ ਦੋਸਤ ਕੋਈ ਕਮੈਂਟ ਕਰਨਾ ਚਾਹੁੰਦਾ ਕੋਈ ਜਾਂ ਕੋਈ ਗੱਲ, ਕਿਉਂਕਿ ਅੱਜ ਦੇ ਇਸ ਟਾਕ ਦਾ ਮੇਰਾ ਬਿਲਕੁਲ ਡਿਫਰੈਂਟ ਇੱਕ ਮਕਸਦ ਸੀਗਾ ਕਿ ਇੱਕ ਯੰਗ ਮੈਂ ਐਕਟਰ ਦੇ ਨਾਲ ਗੱਲ ਕਰਾਂ ਜਿਹੜਾ ਕਾਰਪੋਰੇਟ ਦੇ ਵਿੱਚ ਹੈ ਇਸ ਵੇਲੇ ਔਰ ਜਿਹਦੇ ਅੰਦਰ ਕਲਾ ਹੈ, ਉਹ ਆਪਣੀ ਕਲਾ ਨੂੰ ਜ਼ਿੰਦਾ ਵੀ ਰੱਖਣਾ ਚਾਹੁੰਦਾ ਹੈ ਔਰ ਉਹ ਕਿਹੜੇ ਉਹ ਮੈਂਟਲੀ ਉਹ ਫਿਜ਼ੀਕਲੀ ਉਹ ਸਾਰਾ ਕੁਝ ਫੈਮਿਲੀ ਦੇ ਤੌਰ ਤੇ ਕਿਸ ਤਰ੍ਹਾਂ ਉਹ ਗੁਜ਼ਰਦਾ ਹੈ ਉਹ ਸਾਰੇ ਪੀਰੀਅਡ ਦੇ ਵਿੱਚੋਂ। ਸੋ ਮੈਂ ਉਹ ਗੱਲਾਂ ਜਿਹੜੀਆਂ ਅਲੀ ਦੇ ਕੋਲੋਂ ਜਾਣਨੀਆਂ ਚਾਹੁੰਦਾ ਸੀ ਔਰ ਉਹ ਗੱਲਾਂ ਜਿਹੜੀਆਂ ਸੀ ਬਾਕੀ ਲੋਕਾਂ ਨਾਲ ਮੈਂ ਸ਼ੇਅਰ ਕਰਨਾ ਚਾਹੁੰਦਾ ਸੀ ਕਿ ਸਰ ਜੀ ਹਾਂਜੀ ਸਰ ਗगन बोल रहे हैं जी। हाँ ये गगन जोशी है नवे शहर तो। हाँ गगन ਸਰ ਪਿਛਲੇ ਕਾਫੀ ਦਿਨੋਂ ਤੋਂ ਆਪਾਂ ਨਾਲ ਜੁੜੇ ਹੋਏ ਨਾ ਤੇ ਅੱਜ ਸ਼ੌਹਰਤ ਅਲੀ ਭਾਜੀ ਦੀ ਗੱਲ ਸੁਣ ਕੇ ਲੱਗਾ ਹੈ ਵੀ ਮੈਨੂੰ ਵੀ ਤੇਰੇ ਪਾਸੇ ਨਿਕਲ ਜਾਣਾ ਚਾਹੀਦਾ ਹੈ, ਵੀ ਹੋਰ ਪਾਸਾ ਛੱਡ ਦੇਣਾ ਚਾਹੀਦਾ ਜਿੱਧਰ ਨੂੰ ਬਿਲਕੁਲ 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 ਇਹੀ ਆਈ ਮੀਨ ਆਈ ਬਿਲੀਵ ਕਿ ਜੇ ਨਿਕਲ ਜਾਣਾ ਹੈ ਤਾਂ ਹੁਣੇ ਨਿਕਲ ਜਾਓ। ਇਹ ਬਹੁਤ ਵਧੀਆ ਚਾਂਸ ਹੁੰਦਾ ਹੈ। ਆਈ ਮੀਨ ਇੱਕ ਤੁਹਾਡੇ ਜੇ ਤੁਸੀਂ ਸ਼ਾਪ ਤੇ ਕੰਮ ਕਰ ਰਹੇ ਹੋ ਜਾਂ ਕਿਤੇ ਕਾਰਪੋਰੇਟ ਚ ਕਿਤੇ ਵੀ ਹੋ, ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਸਕੂਲ ਚ ਵੀ ਹੁੰਦੇ ਨਾ ਕੋਈ ਕਹਿੰਦਾ ਕਿ ਨਿਕਲ ਜਾਣਾ ਤਾਂ ਹੁਣੇ ਨਿਕਲ ਜਾ, ਬਾਅਦ ਦਾ ਪਤਾ ਨਹੀਂ। ਆਈ ਬਿਲੀਵ ਮੈਂ ਨਿਕਲਾਂ ਨਾ ਨਿਕਲਾਂ ਪਰ ਤੁਸੀਂ ਜ਼ਰੂਰ ਨਿਕਲ ਜਾਓ। ਮਤਲਬ ਕਿ ਜੇ ਜਾਣਾ ਹੀ ਤਾਂ ਹੁਣੀ ਜਾਓ, ਵਾਈ ਨਾਟ, ਜੇ ਤੁਹਾਡੇ ਕੋਲ ਇੰਨੇ ਰਿਸੋਰਸਿਸ ਪੂਰੇ ਹੋ ਰਹੇ ਨੇ। ਬਿਲਕੁਲ ਹਾਂ ਬਿਲਕੁਲ ਤੁਸੀਂ ਐਕਚੁਅਲੀ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਜਿਹੜਾ ਵੀ ਕੰਮ ਕਰਨਾ ਉਹ ਕੰਮ ਕਰੋ ਜੋ ਤੁਹਾਡਾ ਦਿਲ ਕਹਿੰਦਾ, ਫਿਰ ਤੁਸੀਂ ਉਹਦਾ ਨੁਕਸਾਨ ਨਾ ਦੇਖੋ ਜਾਂ ਫਾਇਦਾ ਨਾ ਦੇਖੋ, ਪਰ ਕੰਮ ਉਹ ਕਰੋ ਜਿਹਦੇ ਨਾਲ ਤੁਹਾਨੂੰ ਦਿਲ ਨੂੰ ਖੁਸ਼ੀ ਮਿਲਦੀ ਹੋਵੇ, ਫਿਰ ਉਸ ਪਾਸੇ ਨਿਕਲ ਜਾਓ। ਜੋ ਜਿਹੜਾ ਜਿਸ ਚੀਜ਼ 'ਚ ਤੁਸੀਂ ਬਿਲੀਵ ਕਰਦੇ ਹੋ ਕਿ ਮੈਨੂੰ ਇੱਧਰ ਨਿਕਲ ਜਾਣਾ ਚਾਹੀਦਾ ਤੇ ਨਿਕਲ ਜਾਓ, ਜ਼ਰੂਰ ਚਲੇ। ਇਸੇ ਕੜੀ ਉੱਤੇ ਜੇ ਮੈਂ ਚਾਹੂੰਗਾ ਕਿ ਜੇ ਫਾਈਨਲਾਈਜ਼ ਆਪਾਂ ਕਰਨਾ ਚਾਹੀਏ ਤਾਂ ਮੈਂ ਐਮ ਨਾਟ ਦ ਓਨਲੀ ਵਨ। ਸਾਡੇ ਕੋਲ ਜਿਹੜੇ ਪਾਂਡਵ ਸਰ ਨੇ ਇਹਨਾਂ ਨੇ ਐਮਪੈਡ ਕੀਤੀ, ਨੈਸ਼ਨਲ ਲੈਵਲ ਦੇ ਬਾਕਸਰ ਤੇ ਨੈਸ਼ਨਲ ਲੈਵਲ ਦੇ ਕੀ ਕਹਿੰਦੇ ਪਲੇਅਰ ਮਾਰਸ਼ਲ ਆਰਟਿਸਟ ਰਹਿਣ ਦੇ ਬਾਵਜੂਦ, ਕੈਂਬਰਿਜ ਕਿਤੇ ਕਪੂਰਥਲੇ ਕੈਂਬਰਿਜ ਸਕੂਲ 'ਚ ਟੀਚਰ ਹੋਣ ਦੇ ਬਾਵਜੂਦ ਇਹਨਾਂ ਨੇ ਥੀਏਟਰ ਵੀ ਨਾਲ ਕੀਤਾ, ਰਾਈਟ। ਤੇ ਥੀਏਟਰ ਕਰਨ ਦੇ ਬਾਅਦ ਹਾਲੇ ਸਿਖਾ ਵੀ ਰਹੇ ਨੇ ਬੱਚਿਆਂ ਨੂੰ ਫਿਜ਼ੀਕਲ ਤੋਂ ਲੈ ਕੇ ਹਰ ਇੱਕ ਚੀਜ਼ ਦੱਸਣਾ। ਤੇ ਹਰ ਕੋਈ ਆਪਣੇ ਵਿੱਚ ਇੱਕ ਮਲਟੀ ਟੈਲੈਂਟਡ ਹੈ। ਜੇ ਪਾਂਡਵ ਸਰ ਜੇ ਆਪਣੇ ਅਨਮਿਊਟ ਕਰਕੇ ਕੁਝ ਬੋਲਣਾ ਚਾਹੁੰਦੇ ਨੇ। ਹੈਲੋ ਸਤਿ ਸ਼੍ਰੀ ਅਕਾਲ ਸਰ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਸਰ ਅਸੀਂ ਤਾਂ ਕਹਿ ਲਓ ਕਿ ਇੱਕ ਸੁਪਨਾ ਹੀ ਸੀ ਤੁਹਾਨੂੰ ਦੇਖਣਾ, ਪਹਿਲੀ ਵਾਰ ਦੇਖਣ ਡਿਆ। ਮੈਂ ਦੇਖਿਆ ਪਹਿਲਾਂ ਵੀ ਹੋਣਾ ਸਰ, ਪਰ ਮੈਨੂੰ ਨਹੀਂ ਪਤਾ ਸੀਗਾ ਕਿਉਂਕਿ ਸਰ ਮੈਂ ਜੋ ਕੁਝ ਸਿੱਖਿਆ ਤੁਹਾਨੂੰ ਪਤਾ ਹੈ ਨਾ, ਕਪੂਰਥਲੇ ਕਰਨ ਸਰ ਹੈਗੇ ਆ ਹਨਾ, ਉਹ ਸੀਗੇ ਤੇ ਬੋਬੀ ਸਰ ਸੀਗੇ ਤੇ ਸੁਰਿੰਦਰ ਸਰ, ਸੁਰਿੰਦਰ ਅੰਗਰੂਰ, ਇਹ ਸਾਰੇ ਕਹ ਲਓ ਮੇਰੇ ਉਸਤਾਦ ਜੀ ਨੇ ਜੀ। ਤੇ ਸਰ ਸਭ ਕੁਝ ਸੀਗਾ, ਚਲੋ ਬਹੁਤ ਅੱਛੀ ਗੱਲ ਆ। ਇਹੀ ਮੈਂ ਬ੍ਰਦਰ ਨੂੰ ਦੱਸਦਾ ਹੁੰਦਾ ਸੀ ਅਲੀ ਨੂੰ ਕਿ ਜੋ ਕਰਨਾ ਤੂੰ ਆਪਣੇ ਦਿਲ ਦੀ ਕਰ ਲਾ, ਹੈ ਨਾ। ਵੀ ਸਰ ਅਸੀਂ ਚਲੋ ਕਰਦੇ ਆ, ਘਰੋਂ ਵੀ ਠੀਕ ਹੁੰਦੇ ਆ। ਤੁਹਾਡੇ ਸਾਹਮਣੇ ਜਿਹੜਾ ਐਕਟਰ ਬੰਦਾ ਉਹ ਰੇਅਰ ਹੀ ਹੁੰਦਾ ਕਿ ਚਲੋ ਤਗੜੇ ਘਰੋਂ ਆ ਗਿਆ, ਬਟ ਅਦਰਵਾਈਜ਼ ਸਾਰੇ ਮਾਤੜ ਘਰੋਂ ਹੀ ਕਹਿ ਸਕਦੇ ਆਪਾਂ। ਤੇ ਸਰ ਇਹੀ ਆ ਵੀ ਕਿ ਚਲੋ ਹੁਣ ਅੱਜ ਦੇ ਸਮੇਂ 'ਚ ਮੈਂ ਸਕੂਲੇ ਲੱਗਾ ਸਰ। ਬਾਕੀ ਚਲੋ ਜਿਹੜੀ ਕੁਐਸਚਨ ਤੁਸੀਂ ਪੁੱਛ ਰਹੇ ਟੈਲੈਂਟ ਦੀ ਗੱਲ ਕਿ ਅੰਦਰ ਐਕਟਰ ਹੈ ਕਿ ਨਹੀਂ ਸਰ, ਇਹ ਜੇ ਮੈਂ ਆਪਣੀ ਗੱਲ ਕਰਾਂ ਤੇ ਐਜ਼ ਮੈਂ ਕਹਿ ਲਓ ਇਸ ਵੇਲੇ ਸਪੋਰਟਸ ਟੀਚਰ ਲੱਗਾ ਹੋਇਆ ਕੈਂਬਰਿਜ ਸਕੂਲ ਕਪੂਰਥਲੇ। ਬਟ ਉੱਥੇ ਨਾ ਸਰ ਕਿਤੇ ਨਾ ਕਿਤੇ ਹਰ ਕਹਿ ਲਓ ਕਿ ਹਰ ਸਾਈਡ ਦੇ ਵਿੱਚ ਕਹਿ ਲਓ ਜਾਂ ਹਰ ਟਾਈਮ ਦੇ ਵਿੱਚ ਐਕਟਰ ਅੰਦਰੋਂ ਜਾਗਦਾ ਹੀ ਜਾਗਦਾ ਵਾ। ਕਿਉਂਕਿ ਤੁਹਾਨੂੰ ਪਤਾ ਗੌਰਮੈਂਟ ਨੇ ਮਨਾ ਕੀਤਾ ਬੱਚਿਆਂ ਨੂੰ ਮਾਰਨਾ ਨਹੀਂ ਹੈਗਾ, ਪਰ ਡਰਾਉਣਾ ਵੀ ਬੱਚਿਆਂ ਨੂੰ ਕਿੰਨੀ ਕੁ ਵਾਰੀ ਬੰਦਾ ਡਰਾ ਲਵੇ। ਤੇ ਡਰਾਉਣ ਦਾ ਸਾਡਾ ਤਰੀਕਾ ਵੀ ਨਾ ਕਹਿ ਲਓ ਇੱਕਦਮ ਐਕਟਰ ਆਉਂਦਾ ਵਾਟ ਇਜ਼ ਦਿਸ ਯਾਰ ਕਿਆ ਕਰ ਰਹੇ ਹੋ, ਹੈ ਨਾ, ਇੱਕਦਮ ਹੀ ਅੰਦਰੋਂ ਜਾਗ ਜਾਂਦਾ। ਜਾਂ ਕਹਿ ਲਓ ਕਿ ਹੁਣ ਪਰਸਨਲ ਕਲਾਸਾਂ ਲੈ ਰਿਹਾ ਮੈਂ, ਉੱਥੇ ਜਿੰਨੇ ਵੀ ਹੈਗੇ ਕੁਛ ਕਹਿ ਲਓ ਕਿ ਫੀਮੇਲਸ ਹੈ ਕੁਛ ਹੈ, ਕਹਿੰਦੇ ਸਰ ਤੁਸੀਂ ਐਕਟਿੰਗ ਬੜੀ ਸੋਹਣੀ ਕਰਦੇ। ਤੇ ਉਹਨੂੰ ਕੌਣ ਦੱਸੇ ਕਿ ਸੁਪਨਾ ਸੀ ਐਕਟਰ ਬਣਨਾ, ਲੇਕਿਨ ਕੋਈ ਗੱਲ ਨਹੀਂ ਹੁਣ ਲੱਗੇ ਹੋਏ ਆ। ਤੇ ਬਾਕੀ ਸਰ ਚੱਲ ਹੀ ਰਿਹਾ ਸਰ, ਬਾਕੀ ਚਲੋ ਤੁਹਾਡਾ ਆਸ਼ੀਰਵਾਦ। ਬਿਲਕੁਲ ਬਿਲਕੁਲ ਬਹੁਤ ਅੱਛਾ, ਬਹੁਤ ਅੱਛਾ ਲੱਗਾ ਤੁਸੀਂ ਵੀ ਸ਼ਾਮਲ ਹੋਏ ਤੁਹਾਡੇ ਨਾਲ ਗੱਲ ਕਰਕੇ। ਔਰ ਮੇਰੇ ਖਿਆਲ ਹੈ ਕਿ ਚਲੋ ਮੇਨ ਜਿਹੜੀ ਗੱਲ ਅਸੀਂ ਹਮੇਸ਼ਾ ਕਹਿੰਦੇ ਆ ਕਿ ਆਪਣੇ ਸੁਪਨੇ ਨਾ ਮਰਨ ਦਿਓ, ਹੈ ਨਾ, ਆਪਣੇ ਸੁਪਨਿਆਂ ਨੂੰ ਜ਼ਿੰਦਾ ਰੱਖੋ। ਕਿ ਇਹ ਜਿਹੜੀ ਅਸੀਂ ਕ੍ਰੀਏਟਿਵ ਐਕਸਪ੍ਰੈਸ਼ਨ ਦੀ, ਕ੍ਰੀਏਟਿਵ ਐਕਸਪੀਰੀਅੰਸ ਦੀ ਗੱਲ ਕਰਦੇ ਪਏ ਆ, ਇਹਦੇ ਵਿੱਚ ਮੇਨ ਇਹੀ ਆ ਕਿ ਸਾਡੇ ਸੁਪਨੇ ਕੀ ਹੈ, ਸਾਡੀ ਜਿਗਿਆਸਾ ਕੀ ਹੈ, ਅਸੀਂ ਕੀ ਜਾਣਨਾ ਚਾਹੁੰਦੇ ਆ, ਕੀ ਕਹਿਣਾ ਚਾਹੁੰਦੇ ਆ, ਕੀ ਅਸੀਂ ਸੁਪਨੇ ਜ਼ਰੂਰ ਲੈਣੇ ਚਾਹੀਦੇ ਆ। ਸੁਪਨੇ ਕਦੀ ਖਤਮ ਨਾ ਹੋਣ ਦਿਓ, ਜ਼ਿੰਦਗੀ ਦਾ ਕੋਈ ਪਤਾ ਨਹੀਂ। ਜਿਵੇਂ ਅਚਾਨਕ ਬੈਠੇ ਆ ਸਾਡੇ ਆ ਗਿਆ ਹੈ ਨਾ ਕਿ ਕਰੋਨਾ ਆ ਗਿਆ, ਇਹ ਕੋਈ ਪਤਾ ਥੋੜੀ ਸੀ ਕਿ ਆ ਜਾਣਾ ਇਹਨੇ, ਹੈ ਨਾ।
ਜ਼ਿੰਦਗੀ ਨੇ ਕਿਤਨਾ ਪਲਟਾ ਮਾਰਿਆ ਪੂਰੀ ਦੁਨੀਆ ਦੇ ਵਿੱਚ ਹੀ ਇਸ ਤਰ੍ਹਾਂ। ਤੇ ਸਾਡੀ ਆਪਣੀ ਜ਼ਿੰਦਗੀ ਦਾ ਵੀ ਕੋਈ ਪਤਾ ਨਹੀਂ ਹੁੰਦਾ ਕਿ ਅਸੀਂ ਕਿਹੜੇ ਵੇਲੇ, ਮੈਂ ਵੀ ਕਿਸੇ ਵੇਲੇ ਜੌਬ ਕਰਦਾ ਸੀ ਤੇ ਮੈਨੂੰ ਕੋਈ ਪਤਾ ਨਹੀਂ ਸੀਗਾ, ਪਰ ਮੈਂ ਡਿਸਾਈਡ ਇਹ ਕਰ ਲਿਆ ਕਿ ਮੈਂ ਕੋਈ ਘਾਟਾ ਵਾਧਾ ਜ਼ਿੰਦਗੀ 'ਚ ਜੌਬ ਤੋਂ ਰਿਜ਼ਾਈਨ ਕਰਕੇ ਮੈਂ ਨੈਸ਼ਨਲ ਸਕੂਲ ਆਫ ਡਰਾਮਾ ਚਲਾ ਗਿਆ। ਸੋ ਇਹ ਕੋਈ ਪਤਾ ਨਹੀਂ ਕਿਹੜੇ ਵੇਲੇ, ਤੇ ਇਹ ਵੀ ਡਿਸੀਜਨ ਲੈ ਲਿਆ ਕਿ ਫੁੱਲ ਟਾਈਮ ਥੀਏਟਰ ਕਰਨਾ, ਹੋਰ ਕੁਝ ਨਹੀਂ ਕਰਨਾ, ਕੋਈ ਜੌਬ ਨਹੀਂ ਕਰਨੀ, ਤੇ ਫਿਰ ਉਧਰ ਲੱਗ ਗਏ। ਸੋ ਪਰ ਇਹ ਸੁਪਨੇ ਮਰਨ ਨਾ ਦਿਓ ਕਦੀ ਵੀ। ਸੋ ਅਲੀ, ਤੈਨੂੰ ਵੀ ਇਹੀ ਹੈ ਕਿ ਆਪਣੇ ਸੁਪਨੇ ਜ਼ਿੰਦਾ ਰੱਖੋ। ਸੋ ਇਹ ਸੁਪਨੇ ਉਹੀ ਲੋਕ ਲੈਂਦੇ ਆ ਜਿਹੜੇ ਜੀਂਦੇ ਆ, ਜਿਹੜੇ ਜਾਗਦੇ ਆ। ਸੋ ਜਾਗਦੇ ਜੀਂਦੇ ਲੋਕ ਜਿਹੜੇ ਆ ਉਹ ਸਮਾਜ ਵਿੱਚ ਬਹੁਤ ਘੱਟ ਲੋਕ ਹੁੰਦੇ ਆ। ਸੋ ਉਹਨਾਂ ਲੋਕਾਂ ਦੀ ਬਹੁਤ ਜ਼ਰੂਰਤ ਹੁੰਦੀ ਹੈ। ਸੋ ਬਹੁਤ ਚੰਗਾ ਲੱਗਾ। ਥੈਂਕ ਯੂ ਅਲੀ, ਥੈਂਕ ਯੂ ਰਾਏ ਜੀ, ਸਰੀਨ ਸਾਹਿਬ, ਥੈਂਕ ਯੂ ਸੋ ਮਚ ਮੈਨੂੰ ਟਾਈਮ ਦੇਣ ਵਾਸਤੇ ਤੇ ਇੰਨਾ ਸੁਣਨ ਵਾਸਤੇ, ਐਂਡ ਮੈਨੂੰ ਇਸ ਕਾਬਲ ਸਮਝਣ ਵਾਸਤੇ ਕਿ ਮੈਂ ਕੁਝ ਬੋਲ ਸਕਾਂ, ਅਸੀਂ ਕੁਝ ਬੋਲ ਸਕੀਏ। ਐਂਡ ਤੁਹਾਡੇ ਤੋਂ ਹੀ ਸਿੱਖਿਆ ਲਾਈਫ 'ਚ ਹਰ ਇੱਕ ਨੂੰ ਦੇਖ ਕੇ ਆਈਡਲਾਈਜ਼, ਕਹਿੰਦੇ ਨਾ ਖਰਬੂਜੇ ਨੂੰ ਦੇਖ ਕੇ ਖਰਬੂਜਾ ਰੰਗ ਬਦਲਦਾ ਹੈ, ਤੇ ਕੁਝ ਲੋਕ ਹੀ ਕਿਸੇ ਹੋਰ ਨੂੰ ਆਈਡਲਾਈਜ਼ ਕਰਦੇ, ਅੱਗੇ ਜਾ ਕੇ ਉਹ ਕਿਸੇ ਹੋਰ ਦਾ ਆਈਡਲ ਬਣਦੇ। ਤੇ ਆਈ ਥਿੰਕ ਇਹੀ ਹਿਊਮਨ ਨੇਚਰ ਹੈ ਤੇ ਇਹੀ ਗਰੋ ਕਰੇਗੀ। ਗਗਨ ਭਾਜੀ, ਰਾਏ ਭਾਜੀ, ਕੋਈ ਵੀ, ਕਿਸ਼ਨ ਸਰ, ਐਸਪੀ ਸਰ, ਜਿੰਨੇ ਵੀ ਨੇ ਸਾਰੇ ਬਸ ਅੱਗੇ ਸਾਰੇ ਹੈਲਦੀ ਰਹਿਣ ਤੇ ਆਸ਼ੀਰਵਾਦ ਰੱਖਣ। ਦੈਟਸ ਇਟ, ਇਹੀ ਚਾਹੀਦਾ, ਸਾਰੇ ਅੱਗੇ ਵਧਣ ਜੀ ਸਰ। ਚਲੋ ਥੈਂਕ ਯੂ। ਤੇ ਚਲੋ ਅਲੀ, ਫਿਰ ਕਿਸੇ ਦਿਨ ਮੌਕਾ ਮਿਲਿਆ ਤੇ ਆਪਾਂ ਮਿਲਦੇ ਹਾਂ। ਤੂੰ ਬਿਲਕੁਲ ਸਰ, ਮੈਂ ਜਲੰਧਰ ਨੂੰ ਆਇਆ ਜਾਂ ਤੂੰ ਮੈਂ ਅੰਮ੍ਰਿਤਸਰ ਆ ਜਾਊਂਗਾ ਸਰ, ਮੈਂ ਅੰਮ੍ਰਿਤਸਰ ਆ ਜਾਊਂਗਾ ਜੀ। ਯੂ ਆਰ ਆਲਵੇਜ਼ ਵੈਲਕਮ ਬੇਟਾ। ਥੈਂਕ ਯੂ ਸੋ ਮਚ। ਓਕੇ, ਜੀ ਦੇ ਰਹੋ। ਓਕੇ, ਬਾਏ।